ਸੀ ਆਪਾਂ ਅੰਦਰ ਬੈਠੇ ਵੀ ਗੱਲ ਕਰ ਰਹੇ ਸੀਗੇ ਵੀ ਇਸ ਲੈਬੋਰਟਰੀ ਦੀ ਇਸ ਫੈਕਟਰੀ ਦੀ ਇੰਨੀ ਕੁ ਖਾਸੀਅਤ ਹੈ ਕਿ ਪੰਜਾਬ ਸਰਕਾਰ ਤਾਂ ਮੈਂ ਕਹਿ ਹੀ ਸਕਦਾ, ਪਰ ਸੈਂਟਰ ਸਰਕਾਰ ਵੀ ਦਾਅ ਪੇਚ ਅਜ਼ਮਾ ਚੁੱਕੀ ਸੀ ਵੀ ਸਾਡੇ ਅੰਡਰ ਆ ਜਾਏ, ਵੀ ਤੁਸੀਂ ਸਾਡੇ ਨਾਲ ਮਿਲ ਕੇ ਇੱਕ ਇੱਕ ਹੱਥ ਕਰਕੇ ਆਪਾਂ ਇਹ ਚੀਜ਼ ਨੂੰ ਚਲਾਈਏ, ਪਰ ਤੁਸੀਂ ਨਾ ਕਰਤੀ। ਉਹ ਕਿਉਂ? ਜੇ ਸਾਡੀ ਅੱਜ ਇੱਥੇ ਆਟੋਮੈਟਿਕ ਲਾਈਟਿੰਗ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਬਿਜਲੀ ਸਾਡੇ ਪੈਦਾ ਕਰ ਰਹੇ ਨੇ ਪਲਾਂਟ, ਉਹਨਾਂ 'ਤੇ ਵਜਨ ਘਟਦਾ ਹੈ। ਸਾਡੀਆਂ ਮੋਟਰਾਂ ਆਟੋਮੈਟਿਕ ਨੇ, ਉਹਨਾਂ 'ਤੇ ਵਜਨ ਘਟਦਾ ਹੈ, ਐਕੂਰੇਸੀ ਵੱਧਦੀ ਹੈ। ਜਦੋਂ ਚੀਜ਼ ਦੀ ਲੋੜ ਆ ਉਦੋਂ ਚੱਲੇ, ਨਹੀਂ ਕਿਉਂ ਚੱਲੀ ਜਾਵੇ। ਸਾਡਾ ਇੱਕੋ ਹੀ ਮਕਸਦ, ਸਾਨੂੰ ਕਿਸੇ ਪੈਸੇ ਦੀ ਲੋੜ ਨਹੀਂ ਹੈ। ਅਸੀਂ ਤਾਂ ਕਹਿੰਦੇ ਵੀ ਅਸੀਂ ਪਰ ਬੱਚੇ ਨੂੰ ਉਹ ਸਿਖਾਉਣਾ ਜਿਹੜਾ ਮੌਜੂਦਾ ਸਿਸਟਮ ਦੇ ਵਿੱਚ ਹੈ। ਅਸੀਂ ਉਹ ਨਹੀਂ ਸਿਖਾਉਣਾ ਜਿਹੜਾ ਇਸ ਟਾਈਮ ਬਾਹਰ ਹੋ ਚੁੱਕਿਆ ਲਾਈਨ ਤੋਂ। ਸਾਡੇ ਕੋਲ ਹਰ ਕਿਸਮ ਦਾ ਸਮਾਨ ਪਿਆ, ਪੁਰਾਣਾ ਵੀ ਬਹੁਤ ਹੈ, ਪਰ ਪੁਰਾਣੇ ਦਾ ਮਕਸਦ ਹੁੰਦਾ ਵੀ ਸਾਡੀ ਹਿਸਟਰੀ ਕੀ ਸੀ। ਅੱਛਾ, ਇੱਕ ਚੀਜ਼ ਬੜੀ ਸੁਣੀ ਆ ਭਾਜੀ, ਉਹ ਇਹ ਕਿ ਤੁਹਾਡਾ ਸਟ੍ਰਿਕਟ ਨੇਚਰ, ਡਿਸਿਪਲਿਨ ਜਿਹੜਾ ਆ ਕਹਿੰਦੇ 100 ਨਹੀਂ ਮੈਂ 110% ਕਹਿ ਸਕਦਾ ਵੀ ਇੱਥੇ ਚਾਹੀਦਾ ਆ। ਬਸ ਇਹਨੂੰ ਤੁਸੀਂ ਜ਼ੀਰੋ ਟੋਲਰੈਂਸ ਮੰਨ ਸਕਦੇ ਹੋ। ਡਿਸਪਲਿਨ ਦੇ ਵਿੱਚ ਕੋਈ ਮਾਰਜਨ ਨਹੀਂ ਕਿਸੇ ਨੂੰ, ਕਿਉਂਕਿ ਡਿਸਪਲਿਨ ਹੀ ਨਾ ਰਿਹਾ ਤੇ ਪਿੱਛੇ ਰਹਿਣਾ ਹੀ ਕੁਛ ਨਹੀਂ ਹੈ। ਡਿਸਪਲਿਨ ਨਹੀਂ ਚੱਲੇਗਾ ਤਾਂ ਬੱਚੇ ਆਪਾਂ ਧਾਪੀ ਕਰ ਦੇਣਗੇ, ਕੋਈ ਕੁਛ ਕਰੂ ਤੇ ਫਿਰ ਅਸੀਂ ਆਪਦੇ ਮਕਸਦ ਤੋਂ ਭਟਕ ਜਾਵਾਂਗੇ। ਕਿਉਂਕਿ ਸਾਡੇ ਕੋਲੇ ਇੱਕ ਜਿਹੜੇ ਫੀਸ ਦੇ ਰੂਪ 'ਚ ਡਿਸਪਲਿਨ ਤਾਂ ਹੈ ਜਿਹੜਾ ਅਸੀਂ ਮੰਗਦੇ ਹਾਂ। ਅੱਛਾ, ਕੋਈ ਹੋਰ ਕੋਈ ਫੀਸ ਨਹੀਂ? ਮੰਨ ਲਓ ਕੋਈ ਬੱਚਾ ਆਉਂਦਾ ਤੁਹਾਡੇ ਕੋਲੇ, ਉਹ ਕੋਈ ਫੀਸ ਨਹੀਂ ਲਈ ਜਾਂਦੀ? ਨਹੀਂ ਕੋਈ ਫੀਸ ਨਹੀਂ। ਕਾਰਨ ਇਹ ਹੈ ਜੀ, ਫੀਸਾਂ ਲੈਣ ਨੂੰ ਸਾਡੇ ਕਾਲਜ ਬਥੇਰੇ ਨੇ। ਮੈਂ ਅੱਜ ਵੀ ਕਹਿਣਾ ਵੀ ਬੇਹੂਦਾ ਲੋਕ ਜਿਹੜੇ ਕਹਿੰਦੇ ਨੇ ਵੀ ਕਿਤਾਬਾਂ ਤੋਂ ਬੱਚੇ ਪੜ੍ਹਦੇ ਹੁੰਦੇ ਨੇ, ਬੱਚੇ ਕਿਤਾਬਾਂ ਨਾਲ ਨਹੀਂ ਪੜ੍ਹਿਆ ਕਰਦੇ, ਕਿਤਾਬਾਂ ਨਾਲ ਟੀਚਰ ਪੜ੍ਹਿਆ ਕਰਦੇ ਨੇ। ਟੀਚਰਾਂ ਨੂੰ ਗਾਈਡੈਂਸ ਵਾਸਤੇ ਚੀਜ਼ ਚਾਹੀਦੀ ਹੁੰਦੀ ਹੈ, ਉਹਨਾਂ ਨੂੰ ਰੈਫਰੈਂਸ ਦੇਖਣ ਵਾਸਤੇ ਚਾਹੀਦੀ ਹੁੰਦੀ ਹੈ। ਇੰਨਾ ਕੁਛ ਯਾਦ ਨਹੀਂ ਰੱਖਿਆ ਜਾ ਸਕਦਾ। ਪਰ ਬੱਚੇ ਨੂੰ ਜੇ ਤੁਸੀਂ ਕਿਤਾਬ ਦਾ ਵਜਨ ਪਾਤਾ, ਉਹ ਵਜਨ ਉਹੀ ਦੱਬ ਕੇ ਲੈ ਜੂ। ਇਹ ਨਹੀਂ ਹੈ ਵੀ ਕਿਸੇ ਬੱਚੇ ਨੇ ਗਲਤੀ ਕਰਤੀ ਤਾਂ ਉਹਦੇ 2 ਡੰਡ ਕੇ ਮਾਰੇ, ਇਸ ਤਰ੍ਹਾਂ ਨਾਲ ਨਹੀਂ ਹੁੰਦਾ। ਸਿਰਫ ਸਾਡੇ 2 ਹੀ ਰੀਜਨ ਨੇ। ਬੱਚਾ ਕੋਈ ਨਸ਼ੇ ਵੱਲ ਅਟਰੈਕਟ ਹੁੰਦਾ ਹੈ, ਉਹ ਅਸੀਂ ਬਰਦਾਸ਼ਤ ਨਹੀਂ ਕਰਦੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਸਾਡੇ ਬਾਕੀ ਬੱਚੇ ਖਰਾਬ ਹੋ ਜਾਣ। ਦੂਜਾ ਸੈਂਸਿਟਿਵ ਪਾਰਟ ਹੈ ਸਾਡੀਆਂ ਬੱਚੀਆਂ ਦਾ। ਕੋਈ ਬੱਚਾ ਉਸ ਪਾਸਿਓਂ ਹਰਕਤ ਕਰਦਾ, ਉਹਦੇ ਵੀ ਛਿੱਤਰ ਪਰੇਡ ਹੋ ਸਕਦੀ ਹੈ। ਅਦਰਵਾਈਜ਼ ਕੋਈ ਚੀਜ਼ ਟੁੱਟ ਜਾਂਦੀ ਹੈ ਬੱਚੇ ਤੋਂ, ਉਹਦੇ ਉੱਤੇ ਕੋਈ ਪਨਿਸ਼ਮੈਂਟ ਨਹੀਂ ਹੈ, ਕਿਉਂਕਿ ਜੇ ਅਸੀਂ ਸੀਨੀਅਰ ਕੋਲੇ ਖੜੇ ਹਾਂ, ਉਹ ਸਿੱਖਣ ਆਏ ਨੇ, ਸਿੱਖਦੇ ਹੋਏ ਗਲਤੀਆਂ ਵੀ ਕਰਨਗੇ। ਇੱਥੇ ਕਾਫੀ ਮੀਟਰਸ ਐਸੇ ਨੇ ਵਰਲਡ ਦੇ ਵਿੱਚ, ਮੈਨੂੰ ਲੱਗਦਾ ਕੋਈ ਮੀਟਰ ਐਸਾ ਨਹੀਂ ਹੋਊਗਾ ਵੀ ਜਿਹੜਾ ਇੱਥੇ ਅਵੇਲੇਬਲ ਨਹੀਂ ਹੋਊਗਾ। ਤਕਰੀਬਨ ਹਾਂ, ਜਿੰਨੇ ਸਾਡੇ ਬਿਜਲੀ ਨਾਲ ਸੰਬੰਧਿਤ ਮੀਟਰਾਂ ਦੀ ਸਾਨੂੰ ਲੋੜ ਪੈਂਦੀ ਹੈ, ਪੂਰੀ ਦੁਨੀਆ 'ਚ ਗਿਣਤੀ ਦੇ ਮੀਟਰ ਹੁੰਦੇ ਨੇ, ਉਹ ਇੱਥੇ ਸਾਰੇ ਤਰ੍ਹਾਂ ਦੇ ਮੀਟਰ ਮੌਜੂਦ ਨੇ। ਇਹ ਫਿਰ ਤੁਸੀਂ ਇੰਪੋਰਟ, ਜਿਵੇਂ ਇੱਕ ਆਹ ਪਿਆ ਆ, ਤੁਸੀਂ ਇਹਦੇ ਬਾਰੇ ਦੱਸ ਰਹੇ ਸੀ, ਇਹ ਵੀ ਇੰਪੋਰਟ ਕਰਾਇਆ ਹੋਇਆ ਮੈਂ ਸੁਣਿਆ? ਨਹੀਂ, ਇਹ ਹੈ ਇੰਪੋਰਟਡ ਨੇ। ਅੱਛਾ। ਇਹ ਅਸੀਂ ਜਿੱਥੇ ਵੀ ਸਾਨੂੰ ਕੋਈ ਲੱਭ ਜਾਂਦੀ ਹੈ ਚੀਜ਼ ਪਈ ਹੁੰਦੀ ਹੈ ਤੇ ਉੱਥੋਂ ਅਸੀਂ ਚੱਕ ਲੈਂਦੇ ਹਾਂ ਸਾਡੇ ਬੱਚਿਆਂ ਨੂੰ ਦਿਖਾਉਣ ਲਈ, ਕਿਉਂਕਿ ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵੀ ਇਹ ਪੁਰਾਣੇ ਮਾਡਲ ਦੀ ਆਈਟਮ ਹੈ, ਪਰੰਤੂ ਇੰਨੀ ਸਿੰਪਲ ਹੈ ਵੀ ਇਹ ਤੋਂ ਬੱਚਾ 1 ਸੈਕਿੰਡ ਦੇ ਵਿੱਚ ਸਮਝ ਜਾਂਦਾ ਵੀ ਇੱਕ ਚੀਜ਼ ਕਿਵੇਂ ਕੰਮ ਕਰਦੀ ਹੈ। ਵੀ ਦੇਖਿਆ, ਪੁਰਾਣੇ ਤੋਂ ਪੁਰਾਣਾ ਮੀਟਰ ਵੀ ਪਿਆ ਆ, ਨਵੇਂ ਤੋਂ ਨਵੀਂ ਟੈਕਨੋਲੋਜੀ ਦਾ ਵੀ ਪਿਆ ਆ, ਫਰਾਂਸ ਤੱਕ ਦਾ ਮੀਟਰ ਵੀ ਪਿਆ ਤੁਹਾਡੇ ਕੋਲੇ। ਫਿਰ ਇਹਨਾਂ ਚੀਜ਼ਾਂ ਨੂੰ ਇਕੱਠਾ ਕਰਨ ਦੇ ਵਿੱਚ ਜੈ ਸਿੰਘ ਜੀ ਕਿੰਨਾ ਟਾਈਮ ਲੱਗ ਗਿਆ? ਟਾਈਮ ਤਾਂ ਵੀਰ ਮੇਰੇ ਬੜਾ ਲੰਬਾ ਟਾਈਮ ਲੱਗ ਗਿਆ। ਕਿੰਨਾ? ਇਹਨੂੰ 4 ਤੋਂ 5 ਸਾਲ ਸਾਨੂੰ ਇਹ ਸਮਾਨ ਨੂੰ ਇਕੱਠਾ ਕਰਨ ਨੂੰ ਲੱਗੇ। 1 ਸਾਲ ਮੈਨੂੰ ਲੱਗਾ ਤੇ ਲੈਬ ਨੂੰ ਡਿਜ਼ਾਈਨ ਕਰਨ 'ਤੇ। ਅੱਛਾ, ਡਿਜ਼ਾਈਨਿੰਗ ਵੀ ਤੁਹਾਡੀ ਖੁਦ ਦੀ ਹੈ? ਹਾਂ, ਮੇਰੀ ਇਕੱਲੇ ਦੀ ਆਪਣੀ ਡਿਜ਼ਾਈਨਿੰਗ ਹੈ। ਕੀ ਬਾਤ।
ਸਾਰਾ ਕੁਝ ਖੁਦ ਡਿਜ਼ਾਈਨ ਕਰਕੇ ਡਰਾਇੰਗਾਂ ਬਣਾਈ ਜਾਣੀਆਂ, ਬੱਚਿਆਂ ਨੇ ਇਹਨੂੰ ਇੰਪਲੀਮੈਂਟ ਕਰ ਦੇਣਾ, ਜਿਹੜਾ ਉਹਨਾਂ ਨੂੰ ਦੇਣਾ ਵੀ ਆਹ ਚੀਜ਼ ਇੱਦਾਂ ਦੀ ਬਣਾ ਦਿਓ, ਉਹਨਾਂ ਨੇ ਬਣਾ ਕੇ ਰੱਖ ਦੇਣੀ। ਬੜੇ ਅਧਿਆਪਕ ਦੇਖੇ ਨੇ, ਕਿਉਂਕਿ ਖੁਦ ਵੀ ਪੜ੍ਹੇ ਆ, ਸਟੂਡੈਂਟ ਰਹੇ ਆ, ਗ੍ਰੈਜੂਏਸ਼ਨ ਕੀਤੀ ਹੈ, ਅਧਿਆਪਕਾਂ ਤੋਂ ਪੜ੍ਹੇ ਆ। ਪਰ ਜਿਹੜੀ ਖਾਸੀਅਤ ਮੈਨੂੰ ਇਹਨਾਂ ਦੀ ਲੱਗੀ ਨਾ, ਜਿਵੇਂ ਹੁਣ ਤੁਸੀਂ ਹਾਲ ਹੀ ਦੇ ਵਿੱਚ ਇੱਕ ਧੀ ਦਾ ਵਿਆਹ ਕੀਤਾ, 9.5 ਲੱਖ ਦਾ ਜਿਹੜਾ ਖਰਚਾ ਆ ਗਿਆ ਸੀ, ਉਹ 9.5 ਲੱਖ ਦਾ ਖਰਚਾ ਵੀ ਤੁਸੀਂ ਆਪਣੀ ਜੇਬ ਤੋਂ ਦਿੱਤਾ, ਤੇ ਕੁੜੀ ਵਿਦਾਇਗੀ ਵੀ ਇੱਥੋਂ ਹੋਈ ਹੈ। ਨਹੀਂ, ਉਹ ਸਾਡੇ ਗਰੁੱਪ ਦੀਆਂ ਧੀਆਂ ਨੇ ਜੀ, ਜਦ ਇੱਥੇ ਦੀ ਹੈ ਤਾਂ ਫਿਰ ਇੱਥੋਂ ਹੀ ਹੋਊਗਾ। ਜੇ ਬੱਚਿਆਂ ਨੇ ਮੈਨੂੰ ਐਡਾ ਲੰਬਾ ਸਮਾਂ ਇੱਥੇ ਦਿੱਤਾ ਹੈ ਤਾਂ ਫਿਰ ਉਹਦੇ ਮਾਪਿਓ ਹੁਣ ਕੋਈ ਹੋਰ ਥੋੜੀ ਹੋਣਗੇ, ਜਿਹੜੇ ਹੈਗੇ ਸੀ ਉਹ ਜਨਮ ਦੇ ਮਾਂ-ਬਾਪ ਨੇ, ਅਸੀਂ ਕਰਮ ਦੇ ਹਾਂ। ਇੱਕ ਸਵਾਲ ਹੁਣ ਮੈਂ ਪੁੱਛੂੰਗਾ, ਕਿਉਂਕਿ ਸ਼ੁਰੂਆਤ ਦੇ ਵਿੱਚ ਪੁੱਛਣਾ ਜਾਇਜ਼ ਨਹੀਂ ਸੀ, ਹੁਣ ਪੁੱਛੂੰਗਾ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ, ਇਸ ਟਾਈਮ ਸੋਸਾਇਟੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਹਰ ਇੱਕ ਬੰਦਾ ਨਾ ਕੋਈ ਜੇ ਕੰਮ ਕਰਦਾ ਤਾਂ ਉਹਦੇ ਪਿੱਛੇ ਉਹ ਕਹਿੰਦਾ ਵੀ ਮੈਨੂੰ ਇਹਦਾ ਕੀ ਫਾਇਦਾ। ਤੁਸੀਂ ਇੰਨਾ ਵੱਡਾ ਕੰਮ ਤੋਰਿਆ, ਐਡਾ ਵੱਡਾ ਗਿਆਨ ਦੇ ਰਹੇ ਹੋ ਲੋਕਾਂ ਨੂੰ, ਇਹਦਾ ਕੀ ਫਾਇਦਾ, ਤੁਹਾਨੂੰ ਕੀ ਫਾਇਦਾ ਇਸ ਚੀਜ਼ ਦਾ? ਬਹੁਤ ਵੱਡਾ ਫਾਇਦਾ ਬਾਈ ਜੀ। ਇਹਦਾ ਮੇਨ ਫਾਇਦਾ ਜਿਹੜਾ ਹੈ ਵੀ ਅਸੀਂ ਜੋ ਕੁਝ ਵੀ ਕਰਦੇ ਹਾਂ, ਅਸੀਂ ਕੋਠੀਆਂ ਬਣਾਉਂਦੇ ਹਾਂ, ਕਾਰਾਂ ਲਿਆਉਂਦੇ ਹਾਂ, ਚੰਗਾ ਮਹਿੰਗਾ ਖਾਣ ਪਾਣ, ਉਹ ਹੁੰਦਾ ਦਿਲ ਦੀ ਸੰਤੁਸ਼ਟੀ ਲਈ, ਪਰ ਫਿਰ ਵੀ ਨਹੀਂ ਮਿਲਦਾ। ਇੱਥੇ ਉਹ ਬਹੁਤ ਮਿਲਦੀ ਹੈ। ਕਿਆ ਬਸ ਇੱਕ ਜਿਹੜੀ ਮਾਨਸਿਕ ਤਸੱਲੀ ਹੈ, ਫਿਰ ਉਹਦਾ ਕੋਈ ਮੁੱਲ ਕੋਈ ਨਹੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਿੰਘ ਬੱਲ, ਪੰਜਾਬ ਨਿਊਜ਼ ਦੇਖ ਰਹੇ ਹੋ, ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਅੱਜ ਦੀ ਵੀਡੀਓ ਨਾ ਬੜੀ ਖਾਸ ਹੋਣ ਵਾਲੀ ਹੈ। ਖਾਸ ਇਸ ਕਰਕੇ ਹੋਣ ਵਾਲੀ ਕਿ ਕਹਿੰਦੇ ਵੀ ਚੰਗੇ ਗੁਰੂ ਦੇ ਚੰਡੇ ਕਦੇ ਮਾਰ ਨਹੀਂ ਖਾਂਦੇ। ਇਹ ਅਸਲ ਦੇ ਵਿੱਚ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਚੰਗੇ ਗੁਰੂ ਦਾ ਚੰਡਿਆ, ਜੇ ਕੋਈ ਅਧਿਆਪਕ ਦੇ ਚੰਗੇ ਦਾ ਚੰਡਿਆ ਹੋਇਆ ਕੋਈ ਜੇ ਬੱਚਾ ਮਿਲ ਜੇ ਨਾ, ਤਾਂ ਕਹਿੰਦੇ ਉਸ ਤੋਂ ਵੱਧ ਗੁਣੀ ਚੀਜ਼ ਕਦੇ ਨਹੀਂ ਹੋ ਸਕਦੀ। ਉਹ ਇਸ ਕਰਕੇ ਕਿਉਂਕਿ ਉਹਨੇ ਹਰ ਇੱਕ ਚੀਜ਼ ਜਿਹੜੀ ਅਧਿਆਪਕ ਨੇ ਕੁੱਟ ਕੇ ਪਾਈ ਹੁੰਦੀ ਹੈ। ਪਹਿਲਾਂ ਮਾਸਟਰ ਜਿਹੜੇ ਹੁੰਦੇ ਸੀ ਬੜੇ ਕੁੱਟਦੇ ਹੁੰਦੇ ਸੀਗੇ, ਪਰ ਅੱਜ ਕੱਲ੍ਹ ਐਜੂਕੇਸ਼ਨ ਸਿਸਟਮ ਦੇ ਵਿੱਚ ਇੰਨਾ ਕੁ ਬਦਲ ਫੇਰ ਆ ਗਿਆ, ਕਹਿੰਦੇ ਵੀ ਬੱਚੇ ਨੂੰ ਹੱਥ ਵੀ ਨਹੀਂ ਲਾਇਆ ਜਾਣਾ, ਚਪੇੜ ਵੀ ਨਹੀਂ ਮਾਰ ਸਕਦੇ। ਪਰ ਪਹਿਲਾਂ ਡਰ ਹੁੰਦਾ ਸੀਗਾ, ਡਰ ਦੇ ਨਾਲ ਬੱਚੇ ਪੜ੍ਹਦੇ ਵੀ ਹੁੰਦੇ ਸੀਗੇ। ਅੱਜ ਮੈਂ ਤੁਹਾਨੂੰ ਜਿਹੜੀ ਫੈਕਟਰੀ ਦੇ ਵਿੱਚ ਲੈ ਕੇ ਆਇਆ, ਵੀ ਜਿਹੜੀ ਸੁਸਾਇਟੀ ਦੇ ਵਿੱਚ ਲੈ ਕੇ, ਮੈਂ ਕੁਝ ਵੀ ਕਹਿ ਲਵਾਂ, ਵੈਸੇ ਤਾਂ ਮੈਂ ਖੜਾ ਧੂਰੀ ਸ਼ਹਿਰ ਦੇ ਵਿੱਚ ਹਾਂ। ਧੂਰੀ ਸ਼ਹਿਰ ਬੜਾ ਵੱਡਾ ਸ਼ਹਿਰ ਹੈ, ਬੜੀ ਚੀਜ਼ਾਂ ਕਰਕੇ ਜਾਣਿਆ ਜਾਂਦਾ ਹੈ, ਅਤੇ ਇੱਕ ਚੀਜ਼ ਉਹਨਾਂ ਚੀਜ਼ਾਂ ਦੇ ਵਿੱਚ ਜਿਹਦੇ ਕਰਕੇ ਧੂਰੀ ਜਾਣਿਆ ਜਾ ਰਿਹਾ ਹੈ ਅਤੇ ਧੂਰੀ ਵਰਲਡ ਮੈਪ 'ਤੇ ਆਇਆ ਹੋਇਆ ਹੈ, ਉਹ ਇਹ ਹੈ ਕਿ ਮਰਾੜ ਪਾਵਰ ਕੰਟਰੋਲ ਜਿਹੜੀ ਹੈ ਪ੍ਰਾਈਵੇਟ ਲਿਮਟਿਡ ਜਿਹੜੀ ਕੰਪਨੀ ਹੈ, ਉਹਦੇ ਵਿੱਚ ਅਸੀਂ ਆਏ ਹਾਂ। ਕਿਉਂਕਿ ਇੱਥੇ ਬੱਚਿਆਂ ਨੂੰ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ, ਉਹ ਸਿੱਖਿਆ ਮੈਨੂੰ ਲੱਗਦਾ, ਜਿਵੇਂ ਮੈਂ ਪਹਿਲੀ ਗੱਲ ਕੀਤੀ ਹੈ ਕਿ ਚੰਗੇ ਗੁਰੂ ਦਾ ਚੰਡਿਆ, ਕਿ ਇੱਥੇ ਇੱਕ ਗੁਰੂ ਰਹਿੰਦਾ ਹੈ ਕਿ ਜਿਹੜੇ ਉਹ ਬੱਚਿਆਂ ਨੂੰ ਆਪਣੀ ਫੈਮਿਲੀ ਸਮਝਦਾ, ਇੱਕ ਸਟੂਡੈਂਟ ਨਹੀਂ ਸਮਝਦਾ। ਉਹਨਾਂ ਨਾਲ ਇੰਨੇ ਕੁ ਚੰਗੇ ਪਰਿਵਾਰਕ ਰਿਲੇਸ਼ਨ ਬਣ ਜਾਂਦੇ ਨੇ ਕਿ ਪੜ੍ਹਨ ਤੋਂ ਬਾਅਦ ਧੀਆਂ ਵਿਆਹੁਣ ਤੱਕ, ਧੀਆਂ ਨੂੰ ਸਮਾਨ ਦੇਣ ਤੱਕ, ਹਰ ਇੱਕ ਜ਼ਰੂਰਤ ਦੀ ਚੀਜ਼ ਦੇਣ ਤੱਕ, ਉਹ ਜਿਹੜਾ ਮੈਂ ਕਹਿ ਸਕਦਾ ਵੀ ਇੱਕ ਬਾਪ ਹੋਣ ਦਾ ਫਰਜ਼ ਜਿਹੜਾ ਆ ਅਦਾ ਕਰਦੇ ਨੇ। ਮੇਰੇ ਨਾਲ ਜੈ ਸਿੰਘ ਜੀ ਹੋਣਗੇ। ਤੁਸੀਂ ਪਿੱਛੇ ਪਹਿਲਾਂ ਫੋਟੋ ਦੇਖ ਰਹੇ ਹੋ ਥੋਮਸ ਐਲਵਾ ਐਡੀਸਨ ਦੀ, ਇਹ ਕਹਿੰਦੇ ਸੀਗੇ ਇਲੈਕਟ੍ਰਿਸਿਟੀ ਬਲਬ ਦੇ ਜਿਹੜੀ ਖੋਜ ਨਿਰਮਾਤਾ, ਤੇ ਮੇਰੇ ਨਾਲ ਜੈ ਸਿੰਘ ਜੀ ਨੇ। ਭਾਈ ਸਤਿ ਸ਼੍ਰੀ ਅਕਾਲ, ਠੀਕ ਹੋ? ਸਤਿ ਸ਼੍ਰੀ ਅਕਾਲ ਭਾਈ, ਚੜ੍ਹਦੀ ਕਲਾ, ਬੜੀ ਮਿਹਰਬਾਨੀ। ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ, ਕਿਉਂਕਿ ਮੈਂ ਸ਼ੁਰੂਆਤ ਜਦੋਂ ਆਪਾਂ ਬੈਠੇ ਸੀਗੇ, ਕੱਲੀ ਚੀਜ਼ ਮੈਂ ਓਬਜ਼ਰਵ ਕਰ ਰਿਹਾ ਸੀਗਾ। ਤੁਸੀਂ ਕਿਹਾ ਸੀ ਵੀ ਪਹਿਲਾਂ ਜਾਣਕਾਰੀ ਪ੍ਰੋਪਰ ਦੇ ਦਈਏ, ਫਿਰ ਤੁਹਾਡੇ ਸਵਾਲ ਹੋਣਗੇ। ਪਹਿਲਾ ਸਵਾਲ ਇਹ ਵੀ ਜਿਹੜਾ ਉੱਪਰ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹ ਸੈਂਸਰ ਲੱਗਿਆ ਹੋਇਆ ਦੋਸਤੋ, ਕੱਲੀ ਚੀਜ਼ ਜਿਹੜੀ ਇਸ ਤੁਸੀਂ ਲੈਬ ਦੇ ਵਿੱਚ ਵੇਖੋਗੇ ਨਾ, ਇਸ ਫਰਮ ਦੇ ਵਿੱਚ ਵੇਖੋਗੇ, ਤੁਸੀਂ ਇੱਕ ਚੀਜ਼ ਦੇਖੋਗੇ ਕਿ ਕੱਲੀ ਚੀਜ਼ ਜਿਹੜੀ ਹੈ ਨਾ ਆਟੋਮੈਟਿਕ ਹੈ। ਜਿਹੜੀ ਟੈਕਨੋਲੋਜੀ ਇੱਥੇ ਆ ਮੈਂ ਸ਼ਾਇਦ ਦੇਖੀ ਨਹੀਂ। ਵਾਸ਼ਰੂਮਸ ਦਾ ਤੁਸੀਂ ਡੋਰ ਓਪਨ ਕਰੋਗੇ ਤਾਂ ਜਿਹੜੇ ਪ੍ਰੋਪਰ ਲਾਈਟਸ ਆਟੋਮੈਟਿਕਲੀ ਚੱਲਣਗੀਆਂ, ਜਿਹੜਾ ਆ ਮੈਂ ਕਿਹਾ ਐਗਜ਼ੌਸਟ ਆਟੋਮੈਟਿਕ ਚੱਲੂਗਾ। ਭਾਜੀ ਇਹ ਆਈਡੀਆ ਇਸ ਲੈਬ ਦੇ ਵਿੱਚ ਇੰਸਟਾਲ ਕਰਨ ਦਾ ਪਹਿਲੀ ਗੱਲ ਤਾਂ ਕਿੱਥੋਂ ਆਇਆ? ਕਿਉਂਕਿ ਹੋਰ ਵੀ ਲੈਬਸ ਨੇ ਬੜੀਆਂ 5 ਸਟਾਰ 7 ਸਟਾਰ ਲੈਬਸ ਨੇ ਜਿਹੜੀਆਂ ਕਹਿ ਦਿੰਦੇ ਆ, ਇੱਥੇ ਧੂਰੀ ਵਰਗੇ ਸ਼ਹਿਰ ਦੇ ਵਿੱਚ ਇਹ ਟੈਕਨੋਲੋਜੀ ਲਿਆਤੀ। ਉਹਦਾ ਕਾਰਨ ਵੱਡਾ ਬਾਈ ਜੀ ਇਹ ਹੈ ਵੀ ਮੈਂ ਪਿੰਡ ਕੱਕੜਵਾਲ ਦਾ ਰਹਿਣ ਵਾਲਾ।
ਇਸੇ ਪਿੰਡ ਦਾ ਮੈਂ ਜੰਮਪਲ ਹਾਂ ਤੇ ਮੈਂ ਚਾਹੁੰਦਾ ਤੇ ਵੀ ਬਥੇਰੇ ਲੋਕਾਂ ਨੇ ਕਿਹਾ ਵੀ ਤੂੰ ਲੁਧਿਆਣੇ ਆ ਜਾਂ ਚੰਡੀਗੜ੍ਹ। ਮੈਂ ਨਹੀਂ, ਮੈਨੂੰ ਆਪਦੇ ਪਿੰਡ ਤੋਂ ਵੱਧ ਕੋਈ ਪਿਆਰੀ ਜਗ੍ਹਾ ਨਹੀਂ ਹੈ ਤੇ ਮੈਂ ਇਹਨੂੰ ਇੱਥੇ ਹੀ ਬਣਾਉਣਾ ਬਿਹਤਰ ਸਮਝਿਆ। ਬਾਕੀ ਜਿਹੜਾ ਆਟੋਮੇਸ਼ਨ ਹੈ ਇਹ ਸਾਡਾ ਪਾਰਟ ਹੈ ਸਾਡੀ ਲਾਈਨ ਦਾ। ਇਹਦੇ ਪਿੱਛੇ ਕੋਈ ਮੈਨਲੈਸ ਕਰਨਾ ਨਹੀਂ ਹੁੰਦਾ ਕੰਮ। ਇਹਦੇ ਪਿੱਛੇ ਵੱਖ-ਵੱਖ ਜਿਹੜੇ ਸਰੋਤਾਂ ਦੀ એનર્ਜੀ ਹੈ ਉਹਦੀ ਸੇਵਿੰਗ ਦਾ ਮਸਲਾ ਹੈ, ਕਿਉਂਕਿ ਵਿਗਿਆਨ ਸਿੱਧੇ ਤੌਰ ਤੇ ਕੁਦਰਤ ਦਾ ਵਿਰੋਧੀ ਹੈ। ਕੁਦਰਤ ਦਾ ਨਾਸ਼ ਕਰਕੇ ਵਿਗਿਆਨ ਆਪਰੇਟ ਹੁੰਦਾ ਹੈ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਆਟੋਮੇਸ਼ਨ ਦੁਆਰਾ ਜਿਹੜਾ ਵਿਗਿਆਨ ਹੈ ਉਹ ਘੱਟੋ ਘੱਟ ਨੁਕਸਾਨ ਕਰੇ। ਜੇ ਸਾਡੀ ਅੱਜ ਇੱਥੇ ਆਟੋਮੈਟਿਕ ਲਾਈਟਿੰਗ ਹੈ ਤਾਂ ਕਿਤੇ ਨਾ ਕਿਤੇ ਜਿਹੜੇ ਬਿਜਲੀ ਸਾਡੇ ਪੈਦਾ ਕਰ ਰਹੇ ਨੇ ਪਲਾਂਟ ਉਹਨਾਂ 'ਤੇ ਵਜ਼ਨ ਘਟਦਾ ਹੈ। ਸਾਡੀਆਂ ਮੋਟਰਾਂ ਆਟੋਮੈਟਿਕ ਨੇ, ਉਹਨਾਂ 'ਤੇ ਵਜ਼ਨ ਘਟਦਾ ਹੈ। ਐਕੂਰੇਸੀ ਵੱਧਦੀ ਹੈ। ਜਦੋਂ ਚੀਜ਼ ਦੀ ਲੋੜ ਆ ਉਦੋਂ ਚੱਲੇ, ਨਹੀਂ ਕਿਉਂ ਚੱਲੀ ਜਾਵੇ। ਕਿਉਂਕਿ ਮੈਂ ਪੁਰਾਣੇ ਟਾਈਮ 'ਚ ਸੈਂਸਰ ਦਾ ਲਾਈਨ ਦਾ ਕੰਮ ਕਰਦਾ ਰਿਹਾ, ਸਮਝ ਹੈ। ਇੱਥੇ ਲਾਉਣ ਦਾ ਮਕਸਦ ਇਹ ਹੁੰਦਾ ਵੀ ਬੱਚੇ ਥੋੜ੍ਹਾ ਜਿਹਾ ਇੰਸਪਾਇਰ ਹੋਣ, ਇਹਨਾਂ ਨੂੰ ਪਤਾ ਲੱਗੇ ਵੀ ਇਹ ਚੀਜ਼ਾਂ ਦੀ ਲੋੜ ਹੈ ਜਾਂ ਇਹਨਾਂ ਦੀ ਕਿੱਥੇ ਵਰਤੋਂ ਹੋ ਸਕਦੀ ਹੈ। ਇੱਕ ਡਿਸਪਲੇ ਹੈ ਤੇ ਬੱਚਤ ਵੀ ਸਾਡੀ ਬਹੁਤ ਹੈ। ਸਾਡੇ ਪਾਣੀ ਵੀ ਸਾਡਾ ਆਟੋਮੈਟਿਕ ਹੈ, ਗੇਟ ਵੀ ਆਟੋਮੈਟਿਕ ਹੈ, ਇਹ ਵੀ ਆਟੋਮੈਟਿਕ। ਇੱਕ ਚੀਜ਼ ਜਿਵੇਂ ਤੁਸੀਂ ਆਪਾਂ ਅੰਦਰ ਬੈਠੇ ਵੀ ਗੱਲ ਕਰ ਰਹੇ ਸੀਗੇ ਵੀ ਇਸ ਲੈਬੋਰਟਰੀ ਦੀ, ਇਸ ਫੈਕਟਰੀ ਦੀ ਇੰਨੀ ਕੁ ਖਾਸੀਅਤ ਹੈ ਕਿ ਪੰਜਾਬ ਸਰਕਾਰ ਦਾ ਮੈਂ ਕਹਿ ਹੀ ਸਕਦਾ, ਪਰ ਸੈਂਟਰ ਸਰਕਾਰ ਵੀ ਦਾਅ ਪੇਚ ਅਜ਼ਮਾ ਚੁੱਕੀ ਸੀ ਵੀ ਸਾਡੇ ਅੰਡਰ ਆ ਜੇ, ਵੀ ਤੁਸੀਂ ਸਾਡੇ ਨਾਲ ਮਿਲ ਕੇ ਇੱਕ ਇੱਕ ਹੱਥ ਕਰਕੇ ਆਪਾਂ ਇਹ ਚੀਜ਼ ਨੂੰ ਚਲਾਈਏ, ਪਰ ਤੁਸੀਂ ਨਾ ਕਰਤੀ। ਉਹ ਕਿਉਂ? ਦੇਖੋ ਜੀ, ਕਾਰਨ ਇਹ ਹੈ ਵੀ ਜਦੋਂ ਕੋਈ ਬੰਦਾ ਕੁਛ ਦਿੰਦਾ ਹੈ ਜਾਂ ਸਰਕਾਰ ਤਾਂ ਉਹ ਕੁਛ ਮੰਗਦਾ ਵੀ ਹੈ। ਉਹ ਜਿਹੜਾ ਕੁਛ ਮੰਗਦੇ ਸੀ ਉਹਦੇ ਨਾਲ ਜਿਹੜਾ ਅਸੀਂ ਆਪਦੇ ਮਿਸ਼ਨ ਤੋਂ ਭਟਕ ਰਹੇ ਤੇ। ਮਦਦ ਲੈਣੀ ਕੋਈ ਮਾੜੀ ਗੱਲ ਨਹੀਂ ਹੁੰਦੀ, ਪਰ ਜਿਹੜੀ ਸ਼ਰਤਾਂ ਅਧੀਨ ਮਦਦ ਹੁੰਦੀ ਉਹ ਮਾੜੀ ਹੁੰਦੀ ਹੈ। ਹੋ ਸਕਦਾ ਵੀ ਇਸ ਚੀਜ਼ ਨੂੰ ਜੇ ਮਦਦ ਲੈ ਲੈਂਦੇ ਵੀ ਇਹ ਹੋਰ ਵੱਡੇ ਲੈਵਲ ਤੇ ਆਪਾਂ ਐਡਵਰਟਾਈਜ਼ ਕਰ ਸਕਦੇ ਸੀ। ਨਹੀਂ, ਉਹ ਫਿਰ ਜਿਹੜਾ ਮਕਸਦ ਸੀ ਸਾਡਾ ਐਡਵਰਟਾਈਜ਼ ਹੋ ਜਾਂਦੀ, ਪਰ ਜਿਹੜਾ ਸਾਡਾ ਮਕਸਦ ਸੀ ਉਹਨਾਂ ਦੇ, ਦੇਖੋ ਅੱਜ ਵੀ ਕਾਲਜਾਂ ਦੇ, ਯੂਨੀਵਰਸਿਟੀਆਂ ਦੇ ਇੱਕ ਸਿਲੇਬਸ ਨੇ, ਉਹ ਕਹਿੰਦੇ ਨੇ ਵੀ ਇਸੇ ਸਿਲੇਬਸ 'ਚ ਰਹਿ ਕੇ ਪੜ੍ਹਾਉਣਾ, ਤੁਸੀਂ ਇਹ ਜਿਹੜਾ ਦਾਇਰਾ ਕ੍ਰੋਸ ਨਹੀਂ ਕਰ ਸਕਦੇ। ਪਰ ਅਸਲੀਅਤ 'ਚ ਇਹ ਹੈ ਵੀ ਜੋ ਸਾਡੀਆਂ ਕਿਤਾਬਾਂ ਦੇ ਵਿੱਚ ਹੈ ਉਹ ਮੌਜੂਦਾ ਸਿਸਟਮ 'ਚ ਹੈ ਨਹੀਂ, ਜੋ ਮੌਜੂਦਾ ਸਿਸਟਮ 'ਚ ਹੈ ਉਹ ਕਿਤਾਬਾਂ 'ਚ ਹੈ ਨਹੀਂ, ਅਤੇ ਇੱਥੇ ਆ ਕਿਸੇ ਮਿਸਮੈਚ ਹੋ ਜਾਂਦੇ ਆ। ਸਾਡਾ ਇੱਕੋ ਹੀ ਮਕਸਦ, ਸਾਨੂੰ ਕਿਸੇ ਪੈਸੇ ਦੀ ਲੋੜ ਨਹੀਂ ਹੈ। ਅਸੀਂ ਤਾਂ ਕਹਿੰਦੇ ਵੀ ਅਸੀਂ ਪਰ ਬੱਚੇ ਨੂੰ ਉਹ ਸਿਖਾਉਣਾ ਜਿਹੜਾ ਮੌਜੂਦਾ ਸਿਸਟਮ ਦੇ ਵਿੱਚ ਹੈ। ਅਸੀਂ ਉਹ ਨਹੀਂ ਸਿਖਾਉਣਾ ਜਿਹੜਾ ਇਸ ਟਾਈਮ ਬਾਹਰ ਹੋ ਚੁੱਕਿਆ ਲਾਈਨ ਤੋਂ। ਸਾਡੇ ਕੋਲ ਹਰ ਕਿਸਮ ਦਾ ਸਮਾਨ ਪਿਆ, ਪੁਰਾਣਾ ਵੀ ਬਹੁਤ ਹੈ, ਪਰ ਪੁਰਾਣੇ ਦਾ ਮਕਸਦ ਹੁੰਦਾ ਵੀ ਸਾਡੀ ਹਿਸਟਰੀ ਕੀ ਸੀ ਜਾਂ ਇਹਦਾ ਵਰਕਿੰਗ ਦੇ ਪ੍ਰਿੰਸੀਪਲ ਕੀ ਸੀ, ਕਿਉਂ ਸਾਨੂੰ ਖੋਜਾਂ ਕਰਕੇ ਚੀਜ਼ ਵਧੀਆ ਤੋਂ ਵਧੀਆ, ਨਵੀਂ ਤੋਂ ਨਵੀਂ ਬਣਾਉਣੀ। ਕਹਿ ਸਕਦੇ ਵੀ ਇਹਦੀ ਸ਼ੁਰੂਆਤ ਕਿੱਥੋਂ ਹੋਈ? ਸ਼ੁਰੂਆਤ ਕਿੱਥੋਂ ਹੋਈ? ਨਹੀਂ, ਇਹਦੇ 'ਚ ਸੁਧਾਰ ਕਿੰਨੇ ਹੋਏ? ਹਾਂ, ਇਹ ਸੁਧਾਰਾਂ ਦਾ ਡਿਸਪਲੇ ਹੈ, ਰੈਵੋਲੂਸ਼ਨ ਕੀ ਹੈ। ਪਰ ਅੱਜ ਦੀ ਤਰੀਕ ਦੇ ਵਿੱਚ ਸਾਨੂੰ ਸਿਖਾਉਣਾ ਉਹੀ ਪਏਗਾ ਜੋ ਮੌਜੂਦਾ ਦੌਰ 'ਚ ਚੱਲ ਰਿਹਾ ਹੈ। ਇਸ ਕਰਕੇ ਕਿਉਂਕਿ ਉਹ ਸੰਸਥਾਵਾਂ ਚਾਹੁੰਦੀਆਂ ਸੀਗੀਆਂ, ਚਾਹੇ ਸੈਂਟਰ ਗੌਰਮੈਂਟ ਹੈ ਜਾਂ ਸਟੇਟ ਗੌਰਮੈਂਟ ਹੈ, ਵੀ ਤੁਸੀਂ ਸਾਡੇ ਸਿਲੇਬਸਾਂ ਦੇ ਮੁਤਾਬਕ ਕੰਮ ਕਰੋ। ਤੇ ਉਹਦੇ ਉੱਤੇ ਅਸੀਂ ਸਹਿਮਤ ਨਹੀਂ ਸੀ ਵੀ ਨਹੀਂ, ਅਸੀਂ ਨਹੀਂ ਕਰਨਾ, ਸਾਨੂੰ ਮਦਦ ਨਹੀਂ ਚਾਹੀਦੀ, ਕੋਈ ਗੱਲ ਨਹੀਂ, ਸਾਨੂੰ ਤਾਂ ਜਿਹੜਾ ਕੋਈ ਦੇ ਸਕਦਾ ਮੋਰਲ ਸਪੋਰਟ ਦੇ ਦਿਓ, ਸਾਨੂੰ ਪੈਸੇ ਦੀ ਕੋਈ ਸਪੋਰਟ ਦੀ ਲੋੜ ਨਹੀਂ ਹੈ। ਹਾਂ, ਆਪਾਂ ਹੁਣ ਦਰਸ਼ਕਾਂ ਨੂੰ ਅੰਦਰ ਵੀ ਲੈ ਕੇ ਚੱਲਦੇ ਹਾਂ, ਕਿਉਂਕਿ ਦਰਸ਼ਕੋ ਜਿਹੜੀ ਕੱਲੀ ਚੀਜ਼ ਮੈਂ ਅੱਜ ਦਿਖਾਊਂਗਾ ਨਾ ਤੁਹਾਨੂੰ, ਉਹ ਇਸ ਲੈਬ ਦੀ ਬੜੀ ਖਾਸ ਹੋਣ ਵਾਲੀ ਹੈ। ਕਿਉਂਕਿ ਜਿਹੜੀ ਵੀ ਚੀਜ਼ ਕੱਲੀ ਇੱਥੇ ਲੱਗੀ ਹੋਊਗੀ, ਤੇ ਤੁਸੀਂ ਇੱਥੋਂ ਫੋਟੋਜ਼ ਤੋਂ ਸ਼ੁਰੂ ਕਰ ਲਓ, ਚਾਹੇ ਇਹ ਜਿੰਨੀ ਵੀ ਫੋਟੋਜ਼ ਨੇ ਸਾਰੀਆਂ ਇੱਥੇ ਦੇ ਸਟੂਡੈਂਟਸ ਦੀਆਂ, ਪਲੱਸ ਭਾਜੀ ਖੁਦ ਵੀ ਜਿਹੜੇ ਨੇ, ਜੈ ਸਿੰਘ ਜੀ ਖੁਦ ਲੱਗੇ ਹੋਏ ਨੇ। ਹਰ ਇੱਕ ਫੋਟੋ ਜਿਹੜੀ ਹੈ ਇੱਥੇ ਦੇ ਸਟੂਡੈਂਟ ਦੀ, ਸਟਾਫ ਦੀ ਨਾਲ ਲੱਗ ਕੇ ਕਰਾਉਂਦੇ ਨੇ। ਅੱਛਾ, ਇੱਕ ਚੀਜ਼ ਬੜੀ ਸੁਣੀ ਆ ਭਾਜੀ, ਉਹ ਇਹ ਕਿ ਤੁਹਾਡਾ ਸਟ੍ਰਿਕਟ ਨੇਚਰ, ਡਿਸਿਪਲਿਨ ਜਿਹੜਾ ਆ, ਕਹਿੰਦੇ 100 ਨਹੀਂ ਮੈਂ 110% ਕਹਿ ਸਕਦਾ ਵੀ ਇੱਥੇ ਚਾਹੀਦਾ ਆ। ਬਸ ਇਹਨੂੰ ਤੁਸੀਂ ਜ਼ੀਰੋ ਟੋਲਰੈਂਸ ਮੰਨ ਸਕਦੇ ਹੋ। ਡਿਸਪਲਿਨ ਦੇ ਵਿੱਚ ਕੋਈ ਮਾਰਜਨ ਨਹੀਂ ਕਿਸੇ ਦਾ, ਕਿਉਂਕਿ ਡਿਸਪਲਿਨ ਹੀ ਨਾ ਰਿਹਾ ਤੇ ਪਿੱਛੇ ਰਹਿਣਾ ਹੀ ਕੁਛ ਨਹੀਂ ਹੈ। ਡਿਸਪਲਿਨ ਨਹੀਂ ਚੱਲੇਗਾ ਤਾਂ ਬੱਚੇ ਆਪਾਂ ਧਾਪੀ ਕਰ ਦੇਣਗੇ, ਕੋਈ ਕੁਛ ਕਰੂ ਤੇ ਫਿਰ ਅਸੀਂ ਆਪਦੇ ਮਕਸਦ ਤੋਂ ਭਟਕ ਜਾਵਾਂਗੇ। ਕਿਉਂਕਿ ਸਾਡੇ ਕੋਲੇ ਇੱਕ ਜਿਹੜੇ ਫੀਸ ਦੇ ਰੂਪ 'ਚ ਡਿਸਪਲਿਨ ਤਾਂ ਹੈ ਜਿਹੜਾ ਅਸੀਂ ਮੰਗਦੇ ਹਾਂ। ਅੱਛਾ, ਕੋਈ ਹੋਰ ਕੋਈ ਫੀਸ ਨਹੀਂ? ਮੰਨ ਲਓ ਕੋਈ ਬੱਚਾ ਆਉਂਦਾ ਤੁਹਾਡੇ ਕੋਲੇ, ਉਹ ਕੋਈ ਫੀਸ ਨਹੀਂ ਲਈ ਜਾਂਦੀ? ਨਹੀਂ, ਕੋਈ ਫੀਸ ਨਹੀਂ। ਕਾਰਨ ਇਹ ਹੈ ਜੀ, ਫੀਸਾਂ ਲੈਣ ਨੂੰ ਸਾਡੇ ਕਾਲਜ ਬਥੇਰੇ ਨੇ, ਜਿਹਨੇ ਲਟਾਉਣਾ ਲਟਾ ਲੇ। ਅਸੀਂ ਕੋਈ ਡਿਗਰੀ ਨਹੀਂ ਦੇ ਸਕਦੇ, ਪਰ ਅਗਲੇ ਨੇ ਜਿਹਨੇ ਡਿਗਰੀ ਲੈਣੀ ਹੈ ਉੱਥੋਂ ਲੈ ਲੇ। ਸਾਡਾ ਕੰਮ ਹੈ ਹੱਥਾਂ ਦਾ ਹੁਨਰਮੰਦ ਕਰਨਾ, ਅਤੇ ਜੇ ਹੁਨਰਮੰਦ ਕਰਨਾ, ਅਸੀਂ ਉਹਦਾ ਆਰਟ ਦੇਣਾ, ਤਾਂ ਜਿਵੇਂ ਆਪਾਂ ਕੋਈ ਪਾਈਆ ਦੁੱਧ ਪਵਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਭਾਂਡੇ ਨੂੰ ਮਾਂਜਣ ਬੈਠ ਜਾਂਦੇ ਹਾਂ, ਅਸੀਂ ਸਟੂਡੈਂਟਾਂ ਨੂੰ ਪਹਿਲਾਂ ਬਿਲਕੁਲ ਮਾਂਜੀਦਾ, ਮਾਂਜ ਮਜਈਆ ਕਰਕੇ ਵੀ ਸਾਡਾ ਦਿੱਤਾ ਹੋਇਆ ਆਰਟ ਕਿਸੇ ਗਲਤ ਹੱਥਾਂ 'ਚ ਨਾ ਚਲਾ ਜਾਵੇ। ਇੱਕ ਚੀਜ਼ ਬੜੀ ਸੁਣੀ ਹੈ, ਕਿਉਂਕਿ ਹਰ ਇੱਕ ਕਾਲਜ, ਯੂਨੀਵਰਸਿਟੀ ਜਿਹੜੀ ਅੱਜ ਕੱਲ੍ਹ ਤੁਸੀਂ ਪੰਜਾਬ ਦੇ ਵਿੱਚ ਦੇਖੋਗੇ, ਜਾਂ ਆਊਟ ਆਫ ਅਦਰ ਸਟੇਟਸ ਦੀ ਮੈਂ ਗੱਲ ਕਰਾਂ ਤਾਂ ਕਰੀਮ ਭਾਲਦੀ ਹੈ। ਕਰੀਮ ਯਾਨੀ ਕਿ ਜਿਹੜੇ ਗਿਣਵੇਂ ਚੁਣਵੇਂ ਉੱਪਰਲੇ ਸਟੂਡੈਂਟਸ ਹੁੰਦੇ ਨੇ ਉਹ ਚੱਕਦੇ ਨੇ। ਪਰ ਜੈ ਸਿੰਘ ਦੀ, ਤੇ ਮੈਂ ਕਹਿ ਸਕਦਾ ਵੀ ਇਸ ਲੈਬ ਦੀ ਉਹ ਖਾਸੀਅਤ ਹੈ ਕਿ ਉਹ ਸਟੂਡੈਂਟਸ ਭਾਲਦਾ ਹੀ ਉਹ ਹੈ ਵੀ ਜਿਹੜੇ ਸਾਰਿਆਂ ਵੱਲੋਂ ਇਗਨੋਰ ਕੀਤੇ ਗਏ ਹੁੰਦੇ ਨੇ।
ਦੇਖੋ ਜੀ, ਕਾਰਨ ਇਹ ਹੈ ਵੀ ਕੁਦਰਤ ਨੇ ਹਰ ਇੱਕ ਜੀਅ ਨੂੰ ਕੁਛ ਨਾ ਕੁਛ ਦੇ ਕੇ ਭੇਜਿਆ ਹੈ। ਕਿਤੇ ਨਾ ਕਿਤੇ ਹੁਨਰ ਉਹਨੂੰ ਦਿੱਤਾ ਹੋਇਆ ਹੈ, ਲੋੜ ਹੁੰਦੀ ਹੈ ਉਹਨੂੰ ਸਾਹਮਣੇ ਲੈ ਕੇ ਆਉਣ ਦੀ, ਤਰਾਸ਼ਣ ਦੀ। ਤੇ ਜਿਹੜੇ ਅਣਘੜ ਜੇ ਪੱਥਰ ਨੇ ਬੇਸਰ ਪੈਰੇ, ਉਹਨਾਂ ਨੂੰ ਤਰਾਸ਼ਣਾ ਕੋਈ ਪਸੰਦ ਨਹੀਂ ਕਰਦਾ। ਅਸੀਂ ਕਹਿੰਦੇ ਆ ਵੀ ਜਿਹੜੇ ਇਹ ਅੰਤਰਾਸ਼ੇ ਪੱਥਰ ਨੇ, ਜਿਹੜੇ ਇਗਨੋਰ ਕੀਤੇ ਗਏ ਨੇ, ਇਹਨਾਂ 'ਚ ਬਹੁਤ એનર્ਜੀ ਹੈ, ਬੇਥਾ એનર્ਜੀ ਹੈ। ਤੁਸੀਂ ਇਹਨਾਂ ਨੂੰ ਥੋੜ੍ਹੀ ਜਿਹੀ ਮਿਹਨਤ ਕਰੋ ਸਹੀ, ਉਹ ਤਾਂ ਇੰਨਾ ਰੰਗ ਦੇਣਗੇ ਜਿਹੜਾ ਅਸੀਂ ਸੋਚ ਵੀ ਨਹੀਂ ਸਕਦੇ। ਪਰ ਉਹ ਤਾਂ ਹੈ, ਕਾਲਜ ਜਾਂ ਸਾਡੀਆਂ ਯੂਨੀਵਰਸਿਟੀਆਂ ਇਸੇ ਕਰਕੇ ਪੰਗਾ ਨਹੀਂ ਲੈਂਦੀਆਂ ਕਿਉਂਕਿ ਉੱਥੇ ਪੈਸਾ ਮੁੱਖ ਹੈ, ਉਹਨਾਂ ਦੇ ਸਿਲੇਬਸ ਮੁੱਖ ਨੇ। ਉਹ ਕਹਿੰਦੇ ਨੇ ਵੀ ਜੇ ਬੱਚੇ ਨੇ ਸਾਡਾ ਸਿਲੇਬਸ ਪੂਰਾ ਨਾ ਕੀਤਾ, ਫੇਲ ਹੋ ਗਿਆ, ਸਾਡਾ ਰਿਕਾਰਡ ਖਰਾਬ ਹੋ ਜੂ, ਸਾਨੂੰ ਪਿੱਛੋਂ ਗਰੰਟਾਂ ਨਹੀਂ ਮਿਲਣੀਆਂ। ਸਾਡਾ ਮਕਸਦ ਨਹੀਂ ਹੈ। ਇੱਕ ਜ਼ੋਰ ਵੀ ਕਿਤਾਬਾਂ ਤੇ ਬੜਾ ਦਿੰਦੇ ਨੇ, ਤੇ ਇਸ ਲੈਬ ਦੇ ਵਿੱਚ ਮੈਂ ਸੁਣਿਆ ਕਿਤਾਬ ਤਾਂ ਵਰਤੀ ਹੋਣੀ ਜਾਂਦੀ ਨਾ, ਇੱਥੇ ਕੋਈ ਕਿਤਾਬ ਨਹੀਂ ਵਰਤੀ ਜਾਂਦੀ। ਜਿਹੜੀਆਂ ਕਿਤਾਬਾਂ ਹੁੰਦੀਆਂ ਨੇ, ਮੈਂ ਬੜਾ ਸਪਸ਼ਟ ਕਹਿੰਦਾ ਵੀ ਕਿਤਾਬਾਂ ਪੜ੍ਹਿਆ ਹੋਇਆਂ ਵਾਸਤੇ ਹੁੰਦੀਆਂ ਨੇ, ਬੱਚਿਆਂ ਵਾਸਤੇ ਨਹੀਂ ਹੁੰਦੀਆਂ। ਪ੍ਰੈਕਟੀਕਲ ਨੌਲੇਜ ਜ਼ਰੂਰੀ ਹੈ। ਕਿਤਾਬ ਮੇਰੇ ਲਈ ਜ਼ਰੂਰੀ ਹੈ। ਮੇਰੇ ਲਈ ਕਿਉਂ ਜ਼ਰੂਰੀ ਹੈ? ਬੱਚਾ ਮੈਨੂੰ ਕਿਸੇ ਵੀ ਲੈਵਲ ਤੇ ਸਵਾਲ ਪੁੱਛ ਰਿਹਾ, ਮੇਰਾ ਕੰਮ ਹੈ ਮੈਂ ਕਿਤਾਬ ਦੇ ਵਿੱਚੋਂ ਉਹਨੂੰ ਲੱਭ ਕੇ ਉਹਦਾ ਸਹੀ ਆਨਸਰ ਦੇਵਾਂ। ਬਿਲਕੁਲ। ਉਹਨੂੰ ਪੜ੍ਹਾਉਣਾ ਨਹੀਂ ਹੈ ਵੀ ਤੂੰ ਇਹਨੂੰ ਪੜ੍ਹ। ਜੇ ਉਹਨੇ ਪੜ੍ਹਨਾ ਹੁੰਦਾ ਘਰੇ ਬੈਠ ਕੇ ਪੜ੍ਹ ਲੈਂਦਾ। ਉਹਨੂੰ ਸਿਖਾਉਣਾ ਹੈ, ਉਹਨੂੰ ਸਿਖਾਉਣਾ ਹੈ। ਦੂਜੀ ਗੱਲ, ਕਿਤਾਬਾਂ ਸਾਨੂੰ ਰਾਹ ਦੱਸਦੀਆਂ ਨੇ ਵੀ ਪਹਿਲਾਂ ਬੱਚੇ ਨੂੰ ਕਾਹ ਪੜ੍ਹਾਉਣਾ, ਇਹਦਾ ਇੱਕ ਪ੍ਰੋਪਰ ਰਸਤਾ ਦੱਸ ਦਿੰਦੀਆਂ ਨੇ। ਮੈਂ ਅੱਜ ਵੀ ਕਹਿਣਾ ਵੀ ਬੇਹੂਦਾ ਲੋਕ ਨੇ ਕਹਿੰਦੇ ਨੇ ਵੀ ਕਿਤਾਬਾਂ ਤੋਂ ਬੱਚੇ ਪੜ੍ਹਦੇ ਹੁੰਦੇ ਨੇ। ਬੱਚੇ ਕਿਤਾਬਾਂ ਨਾਲ ਨਹੀਂ ਪੜ੍ਹਿਆ ਕਰਦੇ, ਕਿਤਾਬਾਂ ਨਾਲ ਟੀਚਰ ਪੜ੍ਹਿਆ ਕਰਦੇ ਨੇ। ਟੀਚਰਾਂ ਨੂੰ ਗਾਈਡੈਂਸ ਵਾਸਤੇ ਚੀਜ਼ ਚਾਹੀਦੀ ਹੁੰਦੀ ਹੈ, ਉਹਨਾਂ ਨੂੰ ਰੈਫਰੈਂਸ ਦੇਖਣ ਵਾਸਤੇ ਚਾਹੀਦੀ ਹੁੰਦੀ ਹੈ। ਇੰਨਾ ਕੁਛ ਯਾਦ ਨਹੀਂ ਰੱਖਿਆ ਜਾ ਸਕਦਾ। ਪਰ ਬੱਚੇ ਨੂੰ ਜੇ ਤੁਸੀਂ ਕਿਤਾਬ ਦਾ ਵਜਨ ਪਾਤਾ, ਉਹ ਵਜਨ ਉਹੀ ਦੱਬ ਕੇ ਲੈ ਜੂ। ਦੂਜੀ ਗੱਲ, ਸਾਇੰਸ ਮੈਥ ਇਹ ਤਾਂ ਗੇਮ ਹੈ, ਪ੍ਰੈਕਟੀਕਲ ਦੀ ਹੈ। ਬਿਲਕੁਲ। ਜੇ ਤੁਸੀਂ ਇਹਨੂੰ ਪ੍ਰੈਕਟੀਕਲ 'ਚ ਨਹੀਂ ਰੱਖੋਗੇ, ਉਨੀ ਦੇਰ ਥਿਊਰੀ ਸਮਝ ਨਹੀਂ ਆਏਗੀ। ਕਿਤਾਬੀ ਕੀੜਾ ਬਣ ਕੇ ਤਾਂ ਫਾਇਦਾ ਨਹੀਂ। ਹਾਂ, ਕਿਉਂਕਿ ਸਾਇੰਸ ਦੀ ਜਿਹੜੀ ਪੜ੍ਹਾਈ ਹੈ ਉਹ ਦੋ ਤਰੀਕਿਆਂ ਨਾਲ ਹੁੰਦੀ ਹੈ ਜੀ। ਪਹਿਲੀ ਗੱਲ, ਬੱਚੇ ਨੂੰ ਪ੍ਰੈਕਟੀਕਲ ਦਿਖਾਉਣਾ ਪਊ। ਬੱਚੇ ਨੂੰ ਪ੍ਰੈਕਟੀਕਲ ਦੇਖਦਾ ਤਾਂ ਉਹਦੇ ਦਿਮਾਗ ਦੇ ਵਿੱਚ ਬਹੁਤ ਕੁਝ ਸਵਾਲ ਖੜੇ ਹੋ ਜਾਂਦੇ ਨੇ ਵੀ ਕਿਵੇਂ ਹੋਇਆ, ਕਿਉਂ ਹੋਇਆ, ਜੋ ਸਾਡਾ ਮਕਸਦ ਸੀ। ਜਦੋਂ ਕਿਉਂ ਕਿਵੇਂ ਹੋਇਆ ਤਾਂ ਅਸੀਂ ਉਹਨੂੰ ਪੜ੍ਹਾਉਂਦੇ ਹਾਂ, ਫਿਰ ਉਹਦੇ ਸਮਝ ਆ ਜਾਂਦਾ ਹੈ ਵੀ ਐਂ ਹੋਇਆ। ਤੇ ਤੀਸਰੀ ਵਾਰ ਜਦੋਂ ਫਿਰ ਪ੍ਰੈਕਟੀਕਲ ਕੀਤਾ ਜਾਂਦਾ ਹੈ, ਫਿਰ ਉਹਨੂੰ ਸਾਰਾ ਕੁਝ ਕਲੀਅਰ ਹੋ ਜਾਂਦਾ ਵੀ ਯੈਸ ਇਟ ਇਜ਼। ਇਹਦਾ ਤਰੀਕਾ ਹੈ। ਆ ਜਿਹੜਾ ਹੁਣ ਆਪਾਂ ਪਿੱਛੇ ਦਰਸ਼ਕ ਤੁਸੀਂ ਦੇਖ ਰਹੇ ਹੋ, ਵੱਡਾ ਕੈਮਰਾ, ਇਹ ਜਿਹੜਾ ਆਪਾਂ ਟੈਲੀਪੋਰਟਰ ਕਹਿ ਸਕਦੇ, ਕੁਝ ਕਹਿ ਸਕਦੇ, ਪ੍ਰੋਜੈਕਟਰ ਹੈ ਜੀ। ਪ੍ਰੋਜੈਕਟਰ ਕਹਿ ਸਕਦੇ ਆਪਾਂ, ਇਹ 50 mm ਦਾ ਪ੍ਰੋਜੈਕਟਰ ਹੈ ਜੀ। ਇਹ ਮੋਤੀ ਸਿਨੇਮਾ ਸੰਗਰੂਰ ਦਾ ਪ੍ਰੋਜੈਕਟਰ ਹੈ। ਸੰਗਰੂਰ ਦਾ? ਹਾਂ। ਸਾਡੇ ਕਿੰਨੇ ਸਾਲ ਪੁਰਾਣਾ ਭਾਜੀ ਇਹ ਜੀ 1950 ਚ ਸੈਕਿੰਡ ਹੈਂਡ ਆਇਆ ਸੀ ਇੱਥੇ ਮੋਤੀ ਸਿਨੇਮੇ 'ਚ। 1950 ਚ ਵੀ ਸੈਕਿੰਡ ਹੈਂਡ ਆਇਆ? ਸੈਕਿੰਡ ਹੈਂਡ ਆਇਆ ਸੀ, ਤੇ 2013 ਤੱਕ ਇਹ ਮਸ਼ੀਨਾਂ ਚੱਲੀਆਂ ਨੇ। ਅਰੇ ਕੀ ਬਾਤ। ਹਾਂ, ਉਸ ਤੋਂ ਬਾਅਦ 2015 ਚ ਜਿਹੜਾ ਉਹ ਸਿਨੇਮਾ ਤੇ ਉਹਨਾਂ ਨੇ ਡਿਸਮੈਂਟਲ ਕਰਤਾ। ਹਾਂ, ਤੇ ਉੱਥੋਂ ਅਸੀਂ ਡੈਡ ਹਾਲ ਤੇ ਅਸਲ ਦੇ ਵਿੱਚ ਇਹਨੂੰ ਲਿਆਉਣ ਦਾ ਕੋਈ ਪ੍ਰਦਰਸ਼ਨ ਨਹੀਂ ਲਾਉਣਾ ਨਹੀਂ ਹੈ। ਇਹਦੇ ਵਿੱਚ ਬਹੁਤ ਵੱਡਾ ਮਕਸਦ ਹੈ। ਇਹਦੇ ਹੁਣ ਅਗਰ ਮੈਂ ਕਿਸੇ ਬੱਚੇ ਨੂੰ ਵੀ ਪੁੱਛ ਲਾਂ ਵੀ ਤੁਸੀਂ ਸਾਰੇ ਜਣੇ ਸਕਰੀਨ ਤੇ ਆਪਾਂ ਪਲੇ ਕਰਦੇ ਹਾਂ, ਚਾਹੇ ਮੋਬਾਈਲ ਹੈ, ਚਾਹੇ ਕੋਈ ਆਈਪੈਡ ਹੈ, ਜਾਂ ਸਾਡੇ ਟੀਵੀ ਨੇ ਜੀ, ਤਾਂ ਜੇ ਬੱਚੇ ਨੂੰ ਪੁੱਛ ਲੈ ਵੀ ਵੀਡੀਓ ਕਿਵੇਂ ਬਣ ਜਾਂਦੀ ਹੈ, ਉਹ ਜਵਾਬ ਨਹੀਂ ਦੇ ਸਕਦਾ। ਇਹ ਮਸ਼ੀਨ ਜਸਟ ਮੇਰਾ ਇੱਕ ਦਾਅਵਾ ਹੈ ਵੀ ਮੇਰੇ ਨਾਲ ਕੋਈ ਬੱਚਾ ਇੱਥੇ ਖੜ੍ਹ ਜੇ, ਅੱਧੇ ਘੰਟੇ ਬਾਅਦ ਉਹ ਦੁਨੀਆ ਨੂੰ ਸਮਝਾ ਦੂ ਵੀ ਫੋਟੋ ਐਂ ਬਣ, ਫੋਟੋ ਤੋਂ ਜਿਹੜੀ ਵੀਡੀਓ ਇਸ ਤਰ੍ਹਾਂ ਬਣ ਜਾਂਦੀ ਹੈ। ਅਰੇ ਕੀ ਬਾਤ। ਹਾਂ, ਕਿਉਂਕਿ ਇਹ ਮੈਨੂਅਲ ਮਸ਼ੀਨਾਂ ਨੇ। ਹਾਂ, ਮੈਨੂਅਲ ਮਸ਼ੀਨਾਂ ਉਹ ਮਸ਼ੀਨਾਂ ਨੇ, ਜਿਵੇਂ ਆਪਾਂ ਕਿਸੇ ਛੋਟੇ ਬੱਚੇ ਨੂੰ ਸਿੱਧੀ 10ਵੀਂ ਦੀ ਕਿਤਾਬ ਨਹੀਂ ਫੜਾ ਸਕਦੇ, ਪੌੜੀ ਹੈ, ਉਹਨੂੰ ਪਹਿਲਾਂ ਊੜੇ ਆੜੇ ਦੀ ਕਿਤਾਬ ਦਿੰਦੇ ਆ। ਇਹ ਊੜਾ ਆੜਾ ਸਾਡੀ ਲਾਈਨ ਦਾ। ਬੱਚਾ ਜਦੋਂ ਇਹ ਤੋਂ ਚੱਲ ਪਾਉਂਦਾ, ਫਿਰ ਉਹ ਨਵੀਂ ਟੈਕਨੋਲੋਜੀ ਨੂੰ ਫਟਾਫਟ ਸਮਝਦਾ ਤੁਰਿਆ ਜਾਂਦਾ ਵੀ ਠੀਕ ਹੈ, ਇਹਦੇ ਵਿੱਚ ਆਹ ਚੇਂਜ ਹੋਇਆ, ਆਹ ਚੇਂਜ ਹੋਇਆ, ਆਹ ਚੇਂਜ ਹੋਇਆ। ਅੱਛਾ, ਇਹ ਜਿਵੇਂ ਤੁਸੀਂ ਦੱਸ ਰਹੇ ਸੀਗੇ ਵੀ ਇਹ ਤੁਹਾਡੇ ਕੋਲੇ ਖਰਾਬ ਆਇਆ ਸੀ, ਫਿਰ ਤੁਸੀਂ ਆਪ ਇਸ ਚੀਜ਼ ਦੀ ਕਾਰੀਗਰੀ ਕੀਤੀ? ਕਾਰੀਗਰੀ ਹੈ ਜੀ, ਮੈਂ ਮਕੈਨਿਕ ਰਿਹਾ ਸਾਰੀ ਉਮਰ, ਤਾਂ ਉਮਰ ਮਕੈਨਿਕੀ ਕੀਤੀ ਹੈ। ਸਾਰੀਆਂ ਜਿਹੜੀਆਂ ਇੱਥੇ ਚੀਜ਼ਾਂ ਨੇ ਮੇਰੇ ਕੋਲੇ ਮਤਲਬ ਡੈਡ ਹਾਲਤ 'ਚ ਹੀ ਆਈਆਂ। ਹਾਂ, ਪਰ ਇਹ ਜਿਹੜੀ ਲੈਬ ਹੈ, ਲੈਬ ਤੇ ਮਿਊਜ਼ੀਅਮ ਦਾ ਫਰਕ ਹੁੰਦਾ। ਮਿਊਜ਼ੀਅਮ ਦੇ ਵਿੱਚ ਚੀਜ਼ਾਂ ਬੰਦ ਹਾਲਤ 'ਚ ਹੁੰਦੀਆਂ ਨੇ। ਇੱਕ ਹਾਂ, ਇੱਥੇ ਸਾਰੀਆਂ ਵਰਕਿੰਗ 'ਚ ਨੇ, ਕਿਉਂਕਿ ਅਸੀਂ ਬੱਚਿਆਂ ਨੂੰ ਟੈਕਨੋਲੋਜੀ ਦਾ ਜੋ ਸਾਡੀ ਹਿਸਟਰੀ ਹੈ ਉਹ ਦੱਸਣੀ ਹੈ ਵੀ ਇਸ ਤਰ੍ਹਾਂ, ਕਿਉਂਕਿ ਮੈਨੂਅਲ ਮਸ਼ੀਨ 'ਤੇ ਸਿੱਖਣਾ ਬੜਾ ਆਸਾਨ ਹੁੰਦਾ ਹੈ, ਬਹੁਤ ਹੀ ਆਸਾਨ ਹੈ। ਤੇ ਜਿਉਂ-ਜਿਉਂ ਉਹਦੇ ਵਿੱਚ ਕੰਪਲੀਕੇਸੀ ਹੁੰਦੀ ਹੈ, ਹੁਣ ਅੱਜ ਮੋਬਾਈਲ ਹੈ, ਮੋਬਾਈਲ ਖੋਲ੍ਹਣਾ ਵੀ ਇੰਨਾ ਟਿਪੀਕਲ ਹੈ, ਨਹੀਂ ਖੁੱਲ੍ਹਦਾ। ਬਿਲਕੁਲ। ਪਰ ਜੇ ਇਹੀ ਮਸ਼ੀਨ ਕੋਈ ਪੁਰਾਣਾ ਫੋਨ ਤੀ ਮੇਰੇ ਕੋਲੇ ਦੂਸਰੇ ਆਫਿਸ 'ਚ ਪਿਆ, ਉਹਦੇ ਵਿੱਚ ਕੋਈ ਇਲੈਕਟ੍ਰੋਨਿਕ ਦਾ ਪਾਰਟ ਇਹ ਨਹੀਂ, ਉਹ ਤਾਂ ਵੀ ਚੱਲਦਾ। ਜਿਹੜੇ ਨੂੰ ਆਪਾਂ ਹੱਥ ਨਾਲ ਘੁਮਾਉਂਦੇ ਹੁੰਦੇ ਸੀਗੇ, ਉਹ ਪਿਆ ਸਾਡੇ ਚਾਲੂ ਨੇ ਸਾਡੇ ਉਹ ਸਾਰੇ। ਕੀ ਬਾਤ। ਇਹ ਮਸ਼ੀਨਾਂ ਪੁਰਾਣੀਆਂ ਇਸ ਕਰਕੇ ਲਿਆਂਦੇ ਗਏ, ਇਹ ਦੱਸਿਆ ਜਾਵੇ ਵੀ ਅਸਲ ਦੇ ਵਿੱਚ ਪ੍ਰਿੰਸੀਪਲ ਇੰਨਾ ਕੀ ਹੈ। ਜਿਵੇਂ ਅਸੀਂ ਘਰਾਂ ਦੇ ਵਿੱਚ ਟੀਵੀ ਮੁੱਲ ਲੈਂਦੇ ਹਾਂ, ਬਿਲਕੁਲ, ਟੀਵੀ ਦੇ ਵਿੱਚ ਤੁਹਾਨੂੰ ਜਿਹੜਾ ਸਾਡਾ ਡੀਲਰ ਹੈ ਉਹ 50 ਤੋਂ 60 ਫੀਚਰ ਦੱਸਦਾ ਵੀ ਆਪੇ ਚੱਲੂ, ਆਪੇ ਬੰਦ ਹੋ ਜੇ, ਉਹ ਬਹੁਤ ਕੁਛ ਦੱਸਦਾ। ਪਰ ਅਸੀਂ ਉਹ ਚਲਾ ਕਿੰਨਾ ਪਾਉਂਦੇ ਹਾਂ, ਜਾਂ ਅਸੀਂ ਵਾਲੀਅਮ ਵਧਾਉਂਦੇ ਹਾਂ, ਜਾਂ ਚੈਨਲ ਬਦਲਦੇ ਹਾਂ, ਜਾਂ ਔਨ 'ਤੇ ਆਓ।
ਬਿਲਕੁਲ ਇੰਨਾ ਕੀ ਯੂਜ਼ ਰੱਖ ਇੰਨਾ ਕਿ ਯੂਜ਼ ਕਰਦੇ ਆ। ਹਾਂ ਤੇ ਟੈਲੀਫੋਨ ਵਾਸਤੇ ਜਦ ਇਹਦਾ ਨਹੀਂ, ਟੈਲੀਫੋਨ ਦੇ ਵਿੱਚ ਅਸਲ ਦੇ ਵਿੱਚ ਤਾਂ ਸਿਰਫ ਇੱਕ ਪਲਸਾਂ ਹੀ ਮਾਰਨੀ ਤੇ 9 ਪਲਸ ਦੀ ਗੇਮ ਤੀ ਇਹ। ਹਾਂ, ਉਹਨੂੰ ਖੂਬਸੂਰਤ ਬਣਾਉਣਾ ਹੈ, ਲਾਈਟ ਵੇਟ ਕਰਨਾ ਹੈ, ਫਾਸਟ ਕਰਨਾ ਹੈ, ਹੋਰ ਫੰਕਸ਼ਨ ਐਡ ਕਰਨੇ ਨੇ, ਪਰ ਫੋਨ ਦੀ ਜਿਹੜੀ ਬੇਸਿਕ ਜ਼ਰੂਰਤ ਸੀ ਉਹ 10 ਪਲਸਾਂ ਤੱਕ ਹੀ ਸੀਮਿਤ ਸੀ। ਬਿਲਕੁਲ ਇਹ ਮਸ਼ੀਨਾਂ ਹੀ ਦੱਸਦੀਆਂ ਨੇ ਵੀ ਬੇਸਿਕ ਇੰਨੀ ਲੋੜ ਤੀ। ਉਸ ਤੋਂ ਬਾਅਦ ਅਸੀਂ ਇਹਨੂੰ ਰਿਫਾਈਂਡ ਕਰਕੇ ਸਾਡਾ ਫੋਨ ਸੀਗਾ ਪਹਿਲਾਂ ਸਿੰਪਲ ਫੋਨ ਸੀ, 1998 ਚ ਸਾਡੇ ਮੋਬਾਈਲ ਫੋਨ ਆਏ ਨੇ, ਉਹ ਵੀ ਇਕੱਲੇ ਔਨ ਆਫ ਸੀਗੇ। ਬਿਲਕੁਲ ਤੇ ਫਿਰ ਛੋਟੀ ਸਕਰੀਨ ਆ ਗਈ, ਵੱਡੀ ਆ ਗਈ, ਹੁਣ ਅੱਜ ਸਾਰਾ ਕੁਝ ਮੋਬਾਈਲ ਦੇ ਵਿੱਚ ਵੜ ਗਿਆ, ਪਰ ਮੋਬਾਈਲ ਦਾ ਫੰਕਸ਼ਨ ਉਹੀ ਹੈ ਜਿਹੜਾ 1998 ਸੀ। ਹਾਂ, ਬਸ ਮੋਡੀਫਿਕੇਸ਼ਨਸ ਹੋਈਆਂ, ਮੋਡੀਫਿਕੇਸ਼ਨ ਸੁਧਾਰ ਹੋ ਗਿਆ, ਬਹੁਤ ਸਾਰੀਆਂ ਚੀਜ਼ਾਂ ਕੰਪੈਕਟ ਹੋ ਗਈਆਂ, ਇਹੀ ਹੈ। ਪਰ ਬੇਸਿਕ ਐਥਿਕਸ ਆਪਾਂ ਕਹਿ ਸਕਦੇ ਉਹੀ ਐਥਿਕਸ ਉਹੀ ਹੈ। ਬਿਲਕੁਲ। ਇੱਥੇ ਜਿਵੇਂ ਹੁਣ ਮੈਂ ਦੇਖ ਰਿਹਾ ਵੀ ਗ੍ਰਾਮੋਫੋਨਸ ਵੀ ਪਏ ਨੇ, ਉਧਰਲੀ ਸਾਈਡ ਰੇਡੀਓਗ੍ਰਾਮ ਵੀ ਪਿਆ ਆ, ਇਹ ਸਾਰਾ ਵਰਕਿੰਗ ਦੇ ਵਿੱਚ ਹੈ। ਇਹ ਸਾਰੇ ਚਾਲੂ ਹਾਲਤ 'ਚ ਨੇ ਜੀ। ਜਿਵੇਂ ਆ ਤੁਸੀਂ ਦੱਸਿਆ ਸੀਗਾ, ਇੱਕ ਆਪਾਂ ਦਰਸ਼ਕਾਂ ਨੂੰ ਚਲਾ ਕੇ ਵੀ ਦਿਖਾ ਦਈਏ ਨਾਲ ਥੋੜਾ ਜਿਹਾ, ਕਿਉਂਕਿ ਦਰਸ਼ਕੋ ਕੱਲੀ ਚੀਜ਼ ਕਹਿੰਦੇ ਵੀ ਕਿਤਾਬੀ ਕੀੜਾ ਨਹੀਂ ਬਣਨਾ ਚਾਹੀਦਾ। ਕਿਤਾਬੀ ਕੀੜੇ ਬਣਨ ਨਾਲੋਂ ਚੰਗੀ ਹੈ ਵੀ ਪ੍ਰੈਕਟੀਕਲ ਨੌਲੇਜ ਜੇ ਬੰਦੇ ਨੂੰ ਆ ਨਾ, ਉਹ ਚੰਗਾ ਕਾਰੀਗਰ ਬਣ ਜਾਂਦਾ ਹੈ। ਹੁਣ ਅਸੀਂ ਜਦੋਂ ਵੀ ਬੱਚਿਆਂ ਨੂੰ ਸਵਾਲ ਕਰਦੇ ਹਾਂ ਵੀ ਕੀ ਪਾਵਰ ਲਾਏ ਤੋਂ ਬਿਨਾਂ ਵੀ ਕਰਨਾ ਵਜਾਇਆ ਜਾ ਸਕਦਾ, ਕਹਿੰਦੇ ਮਹੱਤ ਹੋ ਹੀ ਨਹੀਂ ਸਕਦਾ ਜੀ, ਕਿਵੇਂ ਚੱਲ ਸਕਦਾ ਬਿਨਾਂ ਸਪਲਾਈ ਤੋਂ ਗਾਣਾ ਨਹੀਂ ਚੱਲਦਾ, ਸਪੀਕਰ ਵੀ ਚਲਾਉਣਾ। ਪਰ ਅਸੀਂ ਇੱਥੇ ਦੱਸਦੇ ਹਾਂ ਵੀ ਨਹੀਂ, ਇਹ ਟੈਕਨੋਲੋਜੀ ਬਹੁਤ ਪੁਰਾਣੀ ਹੈ, ਪਰੰਤੂ ਦੇਖੋ ਅੱਜ ਕੱਲ੍ਹ ਹੁਣ ਅਸੀਂ ਮੋਬਾਈਲ ਨੂੰ ਚਾਬੀ ਤਾਂ ਨਹੀਂ ਦਿੰਦੇ, ਸੂਈਆਂ ਤਾਂ ਨਹੀਂ ਬਦਲਦੇ, ਐਡੇ ਭਾਰੀ ਰਿਕਾਰਡ ਵੀ ਨਹੀਂ ਭਰਦੇ, ਪਰ ਜਦੋਂ ਇਹ ਜਿਹੜੀ ਟੈਕਨੋਲੋਜੀ ਇਹਦੇ ਵਿੱਚ ਕੋਈ ਸਪੀਕਰ ਨਹੀਂ ਹੈ, ਇਹ ਪਾਈਪ ਹੀ ਪਾਈਪ ਹੈ। ਆਹ ਜਿਹੜਾ ਤੁਸੀਂ ਦੇਖ ਰਹੇ ਹੋ ਇੱਕ ਸਿੰਪਲ ਪਾਈਪ ਹੈ, ਇਹ ਮੈंने ਵੇਟ ਬੈਲੈਂਸ ਲਾਇਆ, ਮਸ਼ੀਨ ਬਹੁਤ ਪੁਰਾਣੀ ਹੈ। ਹੁਣ ਇੱਥੇ ਜਿਹੜਾ ਸਿਖਾਉਣ ਦਾ ਮਕਸਦ ਸੀ ਵੀ ਕਿਵੇਂ ਇੱਕ ਜਿਹੜੀ ਛੋਟੀ ਜੀ ਸੂਈ ਹੈ ਇਹ ਵੀ ਆਵਾਜ਼ ਪੈਦਾ ਕਰ ਸਕਦੀ। ਬਿਲਕੁਲ, ਇਹ ਆਮ ਸਟੀਲ ਦੀ ਸੂਈ ਹੈ, ਸਟੀਲ ਇਹਦੇ ਵਿੱਚ ਕੋਈ ਵੱਡੀ ਲੰਬੀ ਚੌੜੀ ਕਾਰਾਗਰੀ ਨਹੀਂ, ਆਮ ਲੋਹੇ ਦੀਆਂ ਸੂਈਆਂ ਨੇ, ਇਹ ਕਰ ਸਕਦੀ ਹੈ। ਤੇ ਹੁਣ ਕਈ ਵਾਰ ਪੁੱਛਦੇ ਕਿਵੇਂ ਆਵਾਜ਼ ਪੈਦਾ ਹੋਈ, ਮੈਂ ਅਕਸਰ ਕਹਿੰਦਾ ਵੀ ਸਕੂਲ ਦੀ ਘੰਟੀ ਨਹੀਂ ਵਜਾਉਂਦੇ, ਤੁਸੀਂ ਥੋੜੀ ਮਾਰਦੇ ਹੋ ਤਾਂ ਕਿੰਨੀ ਵਾਰੀ ਆਵਾਜ਼ ਨਿਕਲਦੀ ਹੈ। ਮੰਦਰ 'ਚ ਅਸੀਂ ਟੱਲ ਵਜਾਉਂਦੇ ਤਾਂ ਕਿੱਡੀ ਪਿਆਰੀ ਆਵਾਜ਼ ਨਿਕਲਦੀ ਹੈ, ਸ਼ੰਖ ਦੇ ਵਿੱਚ ਫੂਕ ਮਾਰਦੇ ਤਾਂ ਕਿੰਨਾ ਸੋਹਣਾ ਵੱਜਦਾ। ਉਹੀ ਕੁਛ ਤਾਂ ਹੈ, ਹਾਰਮੋਨੀਅਮ ਦੇ ਵਿੱਚ ਹਵਾ ਹੀ ਹੁੰਦੀ ਹੈ, ਹੋਰ ਉਹਦੇ ਵਿੱਚ ਕਿਹੜਾ ਪਾਵਰ ਲੱਗਦੀ ਹੈ। ਬਿਲਕੁਲ, ਆਪਾਂ ਹੱਥ ਨਾਲ ਪੱਖਾ ਚਲਾਉਣੇ ਵੱਜ ਪਾਉਂਦਾ। ਇਸੇ ਚੀਜ਼ ਦੀ ਮੋਡੀਫਿਕੇਸ਼ਨ ਹੁੰਦੀ ਆ ਚੀਜ਼ਾਂ ਆ ਗਈਆਂ। ਇਹ ਰੈਵੋਲੂਸ਼ਨ ਨੇ, ਇਹ ਨਵੇਂ ਮਾਡਲ ਦੇ ਵਿੱਚ ਹੈ, ਇਹਦੇ ਵਿੱਚ ਇਲੈਕਟ੍ਰੋਨਿਕ ਐਡਡ ਹੈ। ਇਹ ਇਲੈਕਟ੍ਰੋਨਿਕਸ ਆ ਗਈ। ਹਾਂ, ਇਹਦੀ ਆਵਾਜ਼ ਬਹੁਤ ਪਿਆਰੀ ਹੈ ਕਿਉਂਕਿ ਨਵੇਂ ਮਾਡਲ ਉਹੀ ਹੈ, ਪ੍ਰਿੰਸੀਪਲ ਉਹੀ ਹੈ। ਸਾਡਾ ਇਹ ਬੇਸਿਕ ਮਸ਼ੀਨਾਂ ਲਿਆਉਣ ਦਾ ਮਕਸਦ ਹੀ ਬੇਸਿਕ ਪ੍ਰਿੰਸੀਪਲ ਦੱਸਣਾ ਤੇ ਸਮਝਾਉਣਾ। ਜਦੋਂ ਉਹਨਾਂ ਨੂੰ ਕਲੀਅਰ ਹੋ ਗਿਆ ਵੀ ਹਾਂ ਇਸ ਤਰ੍ਹਾਂ ਨਾਲੇ ਸਿਗਨਲ ਬਣ ਜਾਂਦੇ ਨੇ, ਗੱਲ ਖਤਮ ਹੋ ਗਈ। ਅੱਛਾ, ਇੱਕ ਚੀਜ਼ ਜਿਵੇਂ ਆਪਾਂ ਅੱਗੇ ਵੀ ਚੱਲਦੇ ਆ, ਇੱਕ ਚੀਜ਼ ਮੈਂ ਹੋਰ ਵੇਖੀ ਸੀ, ਉਹ ਇਹ ਸੀ ਕਿ ਸੁਣਿਆ ਜਿਵੇਂ ਕਿ ਕਹਿੰਦੇ ਵੀ ਇੱਥੇ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਜਿਵੇਂ ਡਿਸਪਲਿਨ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਵੀ ਕਈ ਵਾਰ ਕਹਿੰਦੇ ਵੀ ਤੁਸੀਂ ਜੈ ਸਿੰਘ ਜਿਹੜੀ ਨੇ ਉਹ ਡੰਡਾ ਵੀ ਚੱਕ ਲੈਂਦੇ ਨੇ। ਨਹੀਂ ਜੀ, ਬਿਲਕੁਲ, ਦੇਖੋ ਡੰਡੇ ਬਿਨਾਂ ਤਾਂ ਕੁਛ ਕੰਮ ਨਹੀਂ ਚੱਲਦਾ। ਜਿਹੜਾ ਅਨੁਸ਼ਾਸਨ ਹੈ, ਕਿਉਂਕਿ ਜਿਹੜੀ ਨੌਜਵਾਨੀ ਹੈ ਜਾਂ ਬਚਪਨ ਹੈ, ਇਹ ਅਥਰੇ ਘੋੜੇ ਹੁੰਦੇ ਨੇ। ਇਹ ਤਾਂ ਹੈ, ਸਾਹਮਣੇ ਪੈਂਦੇ ਨੇ, ਸਾਹਮਣੇ। ਹਾਂ, ਦੇਖੋ ਸਾਡਾ ਤਾਂ ਖਾਸ ਤੌਰ ਤੇ ਅਸੀਂ ਪੰਜਾਬ ਦੀ ਗੱਲ ਕਰੀਏ, ਮੈਂ ਅਕਸਰ ਹੱਸਦਾ ਹੁੰਦਾ ਵੀ ਸਾਡੇ ਇਹ ਪਤਾ ਹੁੰਦਾ ਵੀ 3 ਜਣਿਆਂ ਦਾ ਚਲਾਨ ਕੱਢੂ ਤਾਂ ਵੀ ਉੱਤੇ ਬੈਠ ਕੇ 3 ਜਣੇ ਮੋਟਰਸਾਈਕਲ ਦੇ ਪੁਲਿਸ ਦੇ ਮੂਹਰ ਤੇ ਜਾਂਦੇ ਨੇ। ਸਾਡੇ ਰੂਲ ਤੋੜਨਾ ਨਾ ਜਿਵੇਂ ਸੁਭਾਅ 'ਚ ਹੈ, ਖਾਸ ਤੌਰ ਤੇ ਜਵਾਨੀ ਦੇ ਬਲੱਡ ਦੇ ਵਿੱਚ ਤਾਂ ਹੁੰਦਾ ਹੀ ਹੁੰਦਾ ਹੈ। ਤੇ ਪਰੰਤੂ ਜੇ ਇੱਥੇ ਰੂਲ ਨਾ ਰਿਹਾ ਤਾਂ ਬੱਚਿਆਂ ਦੀ ਲਾਈਫ ਬਰਬਾਦ ਹੋ ਜੂ। ਇਸ ਕਰਕੇ ਕਈ ਵਾਰੀ ਮਾੜਾ ਮੋਟਾ ਡੰਡਾ ਸੋਟਾ ਵੀ ਚਲਾਉਣਾ ਪੈਂਦਾ। ਹਾਂ, ਇਹ ਉਹਨਾਂ ਦੀ ਫਿਰ ਰਿਪੇਅਰ ਲੋੜ ਮੁਤਾਬਕ ਕਰਨੀ ਪੈਂਦੀ ਹੈ। ਪਰ ਉਹ ਐ ਨਹੀਂ ਹੈ ਵੀ ਕਿਸੇ ਬੱਚੇ ਨੇ ਗਲਤੀ ਕਰਤੀ ਤਾਂ ਉਹਦੇ 2 ਡੰਡ ਕੇ ਮਾਰੇ, ਇਸ ਤਰ੍ਹਾਂ ਦਾ ਨਹੀਂ ਹੁੰਦਾ। ਸਿਰਫ ਸਾਡੇ 2 ਹੀ ਰੀਜਨ ਨੇ। ਬੱਚਾ ਕੋਈ ਨਸ਼ੇ ਵੱਲ ਅਟਰੈਕਟ ਹੁੰਦਾ ਹੈ, ਉਹ ਅਸੀਂ ਬਰਦਾਸ਼ਤ ਨਹੀਂ ਕਰਦੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਸਾਡੇ ਬਾਕੀ ਬੱਚੇ ਖਰਾਬ ਹੋ ਜਾਣ। ਜੀ ਬਿਲਕੁਲ। ਦੂਜਾ ਸੈਂਸਿਟਿਵ ਪਾਰਟ ਹੈ ਸਾਡੀਆਂ ਬੱਚੀਆਂ ਦਾ। ਕੋਈ ਬੱਚਾ ਉਸ ਪਾਸਿਓਂ ਹਰਕਤ ਕਰਦਾ, ਉਹਦੇ ਵੀ ਛਿੱਤਰ ਪਰੇਡ ਹੋ ਸਕਦੀ ਹੈ। ਅਦਰਵਾਈਜ਼ ਕੋਈ ਚੀਜ਼ ਟੁੱਟ ਜਾਂਦੀ ਹੈ ਬੱਚੇ ਤੋਂ, ਉਹਦੇ ਉੱਤੇ ਕੋਈ ਪਨਿਸ਼ਮੈਂਟ ਨਹੀਂ ਹੈ। ਕਿਉਂਕਿ ਜੇ ਅਸੀਂ ਸੀਨੀਅਰ ਕੋਲੇ ਖੜੇ ਆ, ਉਹ ਸਿੱਖਣ ਆਏ ਨੇ, ਸਿੱਖਦੇ ਹੋਏ ਗਲਤੀਆਂ ਵੀ ਕਰਨਗੇ। ਕਿਉਂਕਿ ਗਲਤੀ ਤੇ ਗੁਸਤਾਖੀ ਦਾ ਜ਼ਮੀਨ ਅਸਮਾਨ ਦਾ ਫਰਕ, ਬਹੁਤ ਫਰਕ ਹੈ। ਬਿਲਕੁਲ, ਗਲਤੀ ਅਣਜਾਣੇ 'ਚ ਹੁੰਦੀ ਹੈ, ਗੁਸਤਾਖੀ ਜਾਣਬੁੱਝ ਕੇ ਕੀਤੀ ਜਾਂਦੀ ਹੈ। ਜੇ ਗਲਤੀ ਦੀ ਜਿਹੜੀ ਸਜ਼ਾ ਹੈ ਉਹ ਕਦੇ ਨਹੀਂ ਦਿੱਤੀ ਜਾਂਦੀ ਹੁੰਦੀ, ਗੁਸਤਾਖੀ ਦੀ ਦਿੱਤੀ ਜਾਂਦੀ ਹੁੰਦੀ ਹੈ। ਅਦਾਲਤਾਂ ਇਸੇ ਕੰਮ ਵਾਸਤੇ ਹੁੰਦੀਆਂ ਨੇ। ਫਿਰ ਜੇ ਉੱਥੇ ਅਗਲਾ ਕਹਿੰਦਾ ਹੁਣ ਗਲਤੀ ਤਾਂ ਮੰਨ ਲਈ, ਫਿਰ ਗੱਲ ਖਤਮ ਹੋ ਜੇ। ਫਿਰ ਜੇਲ੍ਹ ਕਾਹਦੇ ਵਾਸਤੇ? ਕਿਉਂਕਿ ਉੱਥੇ ਗੁਸਤਾਖੀ ਹੈ। ਉੱਥੇ ਅਦਾਲਤ 'ਚ ਵੀ ਦੇਖਿਆ ਜਾਵੇ ਇਹਨੇ ਗਲਤੀ ਕੀਤੀ ਹੈ ਜਾਂ ਗੁਸਤਾਖੀ ਕੀਤੀ ਹੈ, ਉਹ ਦੇਖਦੇ ਨੇ। ਹਾਂ, ਉਹ ਜੱਜ ਕਰਦੇ ਨੇ, ਇੰਨੇ ਸੁਣਵਾਈਆਂ ਹੁੰਦੀਆਂ ਨੇ। ਗੁਸਤਾਖੀ ਹੁੰਦੀ ਹੈ ਤਾਂ ਉਹ ਸਜ਼ਾ ਲਾ ਦਿੰਦੇ ਨੇ। ਇਹ ਜੈ ਸਿੰਘ ਜੀ, ਇਹ ਆਪਾਂ ਕਿਹੜੀ ਲੈਬ 'ਚ ਆ ਗਏ? ਕਿਉਂਕਿ ਕੱਲੀ ਲੈਬ ਦਾ ਤੁਸੀਂ ਨਾਮ ਵੀ ਰੱਖਿਆ ਹੋਇਆ। ਹਾਂ, ਇਹ ਜਿਹੜੀ ਲੈਬ ਹੈ ਜੀ, ਇਹ ਰੈਫਰੀਜਰੇਸ਼ਨ ਏਅਰ ਕੰਡੀਸ਼ਨਿੰਗ
ਅੱਛਾ, ਹਾਂਜੀ ਜਿਹੜੇ ਏਸੀ ਕੂਲਰ ਜਾਂ ਆਪਾਂ ਫਰਿੱਜਾਂ ਕਹਿ ਦਿੰਦੇ ਆ ਘਰਾਂ ਦੇ ਵਿੱਚ, ਉਹਦੀ ਐਥਿਕਸ ਨੇ ਇਹ। ਹਾਂ, ਅੱਛਾ, ਇੱਥੇ ਫਰਿੱਜਾਂ ਦਾ ਕੰਮ ਹੈ ਜਾਂ ਸਾਡੇ ਡੀਪ ਫਰਿੱਜ ਨੇ, 에ਅਰ ਕੰਡੀਸ਼ਨਿੰਗ ਹੈ, ਤੇ ਸੈਂਟਰਲ ਏਸੀ ਨੇ, ਵੱਡੇ ਪਲਾਂਟਾਂ ਦਾ ਕੰਮ ਹੈ, ਉਹ ਸਾਰਾ ਇੱਥੇ ਦਿਖਾਇਆ ਜਾਂਦਾ। ਇੱਥੇ ਇਹਨਾਂ ਨੂੰ ਬੱਚਿਆਂ ਨੂੰ ਸਿਖਾਇਆ ਜਾਂਦਾ। ਇੱਥੇ ਸਾਰੀਆਂ ਮਸ਼ੀਨਾਂ ਇੱਥੇ ਮੌਜੂਦ ਨੇ ਤਕਰੀਬਨ। ਅੱਛਾ, ਸਭ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਇੱਕ ਚੀਜ਼ ਸ਼ਾਇਦ ਤੁਸੀਂ ਵੀ ਸੁਣੀ ਹੋਊਗੀ, ਇਹਨਾਂ ਦੀ ਲੈਂਗੁਏਜ ਤਾਂ ਉਹਨੂੰ ਜਿਵੇਂ ਕਿ ਦੀਵੇ ਵਾਲਾ ਫਰਿੱਜ ਕਹਿ ਦਿੰਦੇ ਨੇ, ਕਿ ਦੀਵੇ ਵਾਲਾ ਫਰਿੱਜ। ਹੁਣ ਦਰਸ਼ਕ ਸੋਚ ਰਹੇ ਹੋਣਗੇ ਜਿਹੜੇ ਤਾਂ ਮਕੈਨੀਕਲ ਇਲੈਕਟ੍ਰੋਨਿਕਸ ਵਾਲੇ ਹੋਣਗੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਊਗਾ, ਪਰ ਜ਼ਿਆਦਾਤਰ ਦਰਸ਼ਕ ਹੈਰਾਨ ਹੋ ਰਹੇ ਹੋਣਗੇ ਵੀ ਦੀਵੇ ਵਾਲਾ ਫਰਿੱਜ ਵੀ ਹੋ ਸਕਦਾ। ਹਾਂ, ਇਹ 1900 ਮਤਲਬ ਜਦੋਂ ਜਿਹੜਾ ਇੱਕ ਅੰਗਰੇਜ਼ਾਂ ਦਾ ਜ਼ਮਾਨਾ ਕਹਿ ਲਿਆ ਜਾਵੇ, ਜਦੋਂ ਟੈਕਨੋਲੋਜੀ ਦੀ ਸ਼ੁਰੂਆਤ ਸੀ, ਉਦੋਂ ਬਿਜਲੀ ਕਿਤੇ ਕਿਤੇ ਸੀ, ਪਰ ਡਿਸਪੈਂਸਰੀਆਂ ਦੇ ਵਿੱਚ ਦਵਾਈ ਨੂੰ ਜਿਹੜਾ ਸੰਭਾਲਣਾ ਸੀ ਉਹ ਬਹੁਤ ਜ਼ਰੂਰੀ ਸੀ, ਜਿਹੜਾ ਫਰਿੱਜ ਤੋਂ ਬਿਨਾਂ ਨਹੀਂ ਸੰਭਲਦੀ। ਤੇ ਉੱਥੇ ਜਿਹੜਾ ਫਰਿੱਜ ਹੈ ਇਹ ਕੰਮ ਆਉਂਦਾ ਸੀਗਾ। ਇਹ ਛੋਟਾ ਜਿਹਾ ਫਰਿੱਜ ਹੈ, 1942 ਮਾਡਲ ਹੈ, ਇੰਗਲੈਂਡ ਦਾ, GC ਇੰਗਲੈਂਡ। ਆਹ ਦੇਖੋ ਇਹਦਾ ਛੋਟਾ ਜਿਹਾ ਖਾਨਾ ਹੈ। ਹਾਂ, ਤੇ ਇਹ ਫਰਿੱਜ ਦੇ ਵਿੱਚ ਕੋਈ ਪਾਵਰ ਨਹੀਂ ਲੱਗਦੀ। ਪਾਵਰ ਦੀ ਇਹ ਜਗ੍ਹਾ ਦੇ ਵਿੱਚ ਫਿਰ ਜਿਵੇਂ ਬਰਫ਼ ਹਾਂਜੀ, ਹਾਂ, ਬਰਫ਼ ਜਮ ਬਿਲਕੁਲ ਕੰਮ ਉਹ ਨਹੀਂ ਕਰਦਾ ਇਹ। ਹਾਂ, ਸਾਰੇ ਫੰਕਸ਼ਨ ਬਿਲਕੁਲ। ਇਹਦੇ ਵਿੱਚ ਛੋਟਾ ਹੀਟਰ ਲੱਗਿਆ ਹੈ। ਬਿਜਲੀ ਨਹੀਂ ਹੁੰਦੀ ਸੀ ਤਾਂ ਇਹਦੇ ਥੱਲੇ ਸੈਪਰੇਟਰ ਲੈਂਪ ਚਾਲੂ ਕਰ ਦਿੰਦੇ ਤੇ। ਅੱਛਾ, ਮਿੱਟੀ ਦੇ ਤੇਲ ਦੇ ਦੀਵੇ ਨਾਲ ਵੀ ਚੱਲਦਾ ਸੀ, ਪਰ ਉਹ ਮਿੱਟੀ ਦੇ ਤੇਲ ਦੇ ਮਤਲਬ ਧੂਆਂ ਬਹੁਤ ਹੁੰਦਾ। ਇਹ ਫਿਰ ਕਿਵੇਂ, ਮਤਲਬ ਕਿ ਮੈਂ ਹੈਰਾਨੀ ਹੈ ਵੀ ਬਿਨਾਂ ਬਿਜਲੀ ਤੋਂ ਹੀਟ ਦੇ ਨਾਲ ਹੀ ਚੀਜ਼ ਚੱਲ ਜਾਂਦੀ ਸੀ। ਆ ਦੇਖੋ ਜੀ, ਮਸ਼ੀਨ ਵੱਖਰੀ ਕਿਸਮ ਦੀ ਆ। ਹਾਂ, ਇੱਥੇ ਜਿਹੜੀਆਂ ਗੈਸਾਂ ਨੇ, ਜਦੋਂ ਅਸੀਂ ਗਰਮੀ ਦਿੰਦੇ ਆ, ਗਰਮ ਹੋ ਕੇ ਇੱਥੋਂ ਗੈਸਾਂ ਵੇਪਰ ਬਣਦੇ ਨੇ, ਉੱਪਰ ਵੱਲ ਜਾਂਦੀਆਂ ਨੇ, ਇੱਥੇ ਜਾ ਕੇ ਸਪਲਿਟ ਹੋ ਜਾਂਦੀਆਂ ਨੇ, ਫਿਰ ਗੈਸ ਅੰਦਰ ਚਲੀ ਜਾਂਦੀ ਹੈ। ਅੰਦਰੋਂ ਐਟਮ 'ਚੋਂ ਗਰਮੀ ਕੱਢ ਕੇ ਆਪਦੇ ਵਜਨ ਦੇ ਨਾਲ ਹੀ ਕੰਡੈਂਸ ਹੁੰਦੀ ਤੁਰੀ ਜਾਂਦੀ ਹੈ। ਇਹਦੇ 'ਚ ਕੋਈ ਮੂਵਮੈਂਟਰੀ ਪਾਰਟ ਨਹੀਂ ਹੈ, ਪਰ ਇਹਦੇ ਵਿੱਚ ਗੈਸ ਦੀ ਜ਼ਰੂਰ ਪੈਂਦੀ ਹੈ। ਹਾਂ, ਇਹ 'ਚ ਗੈਸਾਂ ਹੈਗੀਆਂ ਨੇ, ਕਾਰਬਨ ਡਾਈਆਕਸਾਈਡ ਹੈ, ਅਮੋਨੀਆ। ਹੀਟ ਤੇ ਗੈਸ ਦਾ ਸਮੇਲ ਹੋ ਕੇ ਜਿਹੜਾ ਆ ਥੋੜੀ ਫਰਿੱਜ ਚੱਲ ਜਾਂਦੀ ਬਿਲਕੁਲ ਚੱਲ ਬਿਨਾਂ ਇਲੈਕਟ੍ਰਿਸਿਟੀ ਦਾ। ਦੇਖੋ, 에ਅਰ ਕੰਡੀਸ਼ਨਿੰਗ ਦਾ ਫਾਰਮੂਲਾ ਇਹ ਹੈ ਵੀ ਗਰਮੀ ਇੱਧਰ ਨੂੰ ਚੱਕੋ, ਉੱਧਰ ਕੱਢ ਦਿਓ, ਉਧਰ ਕੱਢ ਦਿਓ। ਬਿਲਕੁਲ। ਆ ਜਿਵੇਂ ਹੁਣ ਇੱਥੇ ਏਸੀ ਵੀ ਖੋਲੇ, ਹੁਣ ਇਹ ਤਾਂ ਨਹੀਂ ਵਰਕਿੰਗ ਹੋਣਗੇ, ਕਿ ਇਹ ਵੀ ਵਰਕਿੰਗ ਚਾਲੂ ਹੈ ਜੀ, ਇਹ ਚਾਲੂ ਹਾਲਤ 'ਚ ਹੈ। ਇਹਨੂੰ ਅਸੀਂ ਮਤਲਬ ਅਗਰ ਜੋੜਦੇ ਹਾਂ ਤੇ ਗੈਸ ਇਹਦੇ ਵਿੱਚ ਹੈ ਤੇ ਚੱਲਦਾ ਹੈ, ਇਹ ਵਰਕ ਕਿਉਂਕਿ ਹਾਂ ਇਹ ਪੂਰਾ ਖੋਲ੍ਹਿਆ ਹੋਇਆ ਹੈ। ਕਿਉਂਕਿ ਜਦੋਂ ਬੱਚੇ ਨੂੰ ਇਹ ਦਿਖਾਇਆ ਜਾਂਦਾ ਹੈ ਵੀ ਗੈਸ ਕਿਹੜੇ ਪਾਸਿਓਂ ਮੂਵ ਕਰਦੀ ਹੈ, ਕਿੱਥੇ ਇਹ ਗਰਮ ਹੁੰਦੀ ਹੈ, ਕਿੱਥੇ ਠੰਡੀ ਹੁੰਦੀ ਹੈ, ਕਿਉਂ ਹੋ ਜਾਂਦੀ ਹੈ, ਉਹ ਖੋਲ੍ਹ ਕੇ ਦਿਖਾਇਆ ਜਾ ਸਕਦਾ। ਇੱਕ ਦਰਸ਼ਕ, ਤੁਸੀਂ ਸਭ ਤੋਂ ਪਹਿਲਾਂ ਜਿਵੇਂ ਮੈਂ ਕਿਤਾਬਾਂ ਦੀ ਗੱਲ ਕੀਤੀ ਸੀ ਨਾ, ਕਿਤਾਬ ਇੱਥੇ ਮਿਲਦੀ ਨਹੀਂ, ਪਰ ਕਿਤਾਬ ਤੁਹਾਨੂੰ ਨਾ ਇੱਥੇ ਆਹ ਦੀਵਾਰਾਂ 'ਤੇ ਦਿਖੂਗੀ। ਇਹਦਾ ਭਾਜੀ ਖਾਸ ਕਰਨ ਤੇ ਕਿੰਨਾ ਟਾਈਮ ਲੱਗ ਗਿਆ ਵੀ ਇਹ ਕੱਲੀ ਚੀਜ਼ ਨੂੰ ਜੋੜਨ ਵਾਸਤੇ, ਕਿਉਂਕਿ ਜਿਹੜੀ ਮੈਂ ਦੇਖ ਰਿਹਾ ਹਰ ਇੱਕ ਪਾਰਟ ਦੀ ਕਲੋਜ਼-ਅਪ ਵੀ ਹੈ, ਹਰ ਇੱਕ ਪਾਰਟ ਦਾ ਓਵਰਵਿਊ ਵੀ ਹੈ, ਹਰ ਇੱਕ ਪਾਰਟ ਦੇ ਫੰਕਸ਼ਨ ਵੀ ਲਿਖੇ ਹੋਏ ਨੇ। ਜੀ, ਕਾਰਨ ਇਹ ਜੀ, ਕਿਤਾਬ ਦੇ ਪਹਿਲਾਂ ਤਾਂ 9 ਤੋਂ ਬੱਚੇ ਭੱਜਦੇ ਨੇ ਵੀ ਕਿਤਾਬ ਪੜ੍ਹਨੀ ਪਊ, ਕਿਉਂਕਿ ਉਹ ਵਿਚਾਰੇ ਕੁੱਟ ਤੋਂ ਡਰਦੇ ਤਾਂ ਪਹਿਲਾਂ ਸਕੂਲ ਛੱਡਿਆ ਹੁੰਦਾ। ਤੇ ਅਸੀਂ ਇਹ ਕਹਿੰਦੇ ਵੀ ਸਾਨੂੰ ਸਮਾਜ ਦੇ ਉਹ ਬੱਚੇ ਦਿਓ ਜਿਹੜੇ ਪੜ੍ਹਾਈ ਲਿਖਾਈ 'ਚ ਨਹੀਂ ਚੱਲਦੇ। ਫਿਰ ਉਹਨਾਂ ਵਾਸਤੇ ਇਹੀ ਮੈਥਡ ਹੈ। ਜਿਵੇਂ ਗੂੰਗੇ ਬੋੜਿਆਂ ਵਾਸਤੇ ਆਪਣੀ ਲੈਂਗੁਏਜ ਹੈ, ਇਹ ਵੀ ਤਾਂ ਇੱਕ ਲੈਂਗੁਏਜ ਹੈ, ਇਹ ਇੰਟਰਨੈਸ਼ਨਲ ਲੈਂਗੁਏਜ ਹੈ। ਮੈਂ ਤੁਹਾਨੂੰ ਹੋਰ ਦੱਸਦਾ ਵੀ ਇਹਦੇ ਵਿੱਚ ਇੰਗਲਿਸ਼ ਦਾ ਕੋਈ ਅੱਖਰ ਨਹੀਂ ਹੈ ਮੰਨ ਲਓ, ਪਰ ਕਿਸੇ ਵੀ ਕੰਟਰੀ ਦਾ ਇੰਜੀਨੀਅਰ ਇਹਨੂੰ ਦੇਖੂਗਾ ਤੈਨੂੰ ਦੂਰੋਂ ਸਮਝ ਜੂਵੇ ਕੀ ਹੈ। ਬਿਲਕੁਲ, ਜਿਵੇਂ ਚਾਈਨੀਜ਼ ਲਿਖੀ ਹਾਂ, ਚਾਈਨੀਜ਼ ਲਿਖੇ, ਸਾਨੂੰ ਕੋਈ ਲੋੜ ਨਹੀਂ, ਸਾਨੂੰ ਪਤਾ ਵੀ ਕੀ ਕੰਟਰੋਲਰ ਹੈ ਇਹ। ਹਾਂ, ਡਰਾਇੰਗ ਕਿਸੇ ਵੀ ਕੰਟਰੀ ਦੀ ਹੈ, ਉਹਨੂੰ ਕਿਤੇ ਵੀ ਪੜ੍ਹਿਆ ਜਾ ਸਕਦਾ। ਉਹ ਜਿਵੇਂ ਕਹਿ ਦਿੰਦੇ ਨੇ ਵੀ ਵੀਡੀਓ ਜੇ ਆਪਾਂ ਹਾਲੀਵੁੱਡ ਫਿਲਮ ਦੇਖ ਲਈਏ, ਚਾਹੇ ਬੰਦੇ ਨੂੰ ਇੰਗਲਿਸ਼ ਨਾ ਵੀ ਆਉਂਦੇ, ਪਰ ਉਹ ਸਮਝ ਜਾਂਦਾ ਵੀ ਅਗਲਾ ਕਹਿ ਕੀ ਰਿਹਾ ਹੈ। ਇੱਥੇ ਇਹ ਮਤਲਬ ਪ੍ਰਿੰਸੀਪਲ ਹੈ। ਜਦੋਂ ਬੱਚਿਆਂ ਨੇ ਸਮਝ ਆ ਗਿਆ, ਉਹਨਾਂ ਦੇ ਵਿੱਚ ਜਿਗਿਆਸਾ ਪੈਦਾ ਹੋ ਗਈ, ਤਾਂ ਫਿਰ ਉਹ ਪੜ੍ਹਨੇ ਤਾਂ ਬਾਈ ਜੀ ਆਪੇ ਸ਼ੁਰੂ ਹੋ ਜਾਂਦੇ ਨੇ। ਆ ਜਿਵੇਂ ਹੁਣ ਇੱਧਰ ਕੰਪਰੈਸਰ, ਇਹ ਕੰਪਰੈਸਰ ਆ ਭਾਜੀ, ਇਹ ਕੰਪਰੈਸਰ ਹੈ ਜੀ। ਇਹ ਖੋਲ ਕੇ ਦਿਖਾਇਆ ਹੋਇਆ ਮੌਜੂਦਾ ਫਰਿੱਜਾਂ ਦੇ ਵਿੱਚ ਚੱਲਦਾ ਹੈ, ਇਹ ਉਸ ਕੰਪਰੈਸਰ ਹੈ। ਕਿਉਂਕਿ ਬੱਚਿਆਂ ਨੂੰ ਕਈ ਵਾਰੀ ਖੋਲ ਕੇ ਵੀ ਦਿਖਾਉਣੀ ਪੈਂਦੀ ਹੈ ਚੀਜ਼। ਦੇਖੋ, ਬੱਚੇ ਦੇ ਜਦੋਂ ਦਿਲ ਦੇ ਵਿੱਚ ਜਿਗਿਆਸਾ ਹੈ ਨਾ, ਫਿਰ ਉਹ ਤੁਹਾਨੂੰ ਸ਼ਾਂਤ ਕਰਨੀ ਪਊ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹਨੂੰ ਦੇਖ ਲਿਆ ਜਾਂ ਪੜ੍ਹ ਲਈ ਕਿਤਾਬ 'ਚੋਂ, ਫਿਰ ਬੱਚਾ ਨਹੀਂ ਚੱਲੇਗਾ। ਇਹਦੇ ਵਿੱਚ ਜਿਵੇਂ ਕਿ ਇਲੈਕਟ੍ਰਿਸਿਟੀ ਤੇ ਗੈਸ ਦੋਹੇ ਚੀਜ਼ਾਂ ਚੱਲਦੀਆਂ ਨੇ। ਗੈਸ ਦੋਨੋਂ ਨੇ ਜੀ, ਬਿਲਕੁਲ ਜੀ। ਇੱਕ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਜਿਹੜੇ ਸੈਟੇਲਾਈਟ ਦੇ ਵਿੱਚ ਹੁਣ ਜਿਹੜੇ ਅੰਤਰਿਕਸ਼ 'ਚ ਚੱਲਦੇ ਨੇ, ਉਹ ਉਹ ਮਸ਼ੀਨ ਹੈ। ਆਹ ਸੀ, ਇਹਦੇ ਵਿੱਚ ਗੈਸ ਨਹੀਂ ਹੁੰਦੀ, ਨਾ ਇਹਦੇ ਵਿੱਚ ਕੋਈ ਮੋਟਰ ਹੁੰਦੀ ਹੈ। ਬਿਨਾਂ ਮੋਟਰ ਤੇ ਬਿਨਾਂ ਗੈਸ ਤੋਂ ਫਿਰ ਕਿਵੇਂ ਚੱਲਦੀ ਹੈ? ਇਹਦੇ ਵਿੱਚ ਜੀ ਇੱਕ ਸਿਸਟਮ ਹੁੰਦਾ, ਇਹਨੂੰ ਥਰਮੋਕਪਲ ਸਿਸਟਮ ਵੈਸੇ ਬੋਲਦੇ ਹਾਂ ਅਸੀਂ। ਅੱਛਾ, ਥਰਮੋਕਪਲ ਦਾ ਇੱਕ ਸਿੱਧਾ ਜਿਹਾ ਤਰੀਕਾ ਹੈ ਵੀ ਇਹਨੂੰ ਬਿਜਲੀ ਦਿਓ ਤਾਂ ਇਹ ਗਰਮ ਤੇ ਠੰਡੇ ਫਾਰਮ 'ਚ ਆ ਜੂ, ਜੇ ਇਹਨੂੰ ਹੀਟ ਦੇ ਦਿਓ ਤਾਂ ਇੱਧਰ ਬਿਜਲੀ ਪੈਦਾ ਹੋ ਜੂ। ਰਿਵਰਸ ਮਸ਼ੀਨ ਹੈ, ਹੋਰ ਕੁਛ ਨਹੀਂ ਹੈ। ਇਹ ਕੋਈ ਨਵੀਆਂ ਗੱਲਾਂ ਨਹੀਂ ਹੈਗੀਆਂ, ਇਹ ਥਿਊਰੀ ਸਾਨੂੰ ਬੜਾ ਆਸਾਨੀ ਨਾਲ ਦੱਸ ਸਕਦੀ ਹੈ, ਪਰ ਜਿੰਨੀ ਦੇਰ ਅਸੀਂ ਕਿਸੇ ਨੂੰ ਦਿਖਾਉਂਦੇ ਨਹੀਂ ਤਾਂ ਇਹ ਪੱਲੇ ਨਹੀਂ ਪੈਂਦੀ। ਪਰ ਜੇ ਇਹੀ ਚੀਜ਼ ਮੈਨੂੰ ਲੱਗਦਾ ਜੈ ਸਿੰਘ ਜੀ, ਆਪਾਂ ਜੇ ਕਿਤਾਬਾਂ ਦੇ ਵਿੱਚ ਬੱਚੇ ਨੂੰ ਪੜ੍ਹਾ ਦਈਏ, ਉਹ ਮੈਨੂੰ ਲੱਗਦਾ ਇੰਨੀ ਛੇਤੀ ਕੈਚ ਨਹੀਂ ਕਰਨਗੇ ਜਿੰਨੀ ਛੇਤੀ ਆਪਾਂ ਹੁਣ ਲਾਈਵ ਆਪਾਂ ਦਿਖਾਤੀ ਚੀਜ਼। ਉਹ ਯਾਦ ਕਰ ਲੈਣਗੇ, ਪੇਪਰ ਦੇ ਲੈਣਗੇ, ਪਰ ਉਹਨਾਂ ਦੇ ਸਮਝ ਨਹੀਂ ਪੈਂਦਾ। ਯਾਦ ਕਰਨ ਦੇ ਸਮਝਣ 'ਚ ਜ਼ਮੀਨ ਅਸਮਾਨ ਦਾ ਅੰਤਰ ਹੈ।
ਜਿਹਨੂੰ ਇਹ ਸਮਝ ਆ ਗਈ, ਹੋ ਸਕਦਾ ਉਹਨੂੰ ਬੋਲਣਾ ਹੀ ਨਾ ਆਵੇ, ਉਹ ਪੇਪਰ ਕੁਛ ਨਾ ਲਿਖੇ। ਉਹ ਜਿਵੇਂ ਇੱਕ 3 ਇਡੀਅਟਸ ਫਿਲਮ ਆਈ ਸੀ, ਉਹਦੇ ਵਿੱਚ ਕਹਿੰਦੇ ਕਿਤਾਬੀ ਕੀੜਾ ਨਹੀਂ ਬਣਨਾ ਚਾਹੀਦਾ, ਬਣੋ ਉਹ ਵੀ ਅਸਲ ਦੇ ਵਿੱਚ ਪ੍ਰੈਕਟੀਕਲ ਨੌਲੇਜ ਲੈਣੀ ਬਹੁਤ ਜ਼ਰੂਰੀ ਹੈ ਕਹਿੰਦੇ। ਇਹ ਪ੍ਰੈਕਟੀਕਲ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਇੱਥੇ ਮਤਲਬ ਇਸੇ ਕਰਕੇ ਅਸੀਂ ਸਭ ਚੀਜ਼ ਦੀ ਡਰਾਇੰਗ ਹੀ ਚਿਪਕਾ ਦਿੰਦੇ ਦੀਵਾਰ ਤੇ, ਵੀ ਬੱਚਾ ਇੱਥੇ ਆਪਦਾ ਦੇਖੀ ਚੱਲੇ, ਉਹ ਪੁੱਛੇ, ਅਸੀਂ ਨਾ ਉਹਨੂੰ ਕਹੀਏ ਵੀ ਇਹ ਕਾਰ ਦਾ ਜਿਹੜਾ ਹੈ ਜੀ ਅੰਦਰਲਾ ਕੂਲਿੰਗ ਕੋਇਲ ਹੈ। ਅੱਛਾ। ਤੇ ਇਹਦਾ ਕੰਟਰੋਲਰ ਲੱਗਿਆ ਹੋਇਆ ਛੋਟਾ ਜਿਹਾ। ਠੀਕ ਹੈ। ਤੇ ਇਹ ਜਿਹੜੇ ਕੰਟਰੋਲਰ ਦਾ ਫੰਕਸ਼ਨ ਬੜਾ ਵੱਡਾ ਹੈ। ਉੱਪਰ ਤੁਸੀਂ ਫੋਟੋ ਦੇਖੋਗੇ ਕਾਫੀ ਵੱਡੇ ਰੂਪ ਦੇ ਵਿੱਚ। ਹਾਂ, ਇਹ ਛੋਟੀ ਜੀ ਦੀ ਆ ਪੂਰੀ ਇੱਥੇ ਡਿਟੇਲ ਹੈ। ਹਾਂ, ਓਕੇ, ਵੀ ਅਸਲ 'ਚ ਕੀ ਹੈ ਇਹ। ਹਾਂ, ਇੱਥੇ ਸਮਝ ਛੇਤੀ ਆ ਜਾਂਦੀ। ਸਮਝ ਛੇਤੀ ਆ ਜਾਂਦਾ। ਹਾਂ, ਬਸ ਬੱਚਿਆਂ ਨੂੰ ਮਤਲਬ ਅੱਧਾ ਘੰਟਾ ਲੱਗਦਾ ਨਹੀਂ ਇੱਕ ਚੀਜ਼ ਦੇ ਉੱਤੇ, ਉਹਦੇ ਕਹਿੰਦੇ ਨੇ ਹਾਂਜੀ ਇਹ ਤਾਂ ਸਮਝ ਆ ਗਿਆ, ਓਕੇ। ਕਿਉਂਕਿ ਮੈਥਡ ਵੱਖਰਾ ਹੈ। ਬਿਲਕੁਲ। ਹਾਂਜੀ, ਸਮਝਾਉਣ ਦਾ ਤੇ ਪੜ੍ਹਾਉਣ ਦਾ ਮੈਨੂੰ ਲੱਗਦਾ ਹਰ ਇੱਕ ਸਕੂਲ ਦੇ ਵਿੱਚ ਤਾਂ ਬਸ ਹੁਣ ਇੱਕ ਰੱਟ ਲੱਗੀ ਹੋਈ ਹੈ ਵੀ ਕੱਲੀ ਚੀਜ਼ ਰੱਟ ਲਓ, ਨੌਲੇਜ ਭਾਵੇਂ ਨਾ ਹੋਵੇ ਪਰ ਤੁਹਾਨੂੰ ਰਟੀ ਹੋਣੀ ਚਾਹੀਦੀ ਤੁਹਾਡੀ ਜ਼ਬਾਨ ਤੇ। ਇਸ ਕਰਕੇ ਸਾਡੇ ਬੱਚੇ ਜੀ ਰੂਟੀਨ 'ਚ ਮਾਰ ਖਾ ਰਹੇ ਨੇ, ਕਿਸੇ ਕਾਰੋਬਾਰ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਰਹੇ, ਕਿਸੇ ਟੈਕਨੋਲੋਜੀ 'ਚ ਕਾਮਯਾਬ ਨਹੀਂ ਹੋ ਰਹੇ, ਕਿਉਂਕਿ ਚੀਜ਼ ਉਹਨਾਂ ਨੇ ਸਮਝ ਆਈ ਨਹੀਂ। ਮੈਂ ਪਹਿਲਾਂ ਦੱਸਿਆ ਵੀ ਸਮਝ ਆਉਣਾ ਤੇ ਯਾਦ ਕਰ ਲੈਣਾ। ਮੈਂ ਤਾਂ ਸਮਝਦਾ ਵੀ ਯਾਦ ਕਰਨ ਦੀ ਵੀ ਲੋੜ ਨਹੀਂ, ਫਿਰ ਤਾਂ ਲਿਖੇ ਲਓ, ਕਿਤਾਬ ਤੇ ਹੈਗਾ ਬਸ ਕਾਫੀ। ਹਾਂਜੀ, ਜਿਵੇਂ ਭਾਜੀ ਆਪਾਂ ਆਹ ਮੀਟਰਾਂ ਦੀ ਗੱਲ ਕਰੀ, ਜਿਵੇਂ ਤੁਸੀਂ ਦੱਸਿਆ ਸੀਗਾ ਵੀ ਕੱਲੀ ਜਿਹੜੇ ਇੱਥੇ ਕਾਫੀ ਮੀਟਰਸ ਐਸੇ ਨੇ ਵਰਲਡ ਦੇ ਵਿੱਚ, ਮੈਨੂੰ ਲੱਗਦਾ ਕੋਈ ਮੀਟਰ ਐਸਾ ਨਹੀਂ ਹੋਊਗਾ ਵੀ ਜਿਹੜਾ ਇੱਥੇ ਅਵੇਲੇਬਲ ਨਹੀਂ ਹੋਊਗਾ। ਤਕਰੀਬਨ ਹਾਂ, ਜਿੰਨੇ ਸਾਡੇ ਬਿਜਲੀ ਨਾਲ ਸੰਬੰਧਿਤ ਮੀਟਰਾਂ ਦੀ ਸਾਨੂੰ ਲੋੜ ਪੈਂਦੀ ਹੈ, ਪੂਰੀ ਦੁਨੀਆ 'ਚ ਗਿਣਤੀ ਦੇ ਮੀਟਰ ਹੁੰਦੇ ਨੇ, ਉਹ ਇੱਥੇ ਸਾਰੇ ਤਰ੍ਹਾਂ ਦੇ ਮੀਟਰ ਮੌਜੂਦ ਨੇ। ਇਹ ਫਿਰ ਤੁਸੀਂ ਇੰਪੋਰਟ, ਜਿਵੇਂ ਇੱਕ ਆਹ ਪਿਆ ਆ, ਤੁਸੀਂ ਇਹਦੇ ਬਾਰੇ ਦੱਸ ਰਹੇ ਸੀ, ਇਹ ਵੀ ਇੰਪੋਰਟ ਕਰਾਇਆ ਹੋਇਆ ਮੈਂ ਸੁਣਿਆ? ਨਹੀਂ, ਇਹ ਹੈ ਇੰਪੋਰਟਡ ਨੇ। ਅੱਛਾ। ਇਹ ਅਸੀਂ ਜਿੱਥੇ ਵੀ ਸਾਨੂੰ ਕੋਈ ਲੱਭ ਜਾਂਦੀ ਹੈ ਚੀਜ਼ ਪਈ ਹੁੰਦੀ ਹੈ ਤੇ ਉੱਥੋਂ ਅਸੀਂ ਚੱਕ ਲੈਂਦੇ ਹਾਂ ਸਾਡੇ ਬੱਚਿਆਂ ਨੂੰ ਦਿਖਾਉਣ ਲਈ, ਕਿਉਂਕਿ ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵੀ ਇਹ ਪੁਰਾਣੇ ਮਾਡਲ ਦੀ ਆਈਟਮ ਹੈ, ਪਰੰਤੂ ਇੰਨੀ ਸਿੰਪਲ ਹੈ ਵੀ ਇਹ ਤੋਂ ਬੱਚਾ 1 ਸੈਕਿੰਡ ਦੇ ਵਿੱਚ ਸਮਝ ਜਾਂਦਾ ਵੀ ਕੀ ਚੀਜ਼ ਕਿਵੇਂ ਕੰਮ ਕਰਦੀ ਹੈ। ਜੇ ਹੁਣ ਅਸੀਂ ਨਵੇਂ ਮਾਡਲ ਦੀ ਗੱਲ ਕਰੀਏ ਤਾਂ ਇਧਰੇ ਸਾਹਮਣੇ ਹੈ, ਇਹ ਨੁਮੈਰੀਕਲ ਹੈ। ਅੱਛਾ, ਇਹ ਨਵਾਂ ਮਾਡਲ? ਹਾਂ, ਇਹ ਨਵੇਂ ਮਾਡਲ 'ਚ ਹੈ। ਇਹ ਪ੍ਰੋਗਰਾਮ ਬੱਚੇ ਨੂੰ ਇਹ ਨਹੀਂ ਸਮਝ ਆਉਂਦਾ ਵੀ ਕੰਮ ਕਿਵੇਂ ਕਰਦੀ ਹੈ। ਇਹ ਸਾਰਾ ਡਿਜੀਟਲ ਆ ਗਿਆ? ਇਹ ਡਿਜੀਟਲ ਆ ਗਿਆ। ਹਾਂ, ਪਰੰਤੂ ਇਹਨਾਂ ਤੇ ਸਿੱਖਣਾ ਬੜਾ ਆਸਾਨ ਹੈ। ਹਾਂ, ਉਹ ਕਹਿੰਦੇ ਨੇ ਵੀ ਬੇਸਿਕਸ ਜੇ ਬੰਦੇ ਦੇ ਕਲੀਅਰ ਨੇ ਫਿਰ ਉੱਪਰ ਜਿੰਨੇ ਮਰਜ਼ੀ ਫਾਰਮੂਲੇ ਲਾ ਦਿਓ, ਪਰ ਜੜਾ ਜ਼ਰੂਰੀ ਮਜ਼ਬੂਤ ਜ਼ਰੂਰੀ ਨੇ। ਜਿਹਨੇ ਕਾਲਾ ਸਾਈਕਲ ਚਲਾ ਲਿਆ, ਮੋਟਰਸਾਈਕਲ ਫਿਰ ਆਰਾਮ ਨਾਲ ਸਿੱਧਾ ਕਰ ਲੂਗਾ। ਇਹ ਤਾਂ ਹੈ। ਠੀਕ ਹੈ ਨਾ, ਸਿੱਧਾ ਕੱਲਾ ਮੋਟਰਸਾਈਕਲ ਸਿੱਖ ਕੇ ਤਾਂ ਤੋੜੂਗਾ ਹੀ ਬੰਦਾ। ਇੱਕ ਸਵਾਲ ਮੇਰੇ ਮਨ 'ਚ ਇਹ ਆ ਰਿਹਾ ਹੈ ਵੀ ਦੇਖਿਆ ਪੁਰਾਣੇ ਤੋਂ ਪੁਰਾਣਾ ਮੀਟਰ ਵੀ ਪਿਆ ਆ, ਨਵੇਂ ਤੋਂ ਨਵੀਂ ਟੈਕਨੋਲੋਜੀ ਦਾ ਵੀ ਪਿਆ ਆ, ਫਰਾਂਸ ਤੱਕ ਦਾ ਮੀਟਰ ਵੀ ਪਿਆ ਹੈ ਤੁਹਾਡੇ ਕੋਲੇ। ਫਿਰ ਇਹਨਾਂ ਚੀਜ਼ਾਂ ਨੂੰ ਇਕੱਠਾ ਕਰਨ ਦੇ ਵਿੱਚ ਜੈ ਸਿੰਘ ਜੀ ਕਿੰਨਾ ਟਾਈਮ ਲੱਗ ਗਿਆ? ਟਾਈਮ ਤਾਂ ਵੀਰ ਮੇਰੇ ਬੜਾ ਲੰਬਾ ਟਾਈਮ ਲੱਗ ਗਿਆ। ਕਿੰਨਾ? ਇਹਨੂੰ 4 ਤੋਂ 5 ਸਾਲ ਸਾਨੂੰ ਇਹ ਸਮਾਨ ਨੂੰ ਇਕੱਠਾ ਕਰਨ ਲੱਗੇ। 1 ਸਾਲ ਮੈਨੂੰ ਲੱਗਾ ਤੇ ਲੈਬ ਨੂੰ ਡਿਜ਼ਾਈਨ ਕਰਨ ਤੇ। ਅੱਛਾ, ਡਿਜ਼ਾਈਨਿੰਗ ਵੀ ਤੁਹਾਡੀ ਖੁਦ ਦੀ ਹੈ? ਹਾਂ, ਮੇਰੇ ਇਕੱਲੇ ਦੀ ਆਪਣੀ ਡਿਜ਼ਾਈਨਿੰਗ ਹੈ ਇਹ। ਕੀ ਬਾਤ। ਸਾਰਾ ਕੁਝ ਖੁਦ ਡਿਜ਼ਾਈਨ ਕਰਕੇ ਡਰਾਇੰਗਾਂ ਬਣਾਈ ਜਾਣੀਆਂ, ਬੱਚਿਆਂ ਨੇ ਇਹਨੂੰ ਇੰਪਲੀਮੈਂਟ ਕਰ ਦੇਣਾ, ਜਿਹੜਾ ਉਹਨਾਂ ਨੂੰ ਦੇਣਾ ਵੀ ਆਹ ਚੀਜ਼ ਇੱਦਾਂ ਦੀ ਬਣਾ ਦਿਓ, ਉਹਨਾਂ ਨੇ ਬਣਾ ਕੇ ਰੱਖ ਦੇਣੀ। ਹੁਣ ਤੱਕ ਵੇਖਿਆ ਜਾਵੇ ਜੈ ਸਿੰਘ ਜੀ, ਕਿੰਨੇ ਬੱਚੇ ਤੁਹਾਡੇ ਕੋਲੋਂ ਸਿੱਖਿਆ ਲੈ ਕੇ ਚਲੇ ਚੁੱਕੇ, ਯਾਨੀ ਕਿ ਚੰਗੇ ਗੁਰੂ ਦੇ ਕਿੰਨੇ ਬੱਚੇ ਜਿਹੜੇ ਚੰਡੇ ਜਾ ਚੁੱਕੇ ਨੇ? ਹੁਣ ਤਾਂ ਜੀ ਮੈਨੂੰ ਗਿਣਤੀ ਯਾਦ ਨਹੀਂ ਹੈ, ਕਿਉਂਕਿ 40 ਸਾਲ ਹੋ ਗਏ ਮੈਨੂੰ ਇਸ ਲਾਈਨ 'ਚ, ਬੱਚੇ ਸਿੱਖਦੇ ਹੀ ਆ ਰਹੇ ਨੇ। ਇਹ ਸੀ ਵੀ ਕਿੱਥੇ ਇੱਕ ਟਾਈਮ ਤੇ ਆ ਕੇ ਸਾਨੂੰ ਇਹ ਲੱਗਣ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਤੇ ਮੈਨੂੰ ਵੀ ਮੈਂ ਸ਼ਾਇਦ ਨਾ ਪੜ੍ਹਾ ਪਾਵਾਂ, ਕਿਉਂਕਿ ਫੈਕਟਰੀ ਦੇ ਨਾਲ ਇੱਕ ਫੈਕਟਰੀ ਚਲਾਉਣੀ ਹੈ, ਉਹ ਦਫ਼ਤਰ 'ਚ ਬੈਠ ਕੇ ਚੱਲਦੀ ਹੈ ਤੇ ਫੈਕਟਰੀ ਦੇ ਵਿੱਚ ਪ੍ਰੈਕਟਿਸ ਤਾਂ ਹੋ ਸਕਦੀ ਹੈ, ਸਿੱਖਿਆ ਨਹੀਂ ਜਾ ਸਕਦਾ। ਜਿਵੇਂ ਮੈਂ ਪਹਿਲਾਂ ਕਿਹਾ ਵੀ ਯਾਦ ਕਰਨ ਤੇ ਸਿੱਖਣ ਦੇ ਵਿੱਚ ਬੜਾ ਫਰਕ ਹੈ। ਤੇ ਉੱਥੇ ਪ੍ਰੈਕਟਿਸ ਹੋ ਸਕਦੀ ਹੈ, ਸਿੱਖਿਆ ਨਹੀਂ ਜ਼ਿਆਦਾ। ਸਿੱਖਣ ਵਾਸਤੇ ਲੈਬ ਚਾਹੀਦੀ ਸੀ। ਫਿਰ ਇਹ 2014 'ਚ ਅਸੀਂ ਇਹਦੀ ਸ਼ੁਰੂਆਤ ਕੀਤੀ ਵੀ ਆਪਾਂ ਲੈਬ ਬਣਾਓ, ਹਰ ਆਈਟਮ ਉੱਥੇ ਪਈ ਹੋਵੇ, ਬੱਚਿਆਂ ਨੂੰ ਖੋਲ੍ਹ ਕੇ ਦੇਖਣੀ ਚਾਹੁੰਦਾ, ਚਲਾ ਕੇ ਦੇਖਣਾ ਤਾਂ ਦੇਖ ਸਕੇ ਆਰਾਮ ਨਾਲ, ਸਾਰਾ ਕੁਝ ਕਲੀਅਰ ਹੋ ਜਾਊਗਾ। ਅੱਛਾ, ਕਿੰਨੀ ਆਪਾਂ ਅੱਗੇ ਵੀ ਚੱਲਦੇ ਹਾਂ, ਕਿੰਨੀ ਦੂਰ ਤੋਂ ਜਿਹੜੇ ਬੱਚੇ ਤੁਹਾਡੇ ਕੋਲੇ ਆ ਕੇ ਪੜ੍ਹ ਚੁੱਕੇ ਨੇ, ਆਪਾਂ ਦੇਖਿਆ ਹੋਵੇ ਆਲ ਓਵਰ ਦਾ ਇੰਡੀਆ ਗੱਲ ਕਰਾਂ? ਤਕਰੀਬਨ ਮੈਂ ਗੱਲ ਕਰਾਂ ਵੀ ਬੰਗਾਲ, ਬਿਹਾਰ, ਅੱਛਾ, ਤੇ ਕੁਝ ਬੱਚੇ ਅਸਾਮ, ਯੂਪੀ ਤੇ ਹਰਿਆਣਾ, ਤਕਰੀਬਨ ਸਟੇਟ ਤੋਂ ਵੀ ਆ ਚੁੱਕੇ ਨੇ। ਅਸਾਮ ਤੋਂ ਵੀ ਆ ਚੁੱਕੇ ਨੇ। ਅਰੇ ਕੀ ਬਾਤ। ਤੇ ਐਟ ਪ੍ਰੈਜ਼ੈਂਟ ਦੇਖਿਆ ਜਾਵੇ ਤਾਂ ਹੁਣ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ ਪੜ੍ਹ ਰਹੇ? ਸਾਡੇ ਕੋਲੇ ਇਸ ਟਾਈਮ 25 ਕੁ ਬੱਚੇ ਹੈਗੇ ਨੇ ਜੀ। 25 ਬੱਚੇ? ਹਾਂ, ਕੁਝ ਬੱਚੇ ਹਲੇ ਉਹਦੇ ਪੇਪਰ ਵੀ ਦੇਣ ਗਏ ਹੋਏ ਨੇ। ਅੱਛਾ। ਤੇ ਕੁਝ ਦੀ ਹਲੇ ਰਜਿਸਟ੍ਰੇਸ਼ਨ ਚੱਲਦੀ ਹੈ, ਹੁਣ ਆ ਵੀ ਜਾਣਾ ਹੈ ਕੁਝ ਦਿਨਾਂ 'ਚ। ਇੱਕ ਖਾਸੀਅਤ ਮੈਨੂੰ ਤੁਸੀਂ ਇਹ ਦੱਸੋ ਵੀ ਕਹਿੰਦੇ ਵੀ ਇੱਥੇ ਬੱਚਾ ਪੜ੍ਹਨ ਆ ਜੇ, ਬਸ ਪੜ੍ਹਨਾ ਹੀ ਹੈ, ਬਾਕੀ ਸਾਰਾ ਕਹਿੰਦੇ ਖਰਚਾ, ਖਾਣ ਪੀਣ, ਰਹਿਣ ਸਹਿਣ, ਹੋਰ ਵੀ ਜ਼ਰੂਰਤਾਂ ਸਾਰੀ ਜੈ ਸਿੰਘ ਜੀ ਕਰਦੇ ਨੇ। ਜਦੋਂ ਬੱਚੇ ਸਾਡੇ ਨਾਲ ਸਾਡੇ ਕੰਮ 'ਚ ਮਦਦ ਕਰਾਉਂਦੇ ਨੇ, ਕੋਈ ਆਸਾਨ ਨਹੀਂ ਹੈ ਕਿਸੇ ਤੇ, ਤਾਂ ਉਹ ਜਦੋਂ ਸਾਡੀ ਮਦਦ ਕਰਾਉਂਦੇ ਨੇ ਤਾਂ ਕੀ ਅਸੀਂ ਉਹਨਾਂ ਨੂੰ ਖਾਣਾ ਵੀ ਨਹੀਂ ਪ੍ਰੋਵਾਈਡ ਕਰਾ ਸਕਦੇ? ਖਾਣਾ ਰਹਿਸ਼ ਹੈ, ਕਿੰਨਾ ਕਹਿੰਦੇ ਗੁਰੂ ਨਾਨਕ ਦੇ ਖੇਤਾਂ 'ਚੋਂ ਬਰਕਤ ਨਹੀਂ ਜਾ ਸਕਦੀ। ਹਾਂ, ਬਿਲਕੁਲ। ਦੇਖੋ, ਇਹ ਇੱਕ ਗੁਰੂ ਦਾ ਹੀ ਘਰ ਹੈ।
ਮੇਰੇ ਨਿੱਜੀ ਤੌਰ ਤੇ ਮੇਰਾ ਇਹਦੇ ਉੱਤੇ ਕੋਈ ਖਰਚਾ ਨਹੀਂ ਹੁੰਦਾ ਤੇ ਅਸੀਂ ਮਤਲਬ ਸਾਰਾ ਜਿਹੜਾ ਪੈਸਾ ਫੈਕਟਰੀ 4 ਪੈਸੇ ਕਮਾਉਂਦੀ ਹੈ ਜਾਂ ਉਹ ਖਰਚਾ ਫਿਰ ਲੈਬ ਤੇ ਆਉਂਦਾ, ਖਰਚਾ ਆਉਂਦਾ ਤੇ ਜਾਂ ਫਿਰ ਬੱਚਿਆਂ ਤੇ ਆਉਂਦਾ। ਇਹ ਕਹਿ ਲਿਆ ਜਾਵੇ ਵੀ ਖੂਹ ਦੀ ਮਿੱਟੀ ਖੂਹ ਨੂੰ ਲੱਗ ਜਾਂਦੀ ਹੈ। ਖੂਹ ਦੀ ਮਿੱਟੀ ਜਿੱਥੇ ਉਹ ਆਈ ਸੀ ਉੱਥੇ ਚੱਲ ਗਿਆ। ਆ ਹੁਣ ਆਪਾਂ ਕਿਹੜੀ ਲੈਬ 'ਚ ਆ ਗਏ? ਇਹ ਮਕੈਨੀਕਲ ਦੀ ਲੈਬ ਹੈ ਜੀ, ਜਿੱਥੇ ਸਾਡੇ ਇੰਜਣ ਨੇ, ਗੇਅਰ ਨੇ, ਡਿਫਰੈਂਸ਼ੀਅਲ ਨੇ, ਹਾਈਡ੍ਰੋਲਿਕ ਸਿਸਟਮ ਹੈ, ਕਿਉਂਕਿ ਸਾਡਾ ਜਿਹੜਾ ਬਿਜਲੀ ਦਾ ਕੰਮ ਹੈ ਉਹ ਹਰ ਜਗ੍ਹਾ ਲਿੰਕਡ ਹੈ। ਬਿਲਕੁਲ ਇੱਕ ਦੂਜੇ ਨਾਲ ਜਿਹੜਾ ਰਚੇ ਮਿਚੀਆਂ ਹੋਈਆਂ ਚੀਜ਼ਾਂ ਨੇ, ਇਹ ਅਲੱਗ-ਅਲੱਗ ਤਾਲਮੇਲ ਨਾਲ ਹੀ ਕੰਮ ਚੱਲਦਾ। ਤਾਲਮੇਲ ਨਾਲ ਕੰਮ ਚੱਲਦੀ ਹੈ। ਇਹਦੇ ਵਿੱਚ ਫਿਰ ਪੁਰਾਣੇ ਤੋਂ ਪੁਰਾਣਾ ਕਿੰਨਾ ਕਿ ਹਰ ਇੱਕ ਮਾਡਲ ਪਿਆ ਹੈ ਇੰਜਣ ਦਾ, ਜੇ ਦੇਖਿਆ ਜਾਵੇ ਤਾਂ ਇੱਥੇ ਤਕਰੀਬਨ ਨਵੇਂ ਮਾਡਲ ਦਾ, ਇੱਥੇ ਬੜਾ ਪੁਰਾਣਾ ਸਿਸਟਮ ਨਹੀਂ ਹੈਗਾ। ਹਾਂ, ਕਿਉਂਕਿ ਉਹ ਪੁਰਾਣੀ ਮਸ਼ੀਨਰੀ ਭਾਰੀ ਬਹੁਤ ਸੀਗੀ, ਵੱਡੇ ਹੁੰਦੇ ਸੀਗੇ। ਇੱਥੇ ਅਸੀਂ ਤਕਰੀਬਨ ਉਹ ਚੀਜ਼ਾਂ ਜਿਹੜੀਆਂ ਸਹੀ ਹਾਲਤ 'ਚ ਨੇ। ਇਹ ਸਾਰੇ ਵੈਸੇ ਪਹਿਲਾਂ ਮਤਲਬ ਕਿ ਕਿਸੇ ਆਪਾਂ ਕਹਿ ਸਕਦੇ ਵੀ ਵਾਹਨ ਦੇ ਵਿੱਚ ਯੂਜ਼ ਕਰਕੇ ਰੱਖੇ ਹੋਏ ਨੇ। ਹਾਂਜੀ, ਇਹ ਸਾਰੇ ਇਹ ਚੀਜ਼ਾਂ ਵਰਤੋਂ ਚਾਹੀਆਂ ਨੇ, ਪਰ ਚਾਲੂ ਹਾਲਤ 'ਚ ਰੱਖੀਆਂ ਨੇ ਅਸੀਂ। ਅਜੇ ਵੀ ਚੱਲਦੀਆਂ ਬਿਲਕੁਲ ਚਾਲੂ ਹਾਲਤ 'ਚ ਨੇ, ਕਿਉਂਕਿ ਇਹਨਾਂ ਦਾ ਮਕਸਦ ਇਹੀ ਹੁੰਦਾ ਵੀ ਜਦੋਂ ਅਸੀਂ ਇਹਨੂੰ ਖੋਲ ਕੇ ਦਿਖਾਈਏ, ਅਸੀਂ ਇਹ ਨਾ ਕਹੀਏ ਵੀ ਚੱਲਦਾ ਹੁੰਦਾ ਸੀ, ਅਸੀਂ ਇਹ ਕਿ ਵੀ ਚੱਲਦਾ ਚਾਲੂ ਹਾਲਤ 'ਚ। ਮਿਊਜ਼ੀਅਮ ਲੈਬ। ਅੱਛਾ, ਮੈਂ ਦਰਸ਼ਕੋ ਤੁਹਾਨੂੰ ਇੱਕ ਖਾਸੀਅਤ ਦੱਸਾਂ ਜੈ ਸਿੰਘ ਦੀ, ਜਿਹੜੀ ਮੈਨੂੰ ਚੰਗੀ ਸਭ ਤੋਂ ਵੱਧ ਲੱਗੀ। ਬੜੇ ਅਧਿਆਪਕ ਦੇਖੇ ਨੇ, ਕਿਉਂਕਿ ਖੁਦ ਵੀ ਪੜ੍ਹੇ ਆ, ਸਟੂਡੈਂਟ ਰਹੇ ਆ, ਗ੍ਰੈਜੂਏਸ਼ਨ ਕੀਤੀ ਹੈ, ਅਧਿਆਪਕਾਂ ਤੋਂ ਪੜ੍ਹੇ ਆ। ਪਰ ਜਿਹੜੀ ਖਾਸੀਅਤ ਮੈਨੂੰ ਇਹਨਾਂ ਦੀ ਲੱਗੀ ਨਾ, ਜਿਵੇਂ ਹੁਣ ਤੁਸੀਂ ਹਾਲ ਹੀ ਦੇ ਵਿੱਚ ਇੱਕ ਧੀ ਦਾ ਵਿਆਹ ਕੀਤਾ, 9.5 ਲੱਖ ਦਾ ਜਿਹੜਾ ਖਰਚਾ ਆ ਗਿਆ ਸੀ, ਉਹ 9.5 ਲੱਖ ਦਾ ਖਰਚਾ ਵੀ ਤੁਸੀਂ ਆਪਣੀ ਜੇਬ ਤੋਂ ਦਿੱਤਾ, ਤੇ ਕੁੜੀ ਵਿਦਾਇਗੀ ਵੀ ਇੱਥੋਂ ਹੋਈ ਹੈ। ਨਹੀਂ, ਉਹ ਸਾਡੇ ਗਰੁੱਪ ਦੀਆਂ ਧੀਆਂ ਨੇ ਜੀ, ਜਦ ਇੱਥੇ ਦੀ ਹੈ ਤਾਂ ਫਿਰ ਇੱਥੋਂ ਹੀ ਹੋਊਗਾ। ਜੇ ਬੱਚਿਆਂ ਨੇ ਮੈਨੂੰ ਐਡਾ ਲੰਬਾ ਸਮਾਂ ਇੱਥੇ ਦਿੱਤਾ ਹੈ, ਤਾਂ ਫਿਰ ਉਹਦੇ ਮਾਪਿਓ ਹੁਣ ਕੋਈ ਹੋਰ ਥੋੜੀ ਹੋਣਗੇ। ਜਿਹੜੇ ਹੈਗੇ ਸੀ ਉਹ ਜਨਮ ਦੇ ਮਾਂ-ਬਾਪ ਨੇ, ਅਸੀਂ ਕਰਮ ਦੇ ਹਾਂ। ਸਾਨੂੰ ਲੰਬਾ ਟਾਈਮ ਉਹਨਾਂ ਨੇ ਦਿੱਤਾ, ਸਾਡੇ ਨਾਲ ਮਿਹਨਤ ਕੀਤੀ, ਫਿਰ ਉਹਨਾਂ ਦਾ ਹੱਕ ਤਾਂ ਬਣਦਾ ਹੀ ਹੈ। ਇੱਕ ਚੀਜ਼ ਮੈਂ ਕਹਿੰਦਾ ਹੁੰਦਾ ਵੀ ਜਿਹੜੇ ਕਹਿੰਦੇ ਵੀ ਬੱਚਾ ਹੁੰਦਾ ਨਾ ਛੋਟਾ, ਇੱਕ ਬੂਟਾ ਹੁੰਦਾ, ਬੂਟੇ ਨੂੰ ਦਰਖਤ ਤੇ ਬੋੜ ਬਣਨ ਦੇ ਵਿੱਚ ਇੱਕ ਅਧਿਆਪਕ ਹੀ ਜਿਹੜਾ ਆ ਆਪਣਾ ਵੱਡਾ ਰੋਲ ਅਦਾ ਕਰਦਾ, ਤੇ ਜੇ ਉਹ ਨਾ ਹੋਵੇ ਤਾਂ ਮੈਨੂੰ ਲੱਗਦਾ ਬੂਟਾ ਇੱਧਰ ਉੱਧਰ ਵੀ ਜਾ ਸਕਦਾ। ਦੇਖੋ, ਇਹ ਤਾਂ ਪੂਰੇ ਚਾਂਸ ਹੁੰਦੇ ਨੇ ਜੀ, ਸਿੱਧਾ ਤਾਂ ਬੂਟਾ ਖੜਾ ਹੁੰਦਾ ਹੀ ਨਹੀਂ, ਕਦੇ ਗਾਣੀ ਸੱਜੇ ਕਦੇ ਖੱਬੇ। ਟੀਚਰ ਦਾ ਇਹੀ ਕੰਮ ਹੈ ਵੀ ਉਹਨੂੰ ਬੰਨ੍ਹ ਕੇ ਚਲਾਵੇ ਸਹੀ। ਸਾਨੂੰ ਦੇਖੋ, ਸਾਡੇ ਲਈ ਬਾਕੀ ਕੋਈ ਖਾਣਾ ਪੀਣਾ, ਗੱਡੀਆਂ, ਇਹ ਕੋਈ ਖੁਸ਼ੀ ਦੇ ਸਾਧਨ ਨਹੀਂ ਹੁੰਦੇ। ਖੁਸ਼ੀ ਦੇ ਸਾਧਨ ਹੁੰਦੇ ਨੇ ਜੇ ਤੁਸੀਂ ਆਪਦੇ ਲਾਏ ਹੋਏ ਬੂਟੇ ਨੂੰ ਗਰੋ ਕਰਦੇ ਦੇਖਦੇ ਹੋ। ਜਦੋਂ ਬੂਟੇ ਵੱਧਦੇ ਫੁੱਲਦੇ ਨੇ, ਫਲ ਦਿੰਦੇ ਨੇ ਸਮਾਜ ਨੂੰ, ਜਿਹੜਾ ਉਸਤਾਦ ਆ ਉਹਦਾ ਨਾਮ ਤੱਕ ਤੇ ਹਟਾ ਸਕਦੇ ਹੀ ਨਹੀਂ ਨਾ। ਜੇ ਅਸੀਂ ਕਹਿ ਲਈਏ ਵੀ ਮਾਂ-ਬਾਪ ਜਿਹੜਾ ਮਰਜ਼ੀ ਮਾੜਾ ਹੋਵੇ, ਬੱਚਾ ਆਪਦੇ ਨਾਮ ਨਾਲ ਉਹਦਾ ਨਾਂ ਨਹੀਂ ਹਟਾ ਸਕਦਾ। ਬਿਲਕੁਲ, ਉਹਦਾ ਸਰਟੀਫਿਕੇਟਾਂ ਦੇ ਨਾਮ ਨਾਲ ਹੀ ਰਹੂ, ਜਿੱਡਾ ਹੀ ਮਰਜ਼ੀ ਮਾੜਾ ਹੋਵੇ। ਤੇ ਫਿਰ ਉਸਤਾਦ ਦਾ ਨਾਮ ਵੀ ਸਾਰੀ ਉਮਰ ਲਈ ਜੁੜਦਾ ਹੈ। ਜੇ ਕੋਈ ਮਾੜਾ ਸ਼ਾਗਿਰਦ ਨਿਕਲਿਆ ਵੀ, ਅਗਲਾ ਕਹਿੰਦਾ ਵੀ ਤੂੰ ਪੰਜਾਬੀ 'ਚ ਗਾਲ ਕੱਢਦਾ ਨੇ ਵੀ ਤੈਨੂੰ ਕਿਹੜੇ ਕੰਜਰ ਨੇ ਸਿਖਾਇਆ, ਤੇ ਕੰਜਰ ਫਿਰ ਉਸਤਾਦ ਕਹਾਊਗਾ, ਕੋਈ ਹੋਰ ਨਹੀਂ ਹੋਊਗਾ। ਅੱਛਾ, ਕਿੰਨੀ ਕੁ ਦੇਖਿਆ ਜਾਵੇ ਧੀਆਂ ਦੇ ਬਾਪ ਬਣ ਚੁੱਕੇ ਨੇ ਫਿਰ ਜੈ ਸਿੰਘ ਜੀ? ਬਾਈ ਜੀ, ਮੇਰੀਆਂ ਅਣਗਿਣਤੇ ਬੱਚੀਆਂ ਨੇ ਹੁਣ ਤਾਂ, ਪਰ ਇਹ ਵੀ 8 ਕੁ ਬੱਚੀਆਂ ਤਾਂ ਇੱਥੋਂ ਵਿਆਹ ਕੇ ਵੀ ਜਾ ਚੁੱਕੀਆਂ ਨੇ, ਕਿਉਂਕਿ ਇੱਥੇ ਨਾਲ ਰਹੀਆਂ, ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਸਾਡੇ ਨਾਲ ਰਹਿ ਕੇ। ਜੇ ਮੈਂ ਕਹਾਂ ਵੀ ਉਹ ਕਮਰੇ 'ਚ ਬੈਠੀਆਂ ਰਹੀ, ਨਹੀਂ, ਉਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ, ਮਿਹਨਤ ਕੀਤੀ, ਜ਼ਿੰਮੇਵਾਰੀਆਂ ਚੱਕੀਆਂ। ਤੇ ਮੈਂ ਸਮਝਦਾ ਵੀ ਕਿਸੇ ਵੀ ਘਰ ਦੇ ਵਿੱਚ 12 ਤੋਂ 13 ਸਾਲ ਦੀ ਜਿਹੜੀ ਬੱਚੀ ਆਉਣ ਭੁੱਲ ਹੁੰਦੀ ਹੈ, ਤੇ 20 ਕੁ ਸਾਲ ਦੇ ਉੱਤੇ ਉਹਦਾ ਵਿਆਹ ਹੁੰਦਾ ਹੈ। 6-7 ਸਾਲ ਦਾ ਸਮਾਂ, 6-7 ਸਾਲ ਤੋਂ ਬਾਅਦ ਵੀ ਤਾਂ ਮਾਂ-ਬਾਪ ਉਹਦਾ ਦਾਜ ਦੇ ਕੇ ਤੋਰਦਾ ਹੀ ਹੈ ਨਾ। ਫਿਰ ਜਦ 6-7 ਸਾਲ ਸਾਡੇ ਕੋਲੇ ਬੱਚਾ ਲਾਉਂਦਾ ਤਾਂ ਫਿਰ ਹੋਰ ਉਹਨੂੰ ਕੌਣ ਕਰੂਗਾ? ਅੱਛਾ, ਜੇ ਮੰਨ ਲਓ ਧੀ ਦਾ ਵਿਆਹ ਹੋ ਗਿਆ ਤਾਂ ਸਮਾਨ ਜਿੰਨਾ ਵੀ ਦਿੰਦੇ ਨੇ, ਆਪਾਂ ਕਹਿ ਦਿੰਦੇ ਆ ਵਿੱਚ, ਉਹ ਵੀ ਤੁਸੀਂ ਆਪ ਕਰਦੇ ਹੋ? ਅਸਲ ਤਾਂ ਜੀ ਬੱਚਿਆਂ ਦੀ ਮਿਹਨਤ ਹੀ ਹੈ, ਮੈਂ ਕੁਛ ਨਹੀਂ ਕਰਦਾ। ਮੈਂ ਤਾਂ ਪਤਾ ਉਂਗਲੀ ਕਰਨ ਵਾਲੇ ਆ ਇੱਥੇ, ਸਾਡਾ ਤਾਂ ਇਹ ਕੰਮ ਰਾਹ ਦਿਖਾਉਣਾ। ਅਸੀਂ ਬੱਚਿਆਂ ਨੂੰ ਕਹਿੰਦੇ ਆਹ ਕਰ ਲਓ, ਆਹ ਕਰ ਲਓ, ਉਹਦੇ ਵਿੱਚੋਂ ਹੀ ਕੁਛ ਨਾ ਕੁਛ ਜਿਹੜਾ ਪੈਸਾ ਹੈ, ਉਹ ਬੱਚਿਆਂ ਨਾਲ ਇਕੱਠਾ ਹੁੰਦਾ ਰਹਿੰਦਾ ਹੈ, ਉਹੀ ਉਹਨਾਂ ਦਾ ਬਣ ਜਾਂਦਾ ਹੈ। ਕੋਈ ਕਿਸੇ ਦਾ ਆਸਾਨ ਨਹੀਂ ਹੈ ਕਿ ਉਹ ਬੱਚਿਆਂ ਨੇ ਮਿਹਨਤ ਨਹੀਂ ਕੀਤੀ ਨਾਲ, ਜੇ ਮਿਹਨਤ ਕੀਤੀ ਉਹਨਾਂ ਦਾ ਹੱਕ ਬਣਦਾ ਸੀਗਾ। ਅੱਛਾ, ਇੱਕ ਪਿੱਛੇ ਜਿਹੜੇ ਸਟੂਡੈਂਟਸ ਦੱਸਦੇ ਸੀਗੇ ਵੀ 7 ਸਾਲ ਤੁਹਾਡੇ ਨਾਲ ਰਹੇ ਨੇ, ਤਾਂ ਸਿਰਫ 2 ਦਿਨ ਦੀ ਛੁੱਟੀ ਲਈ ਆ 7 ਸਾਲ ਦੇ ਵਿੱਚ। ਬਿਲਕੁਲ, ਉਹ ਸਾਡੀ ਬੱਚੀ ਦੀ ਇਹ ਸਭ ਤੋਂ ਵੱਡੀ ਬਿਊਟੀ ਰਹੀ, ਔਰ ਅੰਡਰ ਮੈਟ੍ਰਿਕ ਬੱਚੀ ਸੀ ਇਹ। ਕਿੱਥੋਂ ਬਿਲੋਂਗ ਕਰਦੇ ਸੀ? ਬਿਲੋਂਗ ਤਾਂ ਸਾਡੇ ਲਾਗੇ ਸੀ ਜੀ, ਧੂਰੀ ਤੋਂ ਸੀ, ਪਰ 7 ਸਾਲ ਉਹ ਬੱਚੇ ਨੇ ਸਿਰਫ 2 ਛੁੱਟੀਆਂ ਕੀਤੀਆਂ ਨੇ ਬਸ। ਕੀ ਬਾਤ! ਉਹਨੇ ਇੰਨੀ ਕੁ ਤਨਦੇਹੀ ਨਾਲ ਆਪਦਾ ਜ਼ਿੰਮੇਵਾਰੀ ਨਿਭਾਈ ਵੀ ਕੁਦਰਤੀ ਹੈ ਵੀ ਬਹੁਤ ਲਾਡਲੀ ਰਹੀ। ਪਰ ਇੱਕ ਚੀਜ਼ ਮੈਂ ਉਹਦੇ ਹੁੰਦੇ ਤੁਹਾਨੂੰ ਦੱਸ ਦਿਆਂ ਵੀ ਮੇਰੇ ਕੋਲ ਇੱਕ ਬੱਚੀ ਮੇਰੇ ਕੋਲ ਆਈ ਸੀ 98 'ਚ,
ਅੱਛਾ। ਤੇ ਉਹਦਾ ਅਸੀਂ ਵਿਆਹ ਕੀਤਾ ਸੀ 2013, ਜਾਣੀ ਕਿ ਉਹ ਕਹਿ ਲਿਆ ਜਾਵੇ ਮੇਰੇ ਸੱਜੇ ਹੱਥ ਦੇ ਤੌਰ ਤੇ ਰਹੀ ਔਰ ਅੱਜ ਵੀ ਹੈ। ਅੱਛਾ। ਤੇ ਫਿਰ ਉਹ ਵਿਆਹ ਕਰਕੇ ਇਟਲੀ ਚਲੀ ਗਈ ਅੱਛਾ। ਔਰ ਅੱਜ ਇਹ ਸਾਰੇ ਸਿਸਟਮ ਨੂੰ ਉਹ ਇਟਲੀ ਤੋਂ ਹੀ ਸੰਭਾਲ ਰਹੀ ਹੈ ਸਾਰਾ ਕਾਰੋਬਾਰ। ਅਰੇ ਕਿਆ ਉੱਥੇ ਹੋ ਕੇ ਹੋਰ ਨਹੀਂ ਉਹਨੇ ਕੰਮ ਕੀਤਾ ਕੋਈ। ਉਹਦੀ ਇੱਕੋ ਹੀ ਪ੍ਰੈਫਰੈਂਸ ਸੀ ਵੀ ਮੇਰਾ ਘਰ ਉਹੀ ਪਹਿਲਾਂ ਮੈਂ ਉਹਨੂੰ ਵੀ ਸੰਭਾਲਣਾ ਹੈ। ਉਹ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਨਿਭਾਉਣ ਗਈ ਹੈ ਵਿਆਹ ਕਰਾ ਕੇ, ਪਰੰਤੂ ਉਹਨੇ ਇੱਧਰਲੀ ਜ਼ਿੰਮੇਵਾਰੀ ਤੋਂ ਹੱਥ ਨਹੀਂ ਖਿੱਚਿਆ। ਮੁੱਢਲੀ ਜਿਹੜੀ ਆਪਾਂ ਕਹਿ ਦਿੰਦੇ ਆ ਵੀ ਜ਼ਿੰਮੇਵਾਰੀ ਆ ਉਹ ਨਿਭਾ ਰਹੀ ਹੈ। ਇੱਥੇ ਦਾ ਜੋ ਵੀ ਖਰਚਾ ਪੱਠਾ ਕੋਈ ਸਮਾਨ ਖਰੀਦਣਾ ਹੈ ਕਰਨਾ ਹੈ ਉਹ ਸਾਰਾ ਉਸੇ ਨੇ ਕਰਨਾ ਹੈ। ਅੱਛਾ। ਹੁਣ ਦੇਖਿਆ ਵੀ ਉਹਨੂੰ ਮੇਰੇ ਨਾਲ ਹੁਣ 21-22 ਸਾਲ ਹੋ ਗਏ। ਹਾਂ, ਬਹੁਤ ਲੰਬਾ ਸਮਾਂ। ਬਹੁਤ ਲੰਬਾ ਸਮਾਂ 98 ਤੋਂ ਲੈ ਕੇ 13 ਤੱਕ 98 ਤੋਂ 13 ਤੱਕ 21 ਤੱਕ ਦਾ ਬਿਲਕੁਲ ਲਗਾਤਾਰ ਚੱਲ ਰਿਹਾ ਜੀ। ਕੀ ਬਾਤ ਹੈ। ਉਹਨੂੰ ਮੈਂ ਕਦੇ ਉਹਨੇ ਆਪਣੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸਾਨੂੰ ਇੱਥੇ। ਅੱਛਾ ਜੈ ਸਿੰਘ ਜੀ, ਆਪਾਂ ਦੇਖੀਏ ਕਿਉਂਕਿ ਲੈਬ ਇੰਨੀ ਵੱਡੀ ਹੈ, ਮੈਂ ਸੁਣਿਆ ਹੈ ਕਿ ਇੰਡੀਆ ਦੀ ਸਭ ਤੋਂ ਵੱਡੀ ਜਿਹੜੀ ਹੈ ਇਹ ਲੈਬ ਹੈ ਜੀ। ਇੰਡੀਆ ਦੀ ਸਭ ਤੋਂ ਵੱਡੀ ਏਰੀਆ ਦੇ ਵਿੱਚ ਨਹੀਂ ਹੈ, ਮਤਲਬ ਇਹ ਵੀ ਸਭ ਤੋਂ ਵੱਧ ਮੌਜੂਦਾ ਜਿਹੜਾ ਸਮਾਨ ਹੈ ਉਹ ਚਾਲੂ ਹਾਲਤ 'ਚ ਹੈ। ਔਰ ਵੱਡੀ ਮੇਨ ਗੱਲ ਇਹ ਵੀ ਮੌਜੂਦਾ ਸਮੇਂ ਦਾ। ਸਾਡੀ ਤਰਾਸਦੀਆਂ ਨੇ, ਸਾਡੇ ਚੰਗੇ ਜਿਹੜੇ ਕਾਲਜ ਨੇ, ਸੰਸਥਾ ਨੇ, ਉੱਥੇ 1950 ਦੀ 55 ਦੀ ਜਦੋਂ ਉਹ ਕਾਲਜ ਬਣੇ ਉਹਦੇ ਨਾਲ ਸਿਸਟਮ ਲੱਗਿਆ, ਉਹ ਖੜਾ ਹੈ ਤੇ ਉਵੇਂ ਜਿਵੇਂ ਚੱਲੀ ਜਾਂਦਾ ਹੈ। ਅੱਛਾ, ਜਿਵੇਂ ਹੁਣ ਤੁਸੀਂ ਦੱਸਿਆ ਪਿੱਛੇ ਜੇ ਵੀ ਕਾਲਜ ਵਿਜ਼ਿਟ ਕਰੇ ਸੀ, ਯੂਨੀਵਰਸਿਟੀਆਂ ਵਾਲੇ ਫਿਰ ਟ੍ਰਿਪ ਲੈ ਕੇ ਆਉਂਦੇ ਹੋਣਗੇ ਤੁਹਾਡੇ ਕੋਲ, ਇੱਥੇ ਬੱਚਿਆਂ ਨੂੰ ਸਿਖਵਾ ਕੇ ਲੈ ਕੇ ਜਾਂਦੇ ਹੋਣਗੇ? ਆਉਂਦੇ ਨੇ ਜੀ, ਅਸੀਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ, ਉਹ ਵੀ ਸਾਡੇ ਮਹਿਮਾਨ ਨੇ। ਉਹਦੇ ਕੋਈ ਚਾਰजेस ਤਾਂ ਨਹੀਂ ਹੁੰਦੇ? ਨਹੀਂ ਫ੍ਰੀ ਆਫ ਕਾਸਟ ਨੇ। ਕੋਈ ਵੀ ਕਾਲਜ ਆਉਂਦਾ ਉਹ ਸਾਡੇ ਬੱਚੇ, ਉਹ ਵੀ ਕਿਹੜਾ ਕਿਸੇ ਦੇ ਬਗਾਨੇ ਨੇ, ਉਹ ਸਾਡੇ ਸਮਾਜ ਦੇ ਬੱਚੇ ਨੇ, ਚਾਹੇ ਉਹ ਸਾਡੇ ਕੋਲੇ ਇੱਕ ਦਿਨ ਦੇ ਮਹਿਮਾਨ ਬਣ ਕੇ ਆਉਂਦੇ ਨੇ। ਅਸੀਂ ਕਹਿੰਦੇ ਵੀ ਤੁਸੀਂ ਵੀ ਲੈ ਕੇ ਜਾਓ, ਜਿਹੜਾ ਕੁਛ ਤੇ ਹੈਗਾ ਤਾਂ ਲੈ ਲਓ। ਹੁਣ ਜੈਸੇ ਕਿ ਆਪਾਂ ਕਿਹੜੀ ਲੈਬ ਹੈ ਇਹ ਕੀ ਸਾਡੀ ਮੋਟਰ ਤੇ ਜਨਰੇਟਰ ਸਟਾਰਟਰ, ਇਹ ਜਾਣੀ ਕਿ ਜਿਹੜੀ ਵੀ ਮੂਵਮੈਂਟ ਹੈ, ਇਹ ਕਹਿ ਲਿਆ ਜਾਵੇ ਮੂਵਮੈਂਟ ਇੱਥੇ ਸਾਰੀ ਹੈ। ਹਰ ਕਿਸਮ ਦੀਆਂ ਮੋਟਰਾਂ ਚੱਲਦੀਆਂ ਨੇ, ਜਨਰੇਟਰ ਚੱਲਦੇ ਨੇ, ਸਟਾਰਟਰ ਚੱਲਦੇ ਨੇ, ਸਾਰੇ ਚਾਲੂ ਹਾਲਤ 'ਚ ਨੇ। ਅੱਛਾ, ਵੈਸੇ ਇਹਦੀ ਟਾਈਮਿੰਗ ਦੇਖਿਆ ਜਾਵੇ ਤਾਂ ਲੈਬਸ ਦੀ ਕੀ ਟਾਈਮਿੰਗ ਨੇ ਪ੍ਰੋਪਰ? ਜਿਵੇਂ ਤੁਹਾਡਾ ਆਪਾਂ ਡਿਸਪਲਿਨ ਦੀ ਗੱਲ ਕੀਤੀ, ਸਕੈਜੂਲ ਦੇ ਵਿੱਚ ਫਿਰ ਟਾਈਮ ਪ੍ਰੋਪਰ ਕੀ ਹੈ ਡੇਲੀ ਦਾ? ਟਾਈਮ ਇਹਦਾ ਹੈ ਜੀ ਜਿਵੇਂ 8 ਤੋਂ 6 ਸਾਡਾ ਫੈਕਟਰੀ ਦਾ ਟਾਈਮ ਹੈ, ਜਿਹ 'ਚ ਸਾਰੇ ਬੱਚੇ ਮੇਰੇ ਨਾਲ ਰਹਿੰਦੇ ਨੇ। ਅੱਛਾ। ਸਵੇਰੇ 8 ਤੋਂ 6 ਤੱਕ। ਦੁਪਹਿਰੇ 1 ਵਜੇ ਖਾਣੇ ਦੀ ਛੁੱਟੀ ਹੁੰਦੀ ਹੈ। ਠੀਕ ਹੈ। ਜਿਹੜੇ ਬੱਚੇ ਪੜ੍ਹਦੇ ਨੇ ਉਹ 15 ਮਿੰਟ 'ਚ ਖਾਣਾ ਖਾ ਕੇ ਲੈਬ 'ਚ ਆ ਜਾਂਦੇ ਨੇ। ਅੱਛਾ। ਤੇ ਫਿਰ ਉਹ ਪੌਣੇ 2 ਘੰਟੇ ਦੁਪਹਿਰੇ ਲਾਉਂਦੇ ਨੇ। ਕਿਉਂਕਿ ਜੋ ਕੁਛ ਹੇਠਾਂ ਦੇਖਿਆ ਉਹਦੀ ਪ੍ਰੈਕਟਿਸ। ਤੇ 6 ਵਜੇ ਤੱਕ, 6 ਵਜੇ ਤੋਂ ਬਾਅਦ 7 ਵਜੇ ਬੱਚੇ ਫਿਰ ਆ ਜਾਂਦੇ ਨੇ ਲੈਬ 'ਚ। ਫਿਰ ਰਾਤ ਨੂੰ 10 ਸਾਢੇ 10 ਵਜੇ ਤੱਕ ਫਿਰ ਲੱਗੇ ਰਹਿੰਦੇ ਨੇ। ਕਮਾਲ ਦੀ ਗੱਲ ਹੈ, ਕਿਉਂਕਿ ਦਰਸ਼ਕੋ ਇਹ ਤੁਹਾਨੂੰ ਨਾ ਵੀਡੀਓ ਦਿਖਾਉਣ ਦਾ ਕਾਰਨ ਇਹ ਹੈ ਵੀ ਉਹ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਸਿੱਖਿਆ ਤਾਂ ਹਰ ਇੱਕ ਦੇਣ ਨੂੰ ਫਿਰਦਾ ਹੈ, ਗਿਆਨ ਤਾਂ ਹਰ ਇੱਕ ਦੇਣ ਨੂੰ ਫਿਰਦਾ, ਪਰ ਪ੍ਰੈਕਟੀਕਲ ਨੌਲੇਜ ਉਹ ਕੋਈ ਉਹ ਦਿੰਦਾ। ਤੇ ਅੱਜ ਦੇ ਟਾਈਮ ਦੇ ਵਿੱਚ ਮੈਂ ਵੇਖਿਆ ਵੀ ਬੱਚੇ ਕਿਤਾਬੀ ਕੀੜੇ ਤੇ ਬਣ ਜਾਂਦੇ ਨੇ, ਕਹਿੰਦੇ ਰੈਂਕ ਪਹਿਲਾਂ ਤਾਂ ਲੈ ਲੈਂਦੇ ਨੇ, ਆਲ ਇੰਡੀਆ ਆਲ ਵਰਲਡ 'ਚ ਵੀ ਰੈਂਕ ਪਹਿਲਾਂ ਲੈ ਲੈਣਗੇ, ਪਰ ਜੇ ਪ੍ਰੈਕਟੀਕਲ ਨੌਲੇਜ ਆਪਾਂ ਨੂੰ ਕਹਿ ਦਈਏ ਤਾਂ ਉਹਨੂੰ ਕੱਖ ਦੀ ਨਹੀਂ ਹੁੰਦੀ ਜੀ। ਰੈਂਕ ਸਾਡੇ ਲਾਈਨ 'ਚ ਕਿਸੇ ਕੰਮ ਦੇ ਨਹੀਂ। ਰੈਂਕ ਹੈ ਜਿਹੜਾ ਪੂਰੇ ਪਰਫਾਰਮ ਕਰਕੇ ਦਿਖਾ ਦੇ ਘੱਟ ਤੋਂ ਘੱਟ ਟਾਈਮ 'ਚ ਤੇ ਬਿਹਤਰ, ਉਹ ਵੱਡਾ ਰੈਂਕ ਹੈ। ਤੇ ਹੁਣ ਕਿਹੜੀ ਲੈਬ, ਜਿਵੇਂ ਇਹਦੇ ਵਿੱਚ ਟਰਾਂਸਫਾਰਮਰ ਵੀ ਵੱਡੇ ਲੱਗੇ ਹੋਏ ਨੇ, ਜਿਵੇਂ ਦੇਖਿਆ ਗਿਆ ਸਾਰੀ ਲਾਈਨਿੰਗ ਦੀ ਲਾਈਨ ਹੈ ਜੀ। ਇਹ 11000 ਵੋਲਟੇਜ ਦੀ ਲੈਬ ਹੈ। ਅੱਛਾ। ਇੱਥੇ ਜਿੰਨਾ ਵੀ ਇਕਵਿਪਮੈਂਟ ਪਿਆ ਇਹ ਸਾਰਾ 11000 ਵੋਲਟੇਜ ਨਾਲ ਤਾਲੁਕਾਤ ਰੱਖਦਾ, ਜਿਹੜੇ ਕਿ ਸਾਡੇ ਘਰਾਂ ਨੂੰ, ਸਾਡੀਆਂ ਫੈਕਟਰੀਆਂ ਨੂੰ ਸਪਲਾਈ ਆਉਂਦੀ ਹੈ ਜਾਂ ਸਾਡੇ ਖੇਤਾਂ ਨੂੰ ਸਪਲਾਈ ਆਉਂਦੀ ਹੈ, ਉਹ ਸਾਰਾ ਇਸ ਲੈਬ ਨਾਲ ਤਾਲੁਕਾਤ ਹੈ। ਇਹ ਉੱਪਰ ਲਾਈਨ ਹੈ, ਇਹ ਚਾਲੂ ਹੁੰਦੀ ਹੈ ਬਕਾਇਦਾ। ਅੱਛਾ, ਚੱਲਦੀ ਹੈ? ਹਾਂ, ਇਹ ਚੱਲਦੀ ਹੈ ਜੀ ਲਾਈਨ। ਅੱਛਾ, ਬੰਦ ਉਧਰਲੀ ਸਾਈਡ ਉਹ ਟਰਾਂਸਫਾਰਮਰ? ਹਾਂਜੀ, ਉਧਰ ਵੀ ਲੱਗਿਆ ਹੋਇਆ, ਇੱਧਰ ਵੀ ਲੱਗਿਆ ਹੋਇਆ। ਦੇਖੋ, ਬੰਦ ਦੇ ਉੱਤੇ ਤੁਸੀਂ ਕੁਛ ਨਹੀਂ ਸਿਖਾ ਸਕਦੇ। ਬਿਲਕੁਲ। ਬੰਦ ਤਾਂ ਤੁਸੀਂ ਕਿਸੇ ਦੇ ਅੱਗੇ ਸਾਈਕਲ ਵੀ ਖੜਾ ਕਰਦੇ ਹੋ ਵੀ ਆਹ ਸਾਈਕਲ ਆ, ਘੰਟੀ ਆ, ਬ੍ਰੇਕ ਹੈ, ਇਹਨੂੰ ਚਲਾਉਣਾ ਸਿੱਖ ਲਈ, ਨਹੀਂ ਚੱਲਦਾ। ਬਸ ਉਹਨੂੰ ਢਾਂਚਾ ਜਿਆਦਾ ਪਤਾ ਲੱਗ ਜਾਊਗਾ, ਪਰ ਅੰਦਰ ਕੀ ਆ ਉਹ ਨਹੀਂ ਪਤਾ ਲੱਗੂ। ਨਹੀਂ, ਉਹ ਚਲਾਉਣ ਤੋਂ ਬਾਅਦ ਹੀ ਪਤਾ ਲੱਗੂ ਵੀ ਕਿਹੜੀ ਚੀਜ਼ ਟਾਈਟ ਹੈ, ਕਿ ਪਹੀਆ ਹਿੱਲਦਾ ਹੈ ਜਾਂ ਚੈਨ ਫਸਦੀ ਹੈ, ਕੀ ਹੁੰਦਾ ਉਹ ਸਾਰਾ ਫਿਰ ਲੈਬ 'ਚ ਆ ਕੇ ਪਤਾ ਲੱਗਦਾ। ਤੇ ਇਸ ਚੀਜ਼ ਦੀ ਆਪਾਂ ਦੇਖਿਆ ਜਾਵੇ ਤਾਂ ਕਿੰਨਾ ਟਾਈਮ ਲੱਗ ਜਾਂਦਾ, ਕਿਉਂਕਿ ਬਹੁਤ ਜਿਵੇਂ ਦੇਖਿਆ ਵੀ ਚੀਜ਼ਾਂ ਦਰਸ਼ਕੋ ਮੈਂ ਦੱਸ ਦੇਵਾਂ ਵੀ ਕੱਲੀ ਤੁਹਾਡੀ ਟੀਵੀ ਸਕਰੀਨ 'ਤੇ ਨਾ ਸ਼ਾਰਟਸ ਵੀ ਨਾਲ ਚੱਲ ਰਹੇ ਨੇ, ਕੱਲੀ ਚੀਜ਼ਾਂ ਦੇ ਜਿਹੜੀਆਂ ਮੈਂ ਸਮਝਾ ਰਿਹਾ ਨਾ ਵੀ ਉਹਨਾਂ ਦੇ ਸਾਰੇ ਜਿਹੜੇ ਨੇ ਸ਼ਾਰਟਸ ਵੀ ਚੱਲ ਰਹੇ ਨੇ। ਸ਼ਾਰਟਸ ਇਸ ਕਰਕੇ ਲੈਣੇ ਕਿਉਂਕਿ ਬਹੁਤ ਚੀਜ਼ਾਂ ਨੇ, ਕਈ ਇੰਨੀਆਂ ਕੁ ਬਰੀਕ ਨੇ ਕਿ ਆਪਾਂ ਕਹਿ ਸਕਦੇ ਵੀ ਨੇਕਡ ਆਈਜ਼ ਨਾਲ, ਨੰਗੀ ਅੱਖਾਂ ਨਾਲ ਆਪਾਂ ਨੂੰ ਨਹੀਂ ਦੇਖ ਸਕਦੇ, ਜੱਜ ਨਹੀਂ ਕਰ ਸਕਦੇ, ਪਰ ਕੈਮਰੇ ਦੇ ਨਾਲ ਜ਼ੂਮ ਆਊਟ ਕਰਕੇ, ਜ਼ੂਮ ਇਨ ਕਰਕੇ ਉਸ ਚੀਜ਼ ਨੂੰ ਦੇਖਿਆ ਜਾ ਸਕਦਾ। ਕੁੱਲ ਕਿੰਨਾ ਸਮਾਂ ਲੱਗ ਜਾਂਦਾ ਫਿਰ ਜਿਹੜੇ ਸਟੂਡੈਂਟਸ ਨੇ, ਕਿੰਨਾ ਸਮਾਂ ਕੋਰਸ, ਕਿੰਨਾ ਲੰਬਾ ਫਿਰ ਇਹ ਕੋਈ ਪ੍ਰੋਪਰ ਕੋਰਸ ਨਹੀਂ ਹੈ ਜੀ। ਦੇਖੋ, ਕੁਛ ਬੱਚੇ ਨੇ ਜਿਹੜੇ ਮਹੀਨਿਆਂ ਦੇ ਹਿਸਾਬ ਨਾਲ ਕੁਛ ਵੀ ਨਹੀਂ ਸਮਝਦੇ, ਜਿਨ੍ਹਾਂ ਦਾ ਧਿਆਨ ਘੱਟ ਹੁੰਦਾ ਹੈ, ਉਹ ਬਹੁਤ ਲੰਬਾ ਟਾਈਮ ਲੈਂਦੇ ਨੇ। ਪਰ ਕੁਛ ਬੱਚੇ ਇੰਨੇ ਫਾਸਟ ਆਉਂਦੇ ਨੇ, ਜਾਣੀ ਕਿ ਜਿਹੜੇ ਸਾਡੀ ਜਾਨ ਖਾ ਕੇ ਰੱਖਦੇ ਨੇ, ਆਹ ਕੀ ਹੁੰਦਾ ਜੀ, ਆਹ ਕੀ ਹੁੰਦਾ, ਤਾਂ ਅਸੀਂ ਸਮਝਦੇ ਉਹ ਮਹੀਨਿਆਂ ਦੇ ਵਿੱਚ ਵੀ ਗਰੋ ਕਰਦੇ ਨੇ।
ਅੱਛਾ, ਕਦੇ ਖਿਜਣ ਦੀ ਕੋਸ਼ਿਸ਼ ਨਹੀਂ ਕੀਤੀ? ਕਿਉਂਕਿ ਅਧਿਆਪਕ ਕਈ ਵਾਰ ਖਿਜ ਜਾਂਦਾ ਹੈ। ਨਾ, ਜੇ ਖਿੱਚ ਕੇ ਫਿਰ ਇੱਥੇ ਕੋਈ ਫਾਇਦਾ ਨਹੀਂ। ਫਿਰ ਤਾਂ ਸਾਡਾ ਜਿਹੜਾ ਇਹ ਕਹਿਣਾ ਹੈ ਵੀ ਆ ਜਾਓ, ਖਿੱਚਦੇ ਅਸੀਂ ਇੱਕੋ ਹੀ ਲੈਵਲ ਤੇ ਆ ਵੀ ਬੱਚਾ ਟਾਈਮ ਤੇ ਨਹੀਂ ਆਇਆ ਜਾਂ ਕੋਈ ਐਸੀ ਨਲਾਇਕੀ ਕਰ ਰਿਹਾ ਜਿਹਦਾ ਪੜ੍ਹਾਈ ਦੇ ਨਾਲ ਕੋਈ ਤਾਲੁਕਾਤ ਨਹੀਂ ਹੈ, ਉੱਥੇ ਅਸੀਂ ਇਹ ਸਮਝ ਲੈਣਾ ਵੀ ਇਹ ਨਲਾਇਕ ਨਹੀਂ ਹੈ, ਅਸਲ 'ਚ ਇਸ ਫੀਲਡ ਦੇ ਵਿੱਚ ਬੱਚੇ ਦਾ ਇੰਟਰਸਟ ਨਹੀਂ ਹੈ। ਹਾਂ, ਇਹ ਬਹੁਤ ਜ਼ਰੂਰੀ ਹੈ। ਜੇ ਬੱਚੇ ਦਾ ਇੰਟਰਸਟ ਹੋਵੇ ਉਹ ਆਪ ਅੱਗੋਂ ਸਵਾਲ ਕਰਕੇ ਪੁੱਛਦਾ ਹੈ ਵੀ ਇਹ ਚੀਜ਼ ਕਿਵੇਂ ਹੋ ਸਕਦੀ ਹੈ। ਨਹੀਂ ਪੁੱਛ ਰਿਹਾ, ਕਈ ਬੱਚੇ ਕਹਿ ਦਿੰਦੇ ਨੇ ਵੀ ਸਾਡਾ ਜੀ ਇਸ ਲਾਈਨ 'ਚ ਕੋਈ ਇੰਟਰਸਟ ਨਹੀਂ ਹੈ, ਅਸੀਂ ਫਿਰ ਮਾਂ-ਬਾਪ ਨੂੰ ਸੌਰੀ ਕਹਿ ਦਿੰਦੇ ਵੀ ਨਹੀਂ, ਇਹ ਬੱਚਾ ਇਸ ਲਾਈਨ 'ਚ ਨਹੀਂ ਚੱਲੇਗਾ। ਹਾਂ, ਦੇਖੋ ਜਿਹੜਾ ਕੰਮ ਹੈ ਸ਼ਰਾਰਤ ਕਰਨਾ ਹੈ, ਇੱਲਤ ਕਰਨਾ ਸੀ, ਕਹਿੰਦਾ ਫਿਰ ਤਾਂ ਲੀਡਰਸ਼ਿਪ ਦੀ ਟ੍ਰੇਨਿੰਗ ਦਿਵਾਓਗੇ। ਬਿਲਕੁਲ। ਜੈਸੇ ਕਿ ਸਾਰੀ ਚੀਜ਼ਾਂ ਘੁੰਮ ਲਈਆਂ, ਸਾਰੀ ਦਰਸ਼ਕਾਂ ਨੇ ਵੀ ਦੇਖ ਲਈਆਂ, ਇੱਕ ਸਵਾਲ ਹੁਣ ਮੈਂ ਪੁੱਛੂੰਗਾ ਕਿਉਂਕਿ ਸ਼ੁਰੂਆਤ ਦੇ ਵਿੱਚ ਪੁੱਛਣਾ ਜਾਇਜ਼ ਨਹੀਂ ਸੀ, ਹੁਣ ਪੁੱਛੂੰਗਾ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ, ਇਸ ਟਾਈਮ ਸੋਸਾਇਟੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਹਰ ਇੱਕ ਬੰਦਾ ਨਾ ਕੋਈ ਜੇ ਕੰਮ ਕਰਦਾ ਤਾਂ ਉਹਦੇ ਪਿੱਛੇ ਉਹ ਕਹਿੰਦਾ ਵੀ ਮੈਨੂੰ ਇਹਦਾ ਕੀ ਫਾਇਦਾ। ਤੁਸੀਂ ਇੰਨਾ ਵੱਡਾ ਕੰਮ ਤੋਰਿਆ ਹੈ, ਐਡਾ ਵੱਡਾ ਗਿਆਨ ਦੇ ਰਹੇ ਹੋ ਲੋਕਾਂ ਨੂੰ, ਇਹਦਾ ਕੀ ਫਾਇਦਾ, ਤੁਹਾਨੂੰ ਕੀ ਫਾਇਦਾ ਇਸ ਚੀਜ਼ ਦਾ? ਬਹੁਤ ਵੱਡਾ ਫਾਇਦਾ ਬਾਈ ਜੀ। ਇਹਦਾ ਮੇਨ ਫਾਇਦਾ ਜਿਹੜਾ ਹੈ ਵੀ ਅਸੀਂ ਜੋ ਕੁਝ ਵੀ ਕਰਦੇ ਹਾਂ, ਅਸੀਂ ਕੋਠੀਆਂ ਬਣਾਉਂਦੇ ਹਾਂ, ਕਾਰਾਂ ਲਿਆਉਂਦੇ ਹਾਂ, ਚੰਗਾ ਮਹਿੰਗਾ ਖਾਣ ਪਾਣ, ਉਹ ਹੁੰਦਾ ਦਿਲ ਦੀ ਸੰਤੁਸ਼ਟੀ ਲਈ, ਪਰ ਫਿਰ ਵੀ ਨਹੀਂ ਮਿਲਦਾ। ਇੱਥੇ ਉਹ ਬਹੁਤ ਮਿਲਦੀ ਹੈ। ਕਿਆ ਬਸ ਜਿਹੜੀ ਮਾਨਸਿਕ ਤਸੱਲੀ ਹੈ, ਫਿਰ ਉਹਦਾ ਕੋਈ ਮੁੱਲ ਕੋਈ ਨਹੀਂ। ਲੋਕ ਜਿਹੜੇ ਕਾਰੋਬਾਰੀ ਲੋਕ ਨੇ, ਲੋਕ ਕਹਿੰਦੇ ਨੇ ਵੀ 2-2 4-4 ਗੋਲੀਆਂ ਨੀਂਦ ਦੀਆਂ ਖਾ ਕੇ ਸੌਂਦੇ ਨੇ। ਹਾਂ, ਨੀਂਦ ਨਹੀਂ ਆਉਂਦੀ ਬਾਈ ਜੀ। ਸਾਡਾ ਤਾਂ ਇਹ ਹਾਲ ਹੈ ਜੀ, ਮੈਂ ਕਈ ਵਾਰ ਮੈਂ ਤਾਂ ਖੜਾ ਖੜੋਤਾ ਵੀ ਸੌਂ ਜਾਂਦਾ। ਇੰਨਾ ਸਕੂਨ ਹੈ। ਕਿਤੇ ਕੰਧ ਨਾਲ ਢਾਸਣਾ ਲੱਗ ਗਿਆ ਤਾਂ ਖੜੇ ਖੜੋਤੇ ਵੀ ਸੌਂ ਲੈਂਦਾ। ਹੋਰ ਕੀ ਚਾਹੀਦਾ? ਕਿਸੇ ਭਾਅ ਨਹੀਂ ਮਿਲਦੀਆਂ ਚੀਜ਼ਾਂ ਇਹ। ਆਖਰੀ ਸਵਾਲ ਹੋਊਗਾ। ਮੈਂ ਸੁਣਿਆ ਵੀ ਇੱਕ ਵਾਰ ਜਿਹੜੇ ਸੀਗੇ ਯੂਪੀ ਪਤਾ ਨਹੀਂ ਉਧਰਲੀ ਸਾਈਡ ਤੋਂ, ਬਿਹਾਰ ਸਾਈਡ ਤੋਂ ਕੁਝ ਸਟੂਡੈਂਟਸ ਆਏ ਸੀ ਅੱਧੀ ਰਾਤ ਨੂੰ, ਸ਼ਾਇਦ ਹੁਣ ਵੀ ਥੋੜ੍ਹੇ ਟਾਈਮ ਪਹਿਲਾਂ ਹੀ ਐਗਜ਼ਾਮ ਦੇਣ ਗਏ ਨੇ, ਉਹ ਅੱਧੀ ਰਾਤ ਨੂੰ ਕਹਿੰਦੇ 11 ਵਜੇ ਤੱਕ ਲੈਬ ਦੇ ਵਿੱਚ ਕੰਮ ਕਰਦੇ ਰਹੇ। ਮਿਹਨਤੀ ਬੱਚੇ ਨੇ ਜੀ, ਉਹ ਹਿਸਾਰ ਯੂਨੀਵਰਸਿਟੀ ਦੇ ਬੱਚੇ ਨੇ। ਮੈਨੂੰ ਉਹਨਾਂ ਦੀ ਯੂਨੀਵਰਸਿਟੀ ਦਾ ਪ੍ਰੋਪਰ ਨਾਮ ਤਾਂ ਨਹੀਂ ਯਾਦ ਹੈ, ਪਰ ਉਹ ਹਿਸਾਰ ਤੋਂ ਆਏ ਹੋਏ ਨੇ। ਅੱਛਾ। ਉਹ ਬੱਚੇ ਨੇ ਲਗਾਤਾਰ, ਮੈਂ ਇੱਥੋਂ ਤੱਕ ਕਿ ਅਸੀਂ ਜਿਹੜੇ ਮੁੰਡੇ ਜਾਂ ਕੁੜੀਆਂ, ਇਹਨਾਂ ਨੂੰ ਇੱਕ ਕਮਰਾ ਨਾ ਅਸੀਂ ਏਸੀ ਰੂਮ ਦਿੱਤਾ ਹੋਇਆ ਜੀ, ਜੇ ਜ਼ਿਆਦਾ ਗਰਮੀ ਸੀ ਵੀ ਚਲੋ ਰਾਤ ਨੂੰ ਪੈਣਾ ਤਾਂ ਹੁਣ ਦੇਖੋ ਉਹ ਵੀ ਇੱਕ ਸਾਡੇ ਕੁਦਰਤ ਦੇ ਜੀ ਨੇ, ਰਿਲੈਕਸ ਹੋ ਕੇ ਪੈ ਜਾਣਗੇ। ਤੇ ਉਹ ਜਿਹੜੇ ਸਾਡੇ 3-4 ਬੱਚੇ ਤੇ ਉਹ ਏਸੀ ਰੂਮ 'ਚ ਨਹੀਂ ਸੀ ਪੈਂਦੇ। ਅਸੀਂ ਉਹਨਾਂ ਨੂੰ ਕਹਿੰਦੇ ਵੀ ਏਸੀ 'ਚ ਪੈ ਜਾਓ, ਗਰਮੀ ਬਹੁਤ ਹੈ। ਉਹ ਕਹਿੰਦੇ ਨਹੀਂ ਜੀ, ਫਿਰ ਤਾਂ ਅਸੀਂ ਰਾਤ ਨੂੰ ਪੜ੍ਹਨਾ ਹੁੰਦਾ, ਫਿਰ ਬਾਕੀ ਡਿਸਟਰਬ ਹੁੰਦੇ ਨੇ। ਅਰੇ ਕਿਆ। ਫਿਰ ਉੱਥੋਂ ਸਾਨੂੰ ਪਤਾ ਲੱਗਦਾ ਵੀ ਹਾਂ ਬੱਚੇ 'ਚ ਕੋਈ ਕਿਉਰਿਓਸਿਟੀ ਹੈ, ਸਿੱਖਣਾ ਚਾਹੁੰਦਾ, ਉਹ ਸਿੱਖਣਾ ਚਾਹੁੰਦਾ। ਅੱਛਾ, ਆਖਰ ਦੇ ਵਿੱਚ ਤੁਸੀਂ ਆਪਣਾ ਐਡਰੈਸ ਤੇ ਪ੍ਰੋਪਰ ਸੰਪਰਕ ਨੰਬਰ ਜ਼ਰੂਰ ਦੱਸ ਦਿਓ, ਕਿਉਂਕਿ ਮੈਨੂੰ ਲੱਗਦਾ ਵੀ ਇਸ ਚੀਜ਼ ਨੂੰ ਦੇਖ ਕੇ ਕਾਫੀ ਬੱਚੇ ਜਿਹੜੇ ਨੇ ਇਸ ਫੀਲਡ ਨਾਲ ਤਾਲੁਕਾਤ ਰੱਖਦੇ ਨੇ ਤੇ ਇੰਟਰਸਟ ਰੱਖਦੇ ਨੇ, ਸਿੱਖਣਾ ਚਾਹੁੰਦੇ ਨੇ ਤੇ ਆ ਸਕਦੇ ਨੇ। ਐਡਰੈਸ ਦੇ ਨਾਲ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਜਿਹੜੇ ਬੱਚਿਆਂ ਦਾ ਅੱਜ ਕੱਲ੍ਹ ਰੁਝਾਨ ਹੈ ਵਿਦੇਸ਼ ਜਾਣ ਦਾ, ਜਿਹੜਾ ਕਲਚਰ ਸਾਡਾ ਚੱਲ ਰਿਹਾ ਵੀ ਅਸੀਂ ਬਾਹਰ ਜਾਣਾ, ਬਾਹਰ ਜਾਓ। ਅਸੀਂ ਖੇਤ ਵੀ ਜਾਂਦੇ ਹਾਂ ਤਾਂ ਡੰਡਾ ਸੋਟੀ ਲੈ ਕੇ ਜਾਂਦੇ ਹਾਂ ਯਾਰ, ਬਾਹਰ ਨਾਰਮਲ ਲੇਬਰ 'ਤੇ ਨਾ ਜਾਓ, ਸਕਿੱਲ ਲੈ ਕੇ ਜਾਓ ਹੱਥਾਂ 'ਚ, ਬਥੇਰੀ ਡਿਮਾਂਡ ਹੈ ਬਾਹਰਲੇ ਦੇਸ਼ਾਂ 'ਚ। ਬਿਲਕੁਲ। ਤੇ ਹੁਨਰ ਜ਼ਰੂਰ ਲੈ ਕੇ ਜਾਓ। ਅੱਛਾ, ਇੱਥੋਂ ਬੱਚੇ ਪੜ੍ਹ ਕੇ ਬਾਹਰ ਵੀ ਜਾਂਦੇ ਹੋਣਗੇ ਤੁਹਾਡੇ? ਬੜੇ ਚਲੇ ਗਏ ਜੀ, ਬਹੁਤ ਚਲੇ ਗਏ ਬੱਚੇ, ਅਲੱਗ-ਅਲੱਗ। ਹਾਂ, ਔਰ ਉੱਥੋਂ ਹਾਲੇ ਵੀ ਸਾਡੇ ਨਾਲ ਟੱਚ 'ਚ ਨੇ। ਅਗਰ ਉੱਥੇ ਉਲਝਦੇ ਨੇ, ਸਾਨੂੰ ਆਨਲਾਈਨ ਵੀਡੀਓ ਕਾਲ ਕਰਦੇ ਨੇ ਵੀ ਸਾਨੂੰ ਇਹ ਚੀਜ਼ ਦੀ ਸਮਝਾਉਣਾ ਸੀ, ਉਹ ਸਾਡੀ ਲੈਂਗੁਏਜ ਸਮਝਦੇ, ਅਸੀਂ ਉਹਨਾਂ ਦੀ ਸਮਝਦੇ ਹਾਂ। ਅਸੀਂ ਕਹਿੰਦੇ ਵੀ ਹੁਨਰ ਲੈ ਕੇ ਜਾਓ। ਬਾਕੀ ਜਿਹੜਾ ਇਹ ਜਗ੍ਹਾ ਦੀ ਗੱਲ ਕਰੀਏ, ਇਹ ਮੇਰਾ ਪਿੰਡ ਹੈ ਕੱਕੜਵਾਲ, ਇਸੇ ਦਾ ਜੰਪ ਵਾਲਾ, ਅਤੇ ਧੂਰੀ ਦੇ ਪੈਰਾਂ ਦੇ ਵਿੱਚ ਇਹ ਛੋਟਾ ਜਿਹਾ ਪਿੰਡ ਹੈ, ਅਤੇ ਵਿੱਚ ਹੀ ਇਹਦੇ ਫੈਕਟਰੀ ਹੈ। ਇੱਥੇ ਕਿਸੇ ਵੀ ਬੱਚੇ ਨੇ ਆਉਣਾ, ਉਹ ਕਿਸੇ ਨੂੰ ਪੁੱਛ ਲੈ ਵੀ ਪਿੰਡ ਜਾ ਕੇ ਵੀ ਜੈ ਸਿੰਘ ਦੀ ਫੈਕਟਰੀ ਜਾਣਾ, ਤਾਂ ਦੱਸ ਦਿੰਦੇ ਨੇ ਵੀ ਆਹ ਫੈਕਟਰੀ ਹੈ। ਆਪਣਾ ਸੰਪਰਕ ਨੰਬਰ ਜ਼ਰੂਰ ਦਿਓ। ਮੇਰਾ 98150 ਅਤੇ 26985। ਇੱਕ ਵਾਰ ਰਿਪੀਟ ਕਰ ਦਿਓ। 98150 26985। ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਆਪਣਾ ਕੀਮਤੀ ਸਕੈਜੂਲ ਦੇ ਵਿੱਚੋਂ ਇੱਕ ਛੋਟਾ ਜਿਹਾ ਸਮਾਂ ਸਾਨੂੰ ਦਿੱਤਾ, ਕਿਉਂਕਿ ਇਹ ਚੀਜ਼ ਮੈਂ ਦਰਸ਼ਕੋ ਇਸ ਕਰਕੇ ਲੈ ਕੇ ਆ ਰਿਹਾ ਸੀਗਾ। ਕਹਿੰਦਾ ਕਿਤਾਬੀ ਕੀੜੇ ਅੱਜ ਕੱਲ੍ਹ ਬਥੇਰੇ ਤੁਰੇ ਫਿਰਦੇ ਨੇ, ਕੋਈ ਵਿਰਲਾ ਹੀ ਹੁੰਦਾ ਵੀ ਜਿਹਨੂੰ ਅਸਲ ਦੇ ਵਿੱਚ ਪੁਆਇੰਟ ਟੂ ਪੁਆਇੰਟ ਆਪਾਂ ਕਹਿ ਸਕਦੇ ਪ੍ਰੈਕਟੀਕਲ ਨੌਲੇਜ ਤੋਂ ਵੱਡੀ ਚੀਜ਼ ਜਿਹੜੀ ਹੁੰਦੀ ਆ ਉਹਦੇ ਹੱਥ ਦੇ ਵਿੱਚ ਹੁੰਦੀ ਹੈ। ਮਾਹਰਤਾ ਬਹੁਤ ਜ਼ਰੂਰੀ ਹੈ। ਕਿਸੇ ਫੀਲਡ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਨਾ, ਸਾਡੀ ਫੀਲਡ ਹੈ ਜਰਨਲਿਜ਼ਮ ਦੀ, ਜੇ ਅਸੀਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਹਾਂ ਤਾਂ ਪ੍ਰੈਕਟੀਕਲ ਨੌਲੇਜ ਵੀ ਇਸ ਚੀਜ਼ ਦੇ ਵਿੱਚ ਬਹੁਤ ਜ਼ਰੂਰੀ ਹੈ। ਕੋਈ ਫੀਲਡ ਚੱਕ ਲਓ, ਕੋਈ ਇੰਜੀਨੀਅਰਿੰਗ, ਮਕੈਨੀਕਲ, ਸਿਵਲ ਦੀ ਹੋਗੀ, ਕਿੰਨੀਆਂ ਜਿਹੜੀਆਂ ਫੀਲਡਸ ਨੇ, ਮਿਊਜ਼ਿਕ ਦੀ ਹੋਗੀ, ਹਰ ਇੱਕ ਚੀਜ਼ ਦੇ ਵਿੱਚ ਪ੍ਰੈਕਟੀਕਲ ਨੌਲੇਜ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ। ਅਤੇ ਅੱਜ ਕੱਲ੍ਹ ਉਸੇ ਦੀ ਸਭ ਤੋਂ ਵੱਡੀ ਕਿੱਲਤ ਚੱਲ ਰਹੀ ਹੈ।
ਹਰ ਇੱਕ ਬੰਦਾ ਬਸ ਰੈਂਕ ਸਿਸਟਮ ਦੇ ਪਿੱਛੇ ਭੱਜ ਰਿਹਾ ਹੈ ਵੀ ਆਲ ਇੰਡੀਆ ਰੈਂਕ ਜੀ AIR ਸਾਡਾ ਇੰਨਾ ਆ ਗਿਆ, IIT JEE ਮੇਨਸ ਦੇ ਵਿੱਚ ਆਪਾਂ ਦੇਖਿਆ ਹੈ ਕਿ ਇੰਨੇ ਵਧੀਆ ਰੈਂਕ ਲੈ ਲੈਂਦੇ ਨੇ, ਪਰ ਜੇ ਪ੍ਰੈਕਟੀਕਲ ਨੌਲੇਜ ਦੀ ਮੈਂ ਗੱਲ ਕਰਾਂ ਤਾਂ ਉਹ ਜ਼ੀਰੋ। ਫਿਰ ਉਸ ਕਿਤਾਬੀ ਕੀੜੇ ਬਣੇ ਦਾ ਕੀ ਫਾਇਦਾ ਵੀ ਜਦ ਅਸਲ ਦੇ ਵਿੱਚ ਮੁੱਢਲਾ ਗਿਆਨ ਹੀ ਨਹੀਂ ਆਪਾਂ ਲਿਆ। ਮੈਂ ਚਾਹੁੰਦਾ ਵੀ ਤੁਸੀਂ ਇਸ ਸ਼ਖਸੀਅਤ ਨੂੰ ਜ਼ਰੂਰ ਸੰਪਰਕ ਕਰਿਓ ਜਿਹੜੇ ਖਾਸ ਕਰਕੇ ਇਸ ਫੀਲਡ ਨਾਲ ਤਾਲੁਕਾਤ ਰੱਖਦੇ ਨਾ, ਇਲੈਕਟ੍ਰੀਕਲ ਦੀ ਨੌਲੇਜ ਲੈਣਾ ਚਾਹੁੰਦੇ ਨੇ ਵੀ ਕਿਸ ਤਰੀਕੇ ਦੇ ਨਾਲ ਆ ਸਾਰਾ ਕੰਮ ਚੱਲਦਾ ਆ। ਵੱਡੀਆਂ ਵਾਇਰਾਂ, ਵੋਲਟੇਜ 11,000 ਵੋਲਟੇਜ ਦੀਆਂ ਤਾਰਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਆਮ ਆਪਣੇ ਟਰਾਂਸਫਾਰਮਰ ਖੇਤਾਂ ਦੇ ਵਿੱਚ ਆਪਾਂ ਅਕਸਰ ਚੀਜ਼ਾਂ ਦੇਖੀਆਂ ਨੇ, ਉਹ ਕੱਲੀ ਚੀਜ਼ ਦਾ ਪ੍ਰੋਪਰ ਪੂਰਾ ਮੈਂ ਕਹਿ ਸਕਦਾ ਵੀ ਬਾਇਓ ਡਾਟਾ ਜਿਹੜਾ ਖੋਲ੍ਹ ਦਿੱਤਾ ਜਾਂਦਾ ਹੈ ਇੱਥੇ। ਤੁਸੀਂ ਸੰਪਰਕ ਕਰਕੇ, ਤੁਹਾਡੀ TV ਸਕਰੀਨਸ 'ਤੇ ਨੰਬਰ ਫਲੈਸ਼ ਹੋ ਰਹੇ ਨੇ, ਸੰਪਰਕ ਕਰਕੇ ਜੈ ਸਿੰਘ ਨੂੰ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜਿਹੜੇ ਵੀ ਸਟੂਡੈਂਟਸ ਇੱਛੁਕ ਨੇ। ਮੈਂ ਕਹਿੰਦਾ ਨਾ ਕਿ ਚੰਗੇ ਗੁਰੂ ਦਾ ਚੰਡਿਆ ਕਦੇ ਵਾਪਸ ਨਹੀਂ ਮੁੜਦਾ, ਚੰਗੇ ਗੁਰੂ ਦਾ ਚੰਡਿਆ ਕਦੇ ਮਾਰ ਨਹੀਂ ਖਾਂਦਾ। ਉਹ ਇਸੇ ਕਰਕੇ ਕਿਉਂਕਿ ਜਿਹੜੀ ਮਾਰ ਖਾਣ ਵਾਲੀ ਚੀਜ਼ ਹੁੰਦੀ ਹੈ ਨਾ, ਉਹ ਗੁਰੂ ਕਿਹੜੇ ਕਹਿੰਦੇ ਨੇ ਕੁੱਟਦੇ ਹੀ ਕੱਢ ਦਿੰਦੇ ਨੇ, ਅਤੇ ਕਿਤੇ ਨਾ ਕਿਤੇ ਕੁੱਟ ਵੀ ਜਿਹੜੀ ਸੀਗੀ ਉਹ ਚੰਗੇ ਪਾਸੇ ਵਾਸਤੇ ਲਾਈ ਜਾਂਦੀ ਹੁੰਦੀ ਸੀ, ਪਰ ਅੱਜ ਇਸ ਚੀਜ਼ ਨੂੰ ਹਟਾ ਦਿੱਤਾ। ਚਲੋ ਉਹ ਵੱਖਰੀ ਗੱਲ ਹੈ, ਪਰ ਮੇਨ ਚੀਜ਼ ਜਿਹੜੀ ਇਹ ਹੈ ਕਿ ਪ੍ਰੈਕਟੀਕਲ ਨੌਲੇਜ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਸ ਫੀਲਡ ਨਾਲ ਤਾਲੁਕਾਤ ਰੱਖਦੇ ਬੱਚੇ ਆਲ ਓਵਰ ਦੀ ਇੰਡੀਆ ਜਿੱਥੇ ਵੀ ਸਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਉਹ ਇਹਨਾਂ ਨਾਲ ਕੰਟੈਕਟ ਕਰਨ, ਕਿਉਂਕਿ ਇਹਨਾਂ ਦੀ ਪਹੁੰਚ ਜਿਹੜੀ ਹੈ ਮੈਂ ਕਹਿ ਸਕਦਾ ਵੀ ਇਹਨਾਂ ਦੇ ਚੰਡੇ ਹੋਏ ਜਿਹੜੇ ਬੱਚੇ ਨੇ ਅੱਜ ਸਿਖਰਾਂ 'ਤੇ ਨੇ, ਅੱਜ ਚਮਕ ਰਹੇ ਨੇ, ਉਹ ਕੋਈ ਖਾਸ ਕਾਰਨ ਕਰਕੇ। ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਮਿਲੂਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਐਸੀਆਂ ਹੋਰ ਵੀਡੀਓ ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।